ਬੇਹੱਦ ਦਾ ਪਰਮ ਗਿਆਨ ਆਤਮ ਗਿਆਨ ਦੇ ਵੱਲ, ਬੇਹੱਦ ਦੇ ਗਿਆਨ ਨਾਲ ਜਾਣ ਪਛਾਣ। ਗੀਤਾ ਤੇ ਲਿਖਿਆ ਹੋਇਆ ਹੈ, ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਉਦੋਂ ਪਰਮਾਤਮਾ ਇਸ ਸ੍ਰਿਸ਼ਟੀ ਤੇ ਸਧਾਰਨ ਰੂਪ ਤੇ ਆ ਕੇ ਅਧਰਮ ਦਾ ਅੰਤ ਕਰਦੇ ਹਨ। ਕਿ ਅੱਜ ਧਰਮ ਨੂੰ ਲੈ ਕੇ ਅਤਿਆਚਾਰ ਨਹੀਂ ਹੋ ਰਹੇ ਹਨ? ਕਿ ਅੱਜ ਮਨੁੱਖ ਜਾਨਵਰ ਵਾਂਗ ਨਹੀਂ ਹੋ ਗਿਆ ਹੈ? ਅੱਜ ਦੁਨੀਆ ਇੰਨੀ ਕਿਉਂ ਡਿੱਗਦੀ ਜਾ ਰਹੀ ਹੈ? ਇਸ ਤੋਂ ਜ਼ਿਆਦਾ ਹੋਰ ਕੀ ਕਲਯੁਗ ਹੋਏਗਾ? ਜੋ ਵੀ ਸਾਨੂੰ ਇਹਨਾਂ ਅੱਖਾਂ ਤੋਂ ਵਿਖਾਈ ਦਿੰਦਾ ਹੈ ਕਿ ਸਿਰਫ ਉਹੀ ਸੱਚ ਹੈ। ਅਸੀਂ ਇਹਨਾਂ 5 ਤੱਤਾਂ ਦੇ ਮਾਤ ਲੋਕ ਤੇ ਕਿਸ ਤਰ੍ਹਾਂ ਅਤੇ ਕਿਉਂ ਆਏ, ਇਸ ਦਾ ਰਾਜ ਕੌਣ ਦੱਸ ਸਕਦਾ ਹੈ? ਇਸ ਦਾ ਰਾਜ ਕੋਈ ਵੀ ਧਰਮ ਪਿਤਾ, ਧਰਮ ਗੁਰੂ ਜਾਂ ਮਹਾਤਮਾ ਵੀ ਨਹੀਂ ਦੱਸ ਸਕਦੇ ਹਨ। ਇਸ ਲਈ ਸ਼੍ਰੀਮਦ ਭਗਵਤ ਗੀਤਾ ਤੇ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ, ਮੈਂ ਹੀ ਸੰਤ, ਮਹਾਤਮਾਵਾਂ ਅਤੇ ਗੁਰੂਆਂ ਦਾ ਉद्धार ਕਰਦਾ ਹਾਂ। ਪਰਮਾਤਮਾ ਹੀ ਸਾਨੂੰ ਮਾਤ ਲੋਕ ਤੋਂ ਅਮਰ ਲੋਕ ਤੇ ਲੈ ਜਾਣ ਦਾ ਦਿਵ ਜਾਣੀ ਬ੍ਰਹਮ ਗਿਆਨ ਦੇ ਸਕਦੇ ਹਨ। ਅਸੀਂ ਕਿਸ ਤਰ੍ਹਾਂ ਇਹਨਾਂ 5 ਤੱਤਾਂ ਤੋਂ ਨਿਕਲ ਕੇ ਪਰਮ ਤੱਤਾਂ ਦੀ ਦੁਨੀਆ ਤੇ ਜਾ ਸਕਦੇ ਹਾਂ? ਇਹ ਦਿਵ ਜਾਣੀ ਬ੍ਰਹਮ ਗਿਆਨ ਸਾਨੂੰ ਪਰਮਾਤਮਾ ਤੋਂ ਪ੍ਰਾਪਤ ਹੋ ਸਕਦਾ ਹੈ। ਜਿਸ ਤਰ੍ਹਾਂ ਮਾਂ ਦੇ ਗਰਭ ਤੇ ਪਹਿਲਾਂ ਬੱਚੇ ਦਾ ਬੀਜ ਪੈਂਦਾ ਹੈ, ਫਿਰ ਆਕਾਰ ਬਣਦਾ ਹੈ ਅਤੇ ਫਿਰ ਹੌਲੀ ਹੌਲੀ 5 ਤੱਤਾਂ ਦਾ ਪੁਤਲਾ ਬਣਦਾ ਹੈ। ਇਸੇ ਤਰ੍ਹਾਂ ਅਸੀਂ ਨਿਰਾਕਾਰੀ ਤੋਂ ਆਕਾਰੀ ਅਤੇ ਆਕਾਰੀ ਤੋਂ ਸਾਕਾਰੀ ਰੂਪ ਤੇ ਆ ਗਏ ਹਾਂ। ਜਦੋਂ ਨਾ ਹੀ ਧਰਤੀ, ਨਾ ਹੀ ਵਾਯੂ ਜਾਣੀ ਹਵਾ, ਨਾ ਹੀ ਆਕਾਸ਼ ਸੀ ਤੇ ਫਿਰ ਕੀ ਸੀ? ਇਹ ਚੰਨ, ਤਾਰੇ ਅਤੇ ਨਖੱਤਰ ਵੀ ਕਿੱਥੋਂ ਦੀ ਆਏ? ਅਸੀਂ ਪਹਿਲਾਂ ਕਿੱਥੇ ਸੀ? ਅਸੀਂ ਪ੍ਰਿਥਵੀ ਲੋਕ ਤੇ ਕਿਸ ਤਰ੍ਹਾਂ ਆਏ? ਜੋ ਅਸੀਂ ਸਥੂਲ ਅੱਖਾਂ ਦੇ ਰਾਹੀਂ ਵੇਖਦੇ ਹਾਂ, ਜੇਕਰ ਉਹ ਅਸਤ ਜਾਂ ਮਾਇਆ ਅਤੇ ਝੂਠ ਦੀ ਦੁਨੀਆ ਨਹੀਂ ਹੈ ਤੇ ਫਿਰ ਸੱਤ ਕੀ ਹੈ? ਸਾਡੇ ਦੇਵੀ ਦੇਵਤੇ ਕਿੱਥੇ ਚਲੇ ਗਏ? ਕੀ ਸਾਡੇ ਦੇਵੀ ਦੇਵਤੇ ਵੀ ਮਨੁੱਖ ਬਣ ਗਏ ਹਨ? ਅੱਜ ਧਰਤੀ ਤੇ ਜਿੰਨੇ ਵੀ ਧਰਮ ਹਨ ਉਹ ਵੀ ਕੁਝ ਹਜ਼ਾਰਾਂ ਸਾਲਾਂ ਪਹਿਲਾਂ ਹੀ ਆਏ ਹੋਏ ਹਨ, ਜਦ ਕਿ ਸਾਡਾ ਬ੍ਰਹਮੰਡ ਖਰਬਾਂ ਸਾਲ ਪੁਰਾਣਾ ਹੈ। ਤੇ ਇਹਨਾਂ ਸਾਰੇ ਧਰਮ ਪਿਤਾਵਾਂ ਦੇ ਵੱਡੇ ਜਾਂ ਪੂਰਵਜ ਕੌਣ ਹਨ? ਜਦੋਂ ਇਹ ਧਰਤੀ ਨਹੀਂ ਸੀ ਤੇ ਕੀ ਸੀ? ਕੀ ਪਰਮਾਤਮਾ ਧਰਮ ਤੇ ਬੰਨਿਆ ਹੋਇਆ ਹੈ? ਕੀ ਪਰਮਾਤਮਾ ਨੂੰ ਅਸੀਂ ਘਰ ਬੈਠੇ ਪ੍ਰਾਪਤ ਕਰ ਸਕਦੇ ਹਾਂ? ਪ੍ਰਿਥਵੀ ਸਾਡੇ ਬ੍ਰਹਮੰਡ ਤੇ ਸੂਈ ਦੀ ਨੋਕ ਦੇ ਬਰਾਬਰ ਹੈ। ਸਾਡੇ ਸ਼ਾਸਤਰਾਂ ਤੇ ਲਿਖਿਆ ਹੈ, ਹਰ ਇੱਕ ਘੜੀ ਬੇਅੰਤਾ ਬੇਅੰਤ ਬ੍ਰਹਮੰਡ ਬਣਦੇ ਅਤੇ ਖਤਮ ਹੁੰਦੇ ਰਹਿੰਦੇ ਹਨ। ਤੇ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਕੀ ਹਨ? ਕਿਸ ਤਰ੍ਹਾਂ ਬਣੇ? ਕਿਸ ਨੇ ਬਣਾਏ? ਇਹਨਾਂ ਦਾ ਮਾਲਕ ਕੌਣ ਹੈ? ਕੌਣ ਇਹਨਾਂ ਨੂੰ ਚਲਾਉਂਦੇ ਹਨ ਅਤੇ ਕਿਸ ਤਰ੍ਹਾਂ ਇਹਨਾਂ ਦੀ ਸਮਾਪਤੀ ਕਰਦੇ ਹਨ? ਅਵਿਨਾਸ਼ੀ ਦੁਨੀਆ ਕਿੱਥੇ ਹੈ? ਆਤਮਾ ਉੱਥੇ ਕਿਸ ਤਰ੍ਹਾਂ ਜਾ ਸਕਦੀ ਹੈ? ਬੇਹੱਦ ਦਾ ਸੰਸਾਰ ਜਾਂ ਵਿਸ਼ਵ ਕਿੰਨਾ ਵੱਡਾ ਹੈ? ਇਸ ਦੇ ਆਦ, ਮੱਧ ਅਤੇ ਅੰਤ ਦਾ ਕੀ ਰਾਜ ਹੈ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਬੇਹੱਦ ਦੇ ਗਿਆਨ ਦਾ ਸਮੁੰਦਰ ਸਾਨੂੰ ਉਸ ਗਹਿਰਾਈ ਤੇ ਲੈ ਜਾਂਦਾ ਹੈ, ਜਿੱਥੇ ਪਹੁੰਚ ਕੇ ਆਤਮਾ ਦੇ ਸਾਰੇ ਸਵਾਲ ਖਤਮ ਹੋ ਜਾਂਦੇ ਹਨ ਅਤੇ ਆਤਮਾ ਪਰਮ ਗਿਆਨ ਨੂੰ ਪ੍ਰਾਪਤ ਕਰ ਪਰਮ ਸ਼ਾਂਤੀ ਦੇ ਮਾਰਗ ਤੇ ਅੱਗੇ ਵੱਧ ਜਾਂਦੀ ਹੈ, ਕਿਉਂਕਿ ਇਹੀ ਆਤਮਾ ਦੀ ਖੋਜ ਹੈ, ਅੰਤਮ ਪ੍ਰਾਪਤੀ ਹੈ, ਪਰਮ ਸ਼ਾਂਤੀ। ਵਿਸ਼ਾ ਸੂਚੀ ਜਾਂ ਤਤਕਰਾ। ਅਧਿਆਇ 1 ਹੱਦ ਅਤੇ ਬੇਹੱਦ ਦੀ ਆਤਮਾ। ਅਧਿਆਇ 2 ਸ਼ਿਵ, ਮਹਾਸ਼ਿਵ ਅਤੇ ਪਰਮ ਮਹਾਸ਼ਿਵ ਤੇ ਅੰਤਰ। ਅਧਿਆਇ 3 ਬ੍ਰਹਮਾ ਦਾ ਸਮਾਂ। ਅਧਿਆਇ 4 ਬੇਹੱਦ ਦਾ ਸੰਸਾਰ ਜਾਣੀ ਵਿਸ਼ਵ ਕਿੰਨਾ ਵੱਡਾ ਹੈ। ਅਧਿਆਇ 5 ਬੇਹੱਦ ਦਾ ਬਾਪ ਜਾਣੀ ਪਿਤਾ ਕੌਣ। ਅਧਿਆਇ 6 ਬੇਹੱਦ ਦਾ ਯੋਗ ਕਿਸ ਤੋਂ। ਅਧਿਆਇ 7 ਬੇਹੱਦ ਦੇ ਸੰਸਾਰ ਦੇ ਬਦਲਾਵ ਜਾਣੀ ਪਰਿਵਰਤਨ ਦਾ ਮਹਾਨ ਮੰਤਰ ਜਾਂ ਮਹਾਮੰਤਰ। ਅਧਿਆਇ 8 ਸਮਾਪਤੀ ਨਹੀਂ, ਹੁਣ ਹੋਏਗਾ ਸੰਸਾਰ ਦਾ ਮਹਾਨ ਬਦਲਾਵ ਜਾਣੀ ਪਰਿਵਰਤਨ। ਅਧਿਆਇ 9 ਆਪਣੇ ਬਦਲਾਵ ਜਾਣੀ ਸਵ ਪਰਿਵਰਤਨ ਤੋਂ ਸੰਸਾਰ ਦਾ ਬਦਲਾਵ। ਅਧਿਆਇ 10
किस तरह ਬਣੀਏ ਸਹਿਯੋਗੀ। ਅਧਿਆਇ 11 ਆਤਮ ਸਰੂਪ ਤੇ ਪਰਮ ਪ੍ਰਕਾਸ਼ ਦਾ ਅਹਿਸਾਸ ਜਾਂ ਅਨੁਭੂਤੀ। ਅਧਿਆਇ 12 YouTube ਚੈਨਲ ਦੀ ਮਹੱਤਵਪੂਰਨ ਜਾਣਕਾਰੀ। ਅਧਿਆਇ 13 ਮਾਂ ਦਾ ਦੇਵ ਜਾਣੀ ਬ੍ਰਹਮ ਸੰਦੇਸ਼ ਜਾਂ ਸੁਨੇਹਾ। ਅਧਿਆਇ 14 ਪਰਮ ਮਹਾ ਸੰਕਲਪ ਜਾਣੀ ਅਫਰਮੇਸ਼ਨਸ। ਅਧਿਆਇ ਪਹਿਲਾ ਹੱਦ ਅਤੇ ਬੇਹੱਦ ਦੀ ਆਤਮਾ। ਹੱਦ ਮਤਲਬ ਪੰਜ ਤੱਤਾਂ ਅਤੇ ਬੇਹੱਦ ਮਤਲਬ ਹੱਦ ਦੀ ਦੁਨੀਆ ਤੋਂ ਪਰੇ ਪਰਮ ਤੱਤਾਂ ਦੀ ਦੁਨੀਆ। ਜੋ ਇਹਨਾਂ ਪੰਜ ਤੱਤਾਂ ਤੋਂ ਪਰੇ ਦੀ ਦੁਨੀਆ ਹੈ ਉਸ ਨੂੰ ਬੇਹੱਦ ਕਹਿੰਦੇ ਹਨ। ਆਤਮਾ ਦੇ ਭੇਦ ਨੂੰ ਜੋ ਅਸੀਂ ਸਾਰੇ ਜਾਣਦੇ ਅਤੇ ਮੰਨਦੇ ਵੀ ਹਾਂ, ਪਰ ਕੀ ਅਸੀਂ ਉਸ ਦੇ ਮੂਲ ਜਾਂ ਮੁੱਖ ਸਰੂਪ ਤੋਂ ਵਾਕਫ ਹਾਂ? ਹੱਦ ਦੀ ਆਤਮਾ ਦਾ ਸਿਰਜਣ ਤੱਤਾਂ ਤੋਂ ਹੋਇਆ ਹੈ, ਜਦ ਕਿ ਬੇਹੱਦ ਦੀ ਆਤਮਾ ਦਾ ਸਿਰਜਣ ਪਰਮ ਲਾਈਟ ਤੋਂ ਹੋਇਆ ਹੈ। ਹੱਦ ਦੀ ਆਤਮਾ ਅਤੇ ਜੀਵ ਆਤਮਾ ਤੇ ਕੋਈ ਅੰਤਰ ਨਹੀਂ ਹੈ, ਕਿਉਂਕਿ ਦੋਵੇਂ ਹੀ ਗਿਆਨ ਤੋਂ ਅਣਜਾਣ ਜਾਂ ਜਾਗਰੂਕ ਨਹੀਂ ਹਨ ਅਤੇ ਨਾ ਹੀ ਉਹ ਉਸ ਪਰਮ ਸਤ ਗਿਆਨ ਦੀ ਖੋਜ ਤੇ ਨਿਕਲਦੀਆਂ ਹਨ। ਉਹ ਤੇ ਇਸ ਮਾਇਆ ਦੀ ਦੁਨੀਆ ਤੇ ਮਗਨ ਰਹਿੰਦੀਆਂ ਹਨ, ਜਦਕਿ ਬੇਹੱਦ ਦੀ ਆਤਮਾ ਪਰਮ ਦੇਵ ਜਾਂ ਬ੍ਰਹਮ ਗਿਆਨ ਦੀ ਖੋਜ ਤੇ ਹਰ ਥਾਂ ਭਟਕਦੀਆਂ ਰਹਿੰਦੀਆਂ ਹਨ ਅਤੇ ਇਸ ਖੋਜ ਤੇ ਰਹਿੰਦੀਆਂ ਹਨ ਕਿ ਸੰਸਾਰ ਦੀ ਭਲਾਈ ਤੇ ਉਹ ਕਿਸ ਤਰ੍ਹਾਂ ਸਹਿਯੋਗੀ ਬਣਨ। ਹੱਦ ਦੀ ਆਤਮਾ ਦਾ ਸਥੂਲ ਸਰੀਰ, ਸੂਖਮ ਸਰੀਰ ਅਤੇ ਕਾਰਨ ਸਰੀਰ ਹੁੰਦਾ ਹੈ, ਜਦਕਿ ਬੇਹੱਦ ਦੀ ਆਤਮਾ ਦਾ ਸਥੂਲ, ਸੂਖਮ, ਕਾਰਨ, ਮਹਾਕਾਰਨ ਅਤੇ ਪਰਮ ਮਹਾਕਾਰਨ ਸਰੀਰ ਹੁੰਦਾ ਹੈ। ਬੇਹੱਦ ਦੀ ਆਤਮਾ ਤੇ ਬੇਹੱਦ ਦੀ ਸ਼ਕਤੀਆਂ ਹਨ ਜੋ ਕਿ ਅਨੇਕ ਆਵਰਣਾਂ ਜਾਂ ਕਵਰਾਂ ਤੇ ਦਬੀਆਂ ਹੋਈਆਂ ਹਨ। ਇਹਨਾਂ ਸ਼ਕਤੀਆਂ ਨੂੰ ਜਗਾਉਣ ਦੇ ਲਈ ਆਤਮਾ ਦੀ ਸ਼ਕਤੀਆਂ ਨੂੰ ਜਗਾਉਣਾ ਪਏਗਾ। ਬੇਹੱਦ ਦੀ ਆਤਮਾ ਤੇ ਬੇਹੱਦ ਦਾ ਪਰਮ ਪ੍ਰਕਾਸ਼ ਹੈ, ਜੋ ਕਿ ਅਰਬਾਂ ਖਰਬਾਂ ਸੂਰਜਾਂ ਤੋਂ ਵੀ ਜ਼ਿਆਦਾ ਸ਼ਕਤੀ ਤੇ ਸਮਰੱਥ ਹੈ। ਇਹਨਾਂ ਸ਼ਕਤੀਆਂ ਨੂੰ ਜਗਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਤਮਾ ਇਹਨਾਂ ਆਵਰਣਾਂ ਜਾਂ ਕਵਰਾਂ ਨੂੰ ਹਟਾ ਕੇ ਆਪਣੇ ਮੂਲ ਜਾਂ ਅਸਲੀ ਸਰੂਪ ਨੂੰ ਪ੍ਰਾਪਤ ਕਰਨ ਦੇ ਲਈ ਪੁਰਸ਼ਾਰਥ ਜਾਂ ਯਤਨ ਕਰੇ। ਹੱਦ ਦੀ ਆਤਮਾ ਦੇ ਆਵਰਣ: ਪਹਿਲਾ ਆਕਾਸ਼, ਦੂਜਾ ਅਗਨ, ਤੀਜਾ ਵਾਯੂ ਜਾਣੀ ਹਵਾ, ਚੌਥਾ ਜਲ ਜਾਂ ਪਾਣੀ, ਪੰਜਵਾਂ ਪ੍ਰਿਥਵੀ ਜਾਂ ਮਿੱਟੀ। ਬੇਹੱਦ ਦੀ ਆਤਮਾ ਦੇ ਆਵਰਣ: ਪਹਿਲਾ ਪਰਮ ਲਾਈਟ, ਦੂਜਾ ਪਰਮ ਮਹਾਤੱਤ, ਤੀਜਾ ਪਰਮ ਤੱਤ ਜਿਸ ਦੇ ਵਿੱਚ ਪਰਮ ਆਕਾਸ਼, ਪਰਮ ਅਗਨ ਅਤੇ ਪਰਮ ਵਾਯੂ ਹਨ, ਚੌਥਾ ਆਕਾਸ਼, ਪੰਜਵਾਂ ਅਗਨ, ਛੇਵਾਂ ਵਾਯੂ, ਸੱਤਵਾਂ ਜਲ ਜਾਂ ਪਾਣੀ, ਅੱਠਵਾਂ ਪ੍ਰਿਥਵੀ। ਹੁਣ ਸਵਾਲ ਇਹ ਹੈ ਕਿ ਆਤਮਾ ਤੇ ਪਾਵਰ ਜਾਣੀ ਸ਼ਕਤੀ ਕਿਸ ਤਰ੍ਹਾਂ ਆਏਗੀ? ਇਸ ਦੇ ਲਈ ਗੀਤਾ ਦੇ ਭਗਵਾਨ ਨੇ ਦੱਸਿਆ ਹੈ, ਤੂੰ ਦੇਹ ਅਤੇ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲ ਮੈਨੂੰ ਪਰਮਾਤਮਾ ਨੂੰ ਯਾਦ ਕਰ ਤੇ ਮੈਂ ਤੇਰੇ ਸਾਰੇ ਪਾਪ ਖਤਮ ਕਰਕੇ ਤੈਨੂੰ ਉੱਚੇ ਤੋਂ ਉੱਚੇ ਪਰਮ ਧਾਮ ਤੇ ਲੈ ਜਾਵਾਂਗਾ। ਗੀਤਾ ਤੇ ਵੀ ਨਿਰੰਤਰ ਕਰਮਯੋਗ ਜਾਣੀ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਨ ਦੀ ਗੱਲ ਦੱਸੀ ਗਈ ਹੈ। ਇਸ ਦੇ ਲਈ ਆਤਮਾ ਨੂੰ ਆਤਮ ਸਰੂਪ ਦਾ ਅਭਿਆਸ ਕਰਨਾ ਹੋਏਗਾ। ਆਤਮ ਸਰੂਪ ਦੇ ਅਭਿਆਸ ਤੋਂ ਹੀ ਆਤਮਾ ਅਨੇਕ ਆਵਰਣਾਂ ਜਾਂ ਕਵਰਾਂ ਨੂੰ ਪਾਰ ਕਰਕੇ ਪਰਮ ਲਾਈਟ ਨੂੰ ਯੋਗ ਬਲ ਜਾਣੀ ਯੋਗ ਦੀ ਸ਼ਕਤੀ ਤੋਂ ਪ੍ਰਾਪਤ ਕਰ ਸਕਦੀ ਹੈ। ਆਤਮ ਸਰੂਪ ਦੀ ਅਵਸਥਾ ਤੇ ਟਿਕ ਕੇ ਅਸੀਂ ਆਪਣੀ ਬੁੱਧ ਭਾਵ ਵਿਚਾਰਾਂ ਦੇ ਰਾਹੀਂ ਉਸ ਬੇਹੱਦ ਦੇ ਅਵਿਨਾਸ਼ੀ ਜਾਂ ਅਮਰ ਪਰਮ ਧਾਮ ਤੇ ਜਾ ਕੇ ਬੇਹੱਦ ਦੇ ਪਰਮਾਤਮਾ ਤੋਂ ਪਾਵਰ ਲੈਣ ਕਰਕੇ ਅਸੀਂ ਆਪਣੀ ਬੇਹੱਦ ਦੀ ਸ਼ਕਤੀਆਂ ਨੂੰ ਜਾਗਰਤ ਕਰ ਸਕਦੇ ਹਾਂ। ਬੇਹੱਦ ਦੇ ਪਾਵਰ ਹਾਊਸ ਤੋਂ ਪਾਵਰ ਪ੍ਰਾਪਤ ਕਰਨ ਦੇ ਲਈ ਸਾਨੂੰ ਆਪਣੇ ਸਾਰੇ ਆਵਰਣ ਪਾਰ ਕਰਨੇ ਪੈਣਗੇ।
ਆਤਮਾ ਜਦੋਂ ਪਰਮ ਲਾਈਟ ਪ੍ਰਾਪਤ ਕਰਦੀ ਹੈ ਤੇ ਸਭ ਤੋਂ ਪਹਿਲਾਂ ਉਹ ਆਕਾਸ਼ ਤੱਤ ਤੇ ਆਉਂਦੀ ਹੈ ਅਤੇ ਆਕਾਸ਼ ਤੱਤ ਉਸ ਨੂੰ ਧਾਰਨ ਕਰਕੇ ਪਰਮ ਅਗਨ ਅਤੇ ਪਰਮ ਵਾਯੂ ਤੇ ਬਦਲ ਦਿੰਦਾ ਹੈ। ਕਿਉਂਕਿ ਸਾਡਾ ਵਾਯੂਮੰਡਲ ਨਕਾਰਾਤਮਕ ਊਰਜਾ ਜਾਣੀ ਮਾੜੀ ਸੋਚਾਂ ਅਤੇ ਵਿਚਾਰਾਂ ਤੋਂ ਭਰਿਆ ਹੋਇਆ ਹੈ, ਜਿਸ ਦੇ ਕਾਰਨ ਆਕਾਸ਼ ਤੱਤ ਪਰਮ ਲਾਈਟ ਨੂੰ ਵਾਯੂਮੰਡਲ ਤੇ ਵਿਲੀਨ ਕਰ ਦਿੰਦਾ ਹੈ। ਇਸ ਲਈ ਪਰਮ ਲਾਈਟ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਆਵਰਣਾਂ ਨੂੰ ਹਟਾਉਣਾ ਬੇहद ਜ਼ਰੂਰੀ ਹੈ, ਜਿਸ ਦੇ ਲਈ ਆਤਮਾ ਨੂੰ ਪਰਮ ਗਿਆਨ ਨੂੰ ਧਾਰਨ ਕਰਨਾ ਹੋਏਗਾ ਅਤੇ ਨਿਰੰਤਰ ਕਰਮ ਯੋਗ ਦੇ ਰਾਹੀਂ ਆਪਣੀ ਆਤਮਾ ਦੀ ਜੋਤ ਨੂੰ ਜਾਗਰਤ ਕਰਨਾ ਹੋਏਗਾ। ਜਿਸ ਤਰ੍ਹਾਂ ਦੀਵੇ ਨੂੰ ਜਗਾਉਣ ਦੇ ਲਈ ਇੱਕ ਚਿੰਗਾਰੀ ਹੀ ਬਹੁਤ ਹੁੰਦੀ ਹੈ, ਉਸੇ ਤਰ੍ਹਾਂ ਆਤਮਾ ਦਾ ਦੀਵਾ ਜਗਦੇ ਹੀ ਉਸ ਦੇ ਉੱਪਰ ਦੇ ਸਾਰੇ ਆਵਰਣ ਹਟ ਜਾਣਗੇ ਅਤੇ ਆਤਮਾ ਆਪਣੇ ਮੂਲ ਜਾਣੀ ਅਸਲੀ ਸਰੂਪ ਨੂੰ ਪ੍ਰਾਪਤ ਕਰ ਲਵੇਗੀ। ਅਧਿਆਇ ਦੂਜਾ, ਸ਼ਿਵ, ਮਹਾਸ਼ਿਵ ਅਤੇ ਪਰਮ ਮਹਾਸ਼ਿਵ ਤੇ ਅੰਤਰ। ਕੀ ਸ਼ਿਵ ਨੂੰ ਸਵਯੰਭੂ ਜਾਣੀ ਪ੍ਰਗਟ ਹੋਇਆ ਕਵਾਂਗੇ ਕਿ ਸ਼ਿਵ ਦਾ ਵੀ ਮਰਨ ਹੁੰਦਾ ਹੈ? ਸ਼ਿਵ ਪਰਮਾਤਮਾ ਹੈ, ਉਹਨਾਂ ਦੀ ਆਤਮਾ ਪਰਮ ਪ੍ਰਕਾਸ਼ ਤੋਂ ਬਣੀ ਹੈ। ਸ਼ਿਵ ਸਾਡੇ ਬ੍ਰਹਮੰਡ ਦੇ ਮਾਲਕ ਹਨ, ਭਾਵ ਸਿਰਜਣਹਾਰ ਹਨ। ਸ਼ਿਵ ਨਿਰਾਕਾਰੀ ਰੂਪ ਤੇ ਸਿਰਜਣਾ ਜਾਂ ਰਚਨਾ ਕਰਦੇ ਹਨ। ਸ਼ਿਵ ਨਿਰਾਕਾਰੀ ਤੋਂ ਆਕਾਰੀ ਬਣਦੇ ਹਨ। ਸ਼ਿਵ ਸ਼ਕਤੀ ਦੇ ਰੂਪ ਤੇ ਸ਼ੰਕਰ ਪਾਰਵਤੀ ਸ਼ਿਵ ਸ਼ਕਤੀ ਦੇ ਆਕਾਰ ਜਾਣੀ 3 ਤੱਤਾਂ ਦੇ ਰੂਪ ਹਨ। ਸ਼ਿਵ ਨੂੰ ਸਵਯੰਭੂ ਨਹੀਂ ਕਵਾਂਗੇ ਕਿਉਂਕਿ ਉਸ ਦੇ ਵੀ ਰਚਨਾਕਾਰ ਹਨ। ਉਸ ਦਾ ਰਚਇਤਾ ਜਾਣੀ ਸਿਰਜਣਹਾਰ ਮਹਾਸ਼ਿਵ ਹੈ। ਮਹਾਸ਼ਿਵ ਮਹਾਬ੍ਰਹਮੰਡ ਗੈਲੈਕਸੀ ਦੇ ਮਾਲਕ ਹਨ। ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ ਅਤੇ ਹਰ ਬ੍ਰਹਮੰਡ ਦੇ ਮਾਲਕ ਸ਼ਿਵ ਹਨ, ਭਾਵ ਬੇਅੰਤਾ ਬੇਅੰਤ ਸ਼ਿਵ ਹਨ। ਮਹਾਸ਼ਿਵ ਦੇ ਵੀ ਰਚਨਾਕਾਰ ਪਰਮ ਮਹਾਸ਼ਿਵ ਹਨ। ਪਰਮ ਮਹਾਸ਼ਿਵ ਪਰਮ ਮਹਾਬ੍ਰਹਮੰਡ ਜਾਣੀ ਯੂਨੀਵਰਸ ਦੇ ਮਾਲਕ ਹਨ। ਜਦੋਂ ਬ੍ਰਹਮੰਡ ਸ਼ੁਰੂ ਹੁੰਦਾ ਹੈ, ਸ਼ਿਵ ਦਾ ਵੀ ਸਮਾਂ ਸ਼ੁਰੂ ਹੋ ਜਾਂਦਾ ਹੈ। ਜਦੋਂ ਮਹਾਸ਼ਿਵ ਨੇ ਇੱਕ ਸੋਚ ਜਾਣੀ ਸੰਕਲਪ ਕੀਤੀ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਉਦੋਂ ਪਰਮ ਪ੍ਰਕਾਸ਼ ਦੇ ਟੁਕੜੇ ਹੋਏ ਅਤੇ ਬੇਅੰਤਾ ਬੇਅੰਤ ਸ਼ਿਵ ਬਣੇ। ਸ਼ਿਵ ਵੀ ਨਿਰਾਕਾਰੀ ਤੋਂ ਪਹਿਲਾਂ ਆਕਾਰੀ ਜਾਣੀ 3 ਤੱਤਾਂ ਤੋਂ ਬਣੇ। ਨਿਰਾਕਾਰੀ ਸ਼ਿਵ ਸ਼ਕਤੀ ਤੋਂ ਵਿਸ਼ਨੂੰ ਦੀ ਰਚਨਾ ਹੋਈ। ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਜੀ ਦੀ ਵੀ ਰਚਨਾ ਹੋਈ। ਬ੍ਰਹਮਾ ਨੇ ਸੰਕਲਪਾਂ ਜਾਣੀ ਵਿਚਾਰਾਂ ਤੋਂ ਫਰਿਸ਼ਤਿਆਂ ਦੀ ਸਿਰਜਣਾ ਕੀਤੀ। ਸਭ ਤੋਂ ਪਹਿਲਾਂ ਫਰਿਸ਼ਤਿਆਂ ਦੀ ਦੁਨੀਆ ਸੀ। ਫਰਿਸ਼ਤਿਆਂ ਤੋਂ ਦੇਵਤੇ ਬਣੇ, ਫਿਰ ਦੇਵਤਿਆਂ ਤੋਂ ਮਨੁੱਖ ਬਣੇ। ਇਸ ਤਰ੍ਹਾਂ ਰਚਨਾ ਕਰਦੇ ਗਏ ਅਤੇ ਇਹ ਬ੍ਰਹਮੰਡ ਡਿੱਗਦਾ ਗਿਆ। ਪ੍ਰਲਯ ਕਲਪ ਪ੍ਰਲਯ ਹੁੰਦਾ ਰਿਹਾ। ਬ੍ਰਹਮੰਡ ਦੀ ਵੀ ਸਿਰਜਣਾ ਵਿਸਰਜਣਾ ਜਾਣੀ ਸਮਾਪਤੀ ਹੁੰਦੀ ਰਹੀ ਹੈ। ਸ਼ਿਵ ਨੇ ਵੀ ਆਪਣੇ ਸੰਕਲਪਾਂ ਜਾਂ ਵਿਚਾਰਾਂ ਤੋਂ ਆਪਣੇ ਅੰਦਰੋਂ ਸ਼ਕਤੀ ਪੈਦਾ ਕੀਤੀ। ਸ਼ਿਵ ਸ਼ਕਤੀ ਆਕਾਰੀ ਰੂਪ ਤੇ ਸ਼ਿਵਪੁਰੀ ਤੇ ਰਹਿੰਦੇ ਹਨ। ਸ਼ੰਕਰ ਪਾਰਵਤੀ ਜੋ ਹਿਮਾਲਿਆ ਤੇ ਰਹਿੰਦੇ ਹਨ, ਉਹ ਸ਼ਿਵ ਸ਼ਕਤੀ ਦਾ ਸਾਕਾਰੀ ਰੂਪ ਹਨ। ਇੱਕ ਸੂਰਜ ਜਾਣੀ ਇੱਕ ਬ੍ਰਹਮੰਡ। ਇੱਕ ਬ੍ਰਹਮੰਡ ਦਾ ਰਚਨਾਕਾਰ ਸ਼ਿਵ ਹਨ ਤੇ ਅਜਿਹੇ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ ਤੇ ਜ਼ਰੂਰੀ ਹੀ ਬੇਅੰਤ ਤਰ੍ਹਾਂ ਦੇ ਸ਼ਿਵ ਵੀ ਹੋਣੇ ਚਾਹੀਦੇ। ਅਜਿਹੇ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ ਤੇ ਜ਼ਰੂਰ ਹੀ ਬੇਅੰਤ ਤਰ੍ਹਾਂ ਦੇ ਸ਼ਿਵ ਵੀ ਹੋਣੇ ਚਾਹੀਦੇ। ਜੇਕਰ ਸ਼ਿਵ ਬੇਅੰਤ ਹਨ ਤੇ ਸ਼ਿਵ ਦੇ ਰਚਨਾਕਾਰ ਕੌਣ ਹਨ? ਸ਼ਿਵ ਦੇ ਰਚਨਾਕਾਰ ਮਹਾਸ਼ਿਵ ਹਨ, ਜੋ ਕਿ ਮਹਾਬ੍ਰਹਮੰਡ ਜਾਣੀ ਗੈਲੈਕਸੀ ਦੇ ਰਚਨਾਕਾਰ ਹਨ। ਅਤੇ ਅਸੀਂ ਇਹ ਜਾਣਦੇ ਹਾਂ ਕਿ ਅਜਿਹੀ ਖਰਬਾਂ ਗੈਲੈਕਸੀਆਂ ਹਨ ਤੇ ਜ਼ਰੂਰ ਖਰਬਾਂ ਮਹਾਸ਼ਿਵ ਵੀ ਹਨ। ਮਹਾਸ਼ਿਵ ਦੇ ਵੀ ਰਚਨਾਕਾਰ ਪਰਮ ਮਹਾਸ਼ਿਵ ਹਨ। ਪਰਮ ਮਹਾਸ਼ਿਵ ਪਰਮ ਮਹਾਬ੍ਰਹਮੰਡ ਜਾਣੀ ਯੂਨੀਵਰਸ ਦੇ ਸਿਰਜਣਹਾਰ ਹਨ ਅਤੇ ਅੱਜ ਵਿਗਿਆਨ ਦੇ ਅਨੁਸਾਰ
ਅਜਿਹੇ ਤਕਰੀਬਨ 10 ਦੇ ਉੱਪਰ 500 ਯੂਨੀਵਰਸ ਹਨ ਤੇ ਜ਼ਰੂਰ ਇੰਨੇ ਹੀ ਪਰਮ ਮਹਾਸ਼ਿਵ ਵੀ ਹਨ। ਬੇਹੱਦ ਦਾ ਸੰਸਾਰ ਬੇਹੱਦ ਬੇਅੰਤ ਹੈ ਅਤੇ ਉਸ ਦੇ ਰਚਨਾਕਾਰ ਵੀ ਵੱਖਰੇ ਵੱਖਰੇ ਹਨ। ਸ਼ਿਵ, ਮਹਾਸ਼ਿਵ ਅਤੇ ਪਰਮ ਮਹਾਸ਼ਿਵ ਨੂੰ ਸਮਝਣ ਦੇ ਲਈ ਅਸੀਂ ਸਮੇਂ ਭਾਵ ਟਾਈਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਸੂਰਜ ਭਾਵ ਇੱਕ ਬ੍ਰਹਿਮੰਡ। ਇੱਕ ਬ੍ਰਹਿਮੰਡ ਦੇ ਰਚਨਾਕਾਰ ਸ਼ਿਵ ਹਨ ਤੇ ਸ਼ਿਵ ਦਾ ਸਮਾਂ ਇਸ ਬ੍ਰਹਿਮੰਡ ਦੇ ਨਾਲ ਜੁੜਿਆ ਹੋਇਆ ਹੈ ਤੇ ਬ੍ਰਹਿਮੰਡ ਦਾ ਸਮਾਂ ਸ਼ੁਰੂ ਹੁੰਦਿਆਂ ਹੀ ਸ਼ਿਵ ਦਾ ਸਮਾਂ ਵੀ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਸ਼ਾਸਤਰਾਂ ਤੇ ਵੀ ਦੱਸਿਆ ਗਿਆ ਹੈ ਕਿ ਸਾਡੇ ਬ੍ਰਹਿਮੰਡ ਦੀ ਉਮਰ ਬ੍ਰਹਮਾ ਦੇ 100 ਸਾਲ ਹਨ ਤੇ ਇਹ ਤੇ ਸ਼ਿਵ ਦੀ ਉਮਰ ਹੋ ਗਈ। ਬ੍ਰਹਮਾ ਦੇ 100 ਸਾਲ ਹੋਣ ਤੋਂ ਬਾਅਦ ਜਦੋਂ ਸ਼ਿਵ ਦੀ ਪਾਵਰ ਜਾਣੀ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਸ਼ਿਵ ਵੀ ਸੂਰਜ ਤੇ ਪ੍ਰਵੇਸ਼ ਕਰਕੇ ਕਾਲ ਅਗਨ ਦਾ ਮੀਂਹ ਵਰਸਾਉਂਦੇ ਹਨ ਅਤੇ ਪੂਰੇ ਬ੍ਰਹਿਮੰਡ ਨੂੰ ਆਪਣੇ ਅੰਦਰ ਸਮਾ ਲੈਂਦੇ ਹਨ ਤੇ ਇਸ ਤਰ੍ਹਾਂ ਸ਼ਿਵ ਬਲੈਕ ਹੋਲ ਬਣ ਜਾਂਦੇ ਹਨ। ਅੱਜ ਸਾਡੀ ਗੈਲੈਕਸੀ ਤੇ ਅਜਿਹੇ ਕਈ ਬਲੈਕ ਹੋਲ ਘੁੰਮ ਰਹੇ ਹਨ। ਬਲੈਕ ਹੋਲ ਦੇ ਅੰਦਰ ਵੀ ਸ਼ਿਵ ਹਨ। ਬਲੈਕ ਹੋਲ ਤੇ ਖਿੱਚਣ ਭਾਵ ਗ੍ਰੈਵਿਟੀ ਦੀ ਸ਼ਕਤੀ ਹੁੰਦੀ ਹੈ। ਗ੍ਰੈਵਿਟੀ ਦਾ ਭਾਵ ਉਸ ਵਿੱਚ ਸ਼ਿਵ ਦੀ ਆਤਮਾ ਰੂਪੀ ਜਾਗਰਤ ਜਾਣੀ ਚੇਤਨਯ ਸ਼ਕਤੀ ਹੈ। ਮਤਲਬ ਸ਼ਿਵ ਜਦੋਂ ਆਪਣੇ ਅੰਦਰੋਂ ਕਾਲ ਅਗਨ ਪੈਦਾ ਕਰ ਦਿੰਦੇ ਹਨ ਅਤੇ ਸੂਰਜ ਤੇ ਪ੍ਰਵੇਸ਼ ਕਰਦੇ ਹਨ, ਉਦੋਂ ਉਹ ਆਪਣੇ ਬ੍ਰਹਿਮੰਡ ਨੂੰ ਖਤਮ ਕਰ ਦਿੰਦੇ ਹਨ ਅਤੇ ਉਹੀ ਸ਼ਿਵ ਬਲੈਕ ਹੋਲ ਬਣ ਜਾਂਦੇ ਹਨ। ਸ਼ਾਸਤਰਾਂ ਤੇ ਲਿਖਿਆ ਹੈ ਕਿ ਹਰ ਘੜੀ ਬੇਅੰਤ ਬ੍ਰਹਿਮੰਡ ਬਣਦੇ ਅਤੇ ਖਤਮ ਹੁੰਦੇ ਹਨ। ਤੇ ਕਿਸ ਦੀ ਹਰ ਘੜੀ? ਇਸ ਦਾ ਭਾਵ ਇਹ ਹੈ ਕਿ ਮਹਾਸ਼ਿਵ ਦੀ ਹਰ ਇੱਕ ਘੜੀ ਤੇ ਬੇਅੰਤ ਬ੍ਰਹਿਮੰਡ ਬਣਦੇ ਅਤੇ ਖਤਮ ਹੁੰਦੇ ਹਨ। ਜੇਕਰ ਆਪਣੀ ਘੜੀ ਨੂੰ ਵੇਖੀਏ ਅਤੇ ਸ਼ਿਵ ਨੂੰ ਸੈਕਿੰਡ ਦੀ ਸੂਈ ਮੰਨੀਏ ਤੇ ਮਹਾਸ਼ਿਵ ਮਿੰਟ ਦੀ ਸੂਈ ਹਨ ਅਤੇ ਇਸ ਤਰ੍ਹਾਂ ਦੀ ਪਰਮ ਮਹਾਸ਼ਿਵ ਘੰਟੇ ਵਾਲੀ ਸੂਈ ਹਨ। ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੇਹੱਦ ਦੇ ਸੰਸਾਰ ਜਾਂ ਵਿਸ਼ਵ ਦੇ ਰਚਨਾਕਾਰ ਦੀ ਸੂਈ ਦੀ ਸਪੀਡ ਕੀ ਹੋਏਗੀ। ਬ੍ਰਹਮਾ ਦੇ 100 ਸਾਲ ਮਹਾਸ਼ਿਵ ਦੀ ਇੱਕ ਘੜੀ ਹੁੰਦੀ ਹੈ। ਜਦੋਂ ਸ਼ਿਵ ਦੀ ਪਾਵਰ ਜਾਂ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਸ਼ਿਵ ਆਪਣੇ ਬ੍ਰਹਿਮੰਡ ਦੀ ਸਮਾਪਤੀ ਕਰ ਦਿੰਦੇ ਹਨ। ਸ਼ਿਵ ਜੀਵ ਜਾਨੀ ਸਧਾਰਨ ਆਤਮਾ ਬਣ ਜਾਂਦੇ ਹਨ। ਸ਼ਿਵ ਵੀ ਪਰਮਾਤਮਾ ਤੋਂ ਆਤਮਾ ਬਣ ਜਾਂਦੇ ਹਨ। ਸ਼ਿਵ ਨਿਰਾਕਾਰੀ ਰੂਪ ਤੇ ਪਰਮ ਧਾਮ ਤੇ ਰਹਿੰਦੇ ਹਨ ਅਤੇ ਉਹ ਆਪਣੇ ਅਵਤਾਰਾਂ ਤੋਂ ਕੰਮ ਕਰਵਾਉਂਦੇ ਹਨ। ਸ਼ਿਵ ਨਿਰਾਕਾਰੀ ਰੂਪ ਤੇ ਸ਼ਿਵ ਸ਼ਕਤੀ ਤੋਂ ਕੰਮ ਕਰਵਾਉਂਦੇ ਹਨ ਜੋ ਸ਼ਿਵਪੁਰੀ ਤੇ ਰਹਿੰਦੇ ਹਨ ਅਤੇ ਸ਼ਿਵ ਸ਼ਕਤੀ ਸ਼ੰਕਰ ਪਾਰਵਤੀ ਤੋਂ ਕੰਮ ਕਰਵਾਉਂਦੇ ਹਨ। ਜਦੋਂ ਵੀ ਧਰਤੀ ਤੇ ਸ਼ੈਤਾਨੀ ਸ਼ਕਤੀਆਂ ਵੱਧ ਜਾਂਦੀਆਂ ਹਨ, ਉਦੋਂ ਸ਼ਿਵ ਸਰਬਨਾਸ਼ ਜਾਣੀ ਪਰਲੇ ਕਰਕੇ ਸਮਾਪਤੀ ਕਰਦੇ ਹਨ। 4 ਯੁੱਗ ਪੂਰੇ ਹੋਣ ਤੇ ਅੱਧਾ ਸਰਬਨਾਸ਼ ਜਾਂ ਅਰਧ ਪ੍ਰਲਯ ਹੁੰਦਾ ਹੈ। ਜਦੋਂ 71 ਵਾਰ ਅਰਧ ਪ੍ਰਲਯ ਹੁੰਦਾ ਹੈ, ਉਦੋਂ ਪ੍ਰਲਯ ਹੁੰਦਾ ਹੈ। ਜਦੋਂ ਧਰਮ ਦੀ ਹਾਨੀ ਹੁੰਦੀ ਹੈ ਤੇ ਪਾਪ ਅਤੇ ਅਤਿਆਚਾਰ ਦੀ ਅੱਤ ਹੋ ਜਾਂਦੀ ਹੈ, ਉਦੋਂ ਸ਼ਿਵ ਸ਼ੰਕਰ ਦੇ ਰਾਹੀਂ ਤਾਂਡਵ ਕਰਦੇ ਹਨ ਅਤੇ ਵਿਨਾਸ਼ ਕਰਾਉਂਦੇ ਹਨ। ਮਹਾਸ਼ਿਵ ਵੀ ਮਹਾਕਾਲ ਬਣ ਕੇ ਮਹਾਪਰਲਯ ਕਰਦੇ ਹਨ ਅਤੇ ਆਪਣੇ ਰੋਮ ਤੇ ਬੇਅੰਤ ਤਰ੍ਹਾਂ ਦੇ ਬ੍ਰਹਿਮੰਡ ਸਮਾ ਲੈਂਦੇ ਹਨ। ਭਾਵ ਸਿਰਜਣਾ ਅਤੇ ਸਮਾਪਤੀ ਹੁੰਦੀ ਰਹਿੰਦੀ ਹੈ। ਅੱਜ ਸਾਡੇ ਬ੍ਰਹਿਮੰਡ ਦੀ ਅਵਸਥਾ ਇਹ ਹੈ ਕਿ ਸ਼ਿਵ ਨੇ ਇਹ ਬ੍ਰਹਿਮੰਡ ਨੂੰ ਬ੍ਰਹਮਾ ਦੇ ਪਹਿਲੇ 50 ਸਾਲ ਤੇ ਬਣਾਇਆ ਸੀ। ਬ੍ਰਹਮਾ ਦਾ ਪਹਿਲਾ ਪਰਾਧ ਭਾਵ ਬ੍ਰਹਮਾ ਦੇ ਕੁੱਲ 100 ਸਾਲਾਂ ਵਿੱਚੋਂ ਪਹਿਲੇ 50 ਜਾਂ 50 years ਖਤਮ ਹੋ ਗਏ ਹਨ। ਜਦੋਂ ਸ਼ਿਵ ਤੇ ਸ਼ਕਤੀ ਜਾਣੀ ਪਾਵਰ ਖਤਮ ਹੋ ਜਾਂਦੀ ਹੈ, ਉਦੋਂ ਸਮਾਪਤੀ ਹੁੰਦੀ ਹੈ। ਉਸ ਤੋਂ ਬਾਅਦ ਸ਼ਿਵ
ਮਹਾਸ਼ਿਵ ਤੋਂ ਸ਼ਕਤੀ ਲੈ ਕੇ ਦੁਬਾਰਾ ਤੋਂ ਸਿਰਜਣਾ ਕਰਦੇ ਹਨ। ਜਦੋਂ ਸ਼ਿਵ ਸੰਸਾਰ ਦੀ ਰਚਨਾ ਕਰਦੇ ਹਨ ਉਦੋਂ ਉਹਨਾਂ ਤੇ ਵੀ ਮਨ, ਵਚਨ, ਕਰਮ ਤੋਂ ਕਰਮ ਬੰਨਣ ਜਾਣੀ ਕਰਮਾਂ ਦਾ ਹਿਸਾਬ ਕਿਤਾਬ ਆਉਂਦਾ ਹੈ। ਭਾਵ ਸ਼ਿਵ ਹੋਣ, ਮਹਾਸ਼ਿਵ ਜਾਂ ਪਰਮ ਮਹਾਸ਼ਿਵ ਹੋਣ, ਜਦੋਂ ਵਿਚਾਰਾਂ ਦੇ ਰਾਹੀਂ ਸੰਸਾਰ ਦੀ ਸਿਰਜਣਾ ਕਰਦੇ ਹਨ ਤੇ ਉਹਨਾਂ ਤੇ ਵੀ ਕਰਮ ਬੰਨਣ ਜਾਂ ਕਰਮਾਂ ਦਾ ਹਿਸਾਬ ਕਿਤਾਬ ਦਾ ਨਿਯਮ ਲਾਗੂ ਹੁੰਦਾ ਹੈ। ਨਿਰਾਕਾਰ ਰੂਪ ਸ਼ਿਵ ਵੀ ਕਰਮ ਬੰਨਣ ਦੇ ਨਿਯਮ ਤੋਂ ਆਉਂਦੇ ਹਨ। ਜਦੋਂ ਉਹ ਸਿਰਜਣਾ ਕਰਦੇ ਹਨ ਉਦੋਂ ਉਹਨਾਂ ਦੀ ਪਰਮ ਲਾਈਟ ਘੱਟ ਹੋ ਜਾਂਦੀ ਹੈ। ਨਿਰਾਕਾਰੀ ਸ਼ਿਵ ਦਾ ਕੰਮ ਬ੍ਰਹਮੰਡਾਂ ਨੂੰ ਨਿਯੰਤਰਿਤ ਜਾਣੀ ਕੰਟਰੋਲ ਕਰਨਾ ਹੈ। ਸ਼ਿਵ ਪੂਰੇ ਬ੍ਰਹਮੰਡ ਤੇ ਆਪਣੀ ਨਜ਼ਰ ਰੱਖਦੇ ਹਨ। ਸ਼ੰਕਰ ਇੱਕ ਸਾਕਾਰੀ ਜਾਣੀ 3 ਜਾਂ 3 ਤੱਤਾਂ ਦਾ ਅਵਤਾਰ ਹਨ। ਨਿਯਮ ਇਹ ਹੈ ਕਿ ਜੋ ਸਿਰਜਣਾ ਕਰਦਾ ਹੈ ਉਹ ਹੀ ਸਮਾਪਤੀ ਕਰ ਸਕਦਾ ਹੈ। ਸਮਾਪਤੀ ਦਾ ਭਾਵ ਮੁਕਤੀ ਹੈ। ਗਿਆਨ ਕਹਿੰਦਾ ਹੈ ਕਿ ਜਦੋਂ ਸ਼ਿਵ ਇਸ ਬ੍ਰਹਮੰਡ ਨੂੰ ਖਤਮ ਕਰਦੇ ਹਨ ਉਦੋਂ ਮੁਕਤੀ ਜਾਂ ਮੋਖ ਦੀ ਪ੍ਰਾਪਤੀ ਹੁੰਦੀ ਹੈ। ਬੇਹੱਦ ਦਾ ਗਿਆਨ ਪਰਮ ਪ੍ਰਕਾਸ਼ ਹੈ ਅਤੇ ਇਹੀ ਸੱਚ ਦਾ ਗਿਆਨ ਦਿੰਦਾ ਹੈ। ਅੱਜ ਮਨੁੱਖ ਸਮਝਦਾ ਹੈ ਕਿ ਧਰਮੀ ਹੋਣ ਨਾਲ ਜਾਂ ਧਾਰਮਿਕ ਕਰਮਾਂ ਦਾ ਵਿਖਾਵਾ ਕਰਨ ਨਾਲ ਹੀ ਮੋਖ ਦੀ ਪ੍ਰਾਪਤੀ ਹੁੰਦੀ ਹੈ, ਪਰ ਅਜਿਹਾ ਨਹੀਂ ਹੈ। ਸ਼ਿਵ ਹੀ ਪਰਮਾਤਮਾ ਹਨ। ਪਰਮਾਤਮਾ ਨੇ ਫਰਿਸ਼ਤੇ ਅਤੇ ਦੇਵਤੇ ਬਣਾਏ। ਫਰਿਸ਼ਤੇ ਪਰਮ ਤੱਤਾਂ ਦੇ ਸਨ ਅਤੇ ਦੇਵਤੇ 3 ਤੱਤਾਂ ਦੇ ਸਨ। ਮਨੁੱਖ ਜੀਵ ਆਤਮਾ ਬਣ ਗਏ ਹਨ। ਜਾਨਵਰਾਂ ਨੂੰ ਵੀ ਜੀਵ ਕਵਾਂਗੇ। ਜੋ ਮਨੁੱਖ ਆਤਮਾ ਆਪਣੇ ਪਰਮਾਤਮਾ ਦਾ ਗਿਆਨ ਰੱਖਦਾ ਹੈ ਉਸ ਨੂੰ ਹੀ ਮਨੁੱਖ ਕਵਾਂਗੇ। ਜੋ ਪਰਮਾਤਮਾ ਨੂੰ ਨਹੀਂ ਜਾਣਦਾ ਉਹ ਜੀਵ ਹੈ। ਮਨੁੱਖ ਨੂੰ ਸ਼ਿਵ ਦਾ ਧਿਆਨ ਕਰਨਾ ਚਾਹੀਦਾ ਕਿਉਂਕਿ ਸ਼ੰਕਰ ਵੀ ਸ਼ਿਵ ਨੂੰ ਯਾਦ ਕਰਦੇ ਹਨ, ਪਰ ਅੱਜ ਤੇ ਸ਼ਿਵ ਤੇ ਵੀ ਸ਼ਕਤੀ ਨਹੀਂ ਹੈ। ਇਸ ਲਈ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਆਲਮਾਈਟੀ ਅਥਾਰਟੀ ਨੂੰ ਯਾਦ ਕਰਨਾ ਚਾਹੀਦਾ। ਅੱਜ ਇਸ ਬ੍ਰਹਮੰਡ ਦੇ ਸ਼ਿਵ ਸ਼ਕਤੀ ਤੋਂ ਰਹਿਤ ਭਾਵ ਸ਼ਕਤੀਹੀਨ ਹੋ ਗਏ ਹਨ। ਆਪੇ ਹੀ ਪੁਜਾਰੀ ਬਣ ਗਏ ਹਨ। ਜੇਕਰ ਉੱਚੇ ਤੋਂ ਉੱਚੇ ਪਰਮ ਧਾਮ ਤੇ ਜਾਣਾ ਹੈ ਤੇ ਬੇਹੱਦ ਦੇ ਪਰਮ 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 ਮਹਾਸ਼ਿਵ ਨੂੰ ਯਾਦ ਕਰਨਾ ਚਾਹੀਦਾ। ਸ਼੍ਰੀਮਦ ਭਗਵਤ ਗੀਤਾ ਤੇ ਇੱਕ ਬਹੁਤ ਚੰਗੀ ਗੱਲ ਦੱਸੀ ਹੈ। ਹੇ ਅਰਜੁਨ, ਜੇਕਰ ਤੂੰ ਪਰਮ ਪਦ ਜਾਣੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਪਰਮ ਤੱਤਾਂ ਨੂੰ ਸੂਰਜ ਦੀ ਤਰ੍ਹਾਂ ਆਪਣੇ ਅੰਦਰ ਪ੍ਰਕਾਸ਼ਿਤ ਕਰ ਲੈ ਤੇ ਤੂੰ ਜੀਵਨ ਅਤੇ ਮਰਨ ਤੋਂ ਉੱਪਰ ਚਲਾ ਜਾਏਗਾ ਅਤੇ ਪਰਮ ਪਦ ਨੂੰ ਪ੍ਰਾਪਤ ਕਰੇਗਾ। ਕ੍ਰਿਸ਼ਨ ਆਲਮਾਈਟੀ ਦੇ ਅਵਤਾਰ ਸਨ। ਸ਼੍ਰੀ ਕ੍ਰਿਸ਼ਨ ਨੇ ਕਿਹਾ, ਤੂੰ ਮੈਨੂੰ ਯਾਦ ਕਰ, ਸਾਰੇ ਧਰਮ ਛੱਡ ਕੇ ਮੇਰੀ ਸ਼ਰਨ ਭਾਵ ਓਟ ਤੇ ਆ, ਮੈਨੂੰ ਜਾਣ ਤੇ ਮੈਂ ਤੈਨੂੰ ਉੱਚੇ ਤੋਂ ਉੱਚੇ ਪਰਮ ਧਾਮ ਲੈ ਜਾਵਾਂਗਾ। ਇਸ ਲਈ ਗੀਤਾ ਤੇ ਵੀ ਇਹ ਦੱਸਿਆ ਹੈ, ਮੈਂ ਜਪ ਤਪ ਧਿਆਨ ਯੋਗ ਤੋਂ ਨਹੀਂ ਮਿਲਦਾ, ਮੈਂ ਗਿਆਨ ਤੋਂ ਮਿਲਦਾ ਹਾਂ। ਅਧਿਆਇ 3 ਕਾਲ ਜਾਣੀ ਸਮੇਂ ਦਾ ਚੱਕਰ ਅਤੇ ਬ੍ਰਹਮਾ ਦਾ ਸਮਾਂ। ਕਲਯੁਗ ਦੀ ਉਮਰ 4,32,000 ਸਾਲ, ਦੁਆਪਰ ਯੁਗ ਦੀ ਉਮਰ 7,64,000 ਸਾਲ, ਤ੍ਰੇਤਾ ਯੁਗ ਦੀ ਉਮਰ 12,96,000 ਸਾਲ, ਸਤਯੁਗ ਦੀ ਉਮਰ 17,28,000 ਸਾਲ, ਇੱਕ ਚਤੁਰਯੁਗ ਜਾਣੀ 4 ਯੁਗਾਂ ਦਾ ਸਮਾਂ 43,20,000 ਸਾਲ। ਧਰਤੀ ਤੇ ਜਦੋਂ 4 ਯੁਗ ਬੀਤ ਜਾਂਦੇ ਹਨ ਜਾਣੀ ਕਿ ਜਦੋਂ 43,20,000 ਸਾਲ ਬੀਤ ਜਾਂਦੇ ਹਨ ਉਦੋਂ ਧਰਤੀ ਤੇ ਅਰਧ ਪਰਲੇ ਜਾਣੀ ਅੱਧਾ ਸਰਵਨਾਸ਼ ਹੁੰਦਾ ਹੈ। ਜਾਣੀ ਕਿ ਕੁਝ ਆਤਮਾਵਾਂ ਬਚ ਜਾਂਦੀਆਂ ਹਨ ਅਤੇ 71 ਵਾਰ ਅਜਿਹੇ 4 ਯੁਗ ਜਾਣੇ ਚਤੁਰਯੁਗ ਬੀਤ ਜਾਂਦੇ ਹਨ
ਤੇ ਉਸ ਨੂੰ ਇੱਕ ਮਨਵੰਤਰ ਕਹਿੰਦੇ ਹਨ। ਉਦੋਂ ਇੱਕ ਪ੍ਰਲਯ ਹੁੰਦਾ ਹੈ। ਅਜਿਹੇ ਜਦੋਂ 14 ਮਨਵੰਤਰ ਬੀਤ ਜਾਂਦੇ ਹਨ ਤੇ ਇੱਕ ਕਲਪ ਪ੍ਰਲਯ ਹੁੰਦਾ ਹੈ, ਭਾਵ 3 ਲੋਕ, ਭੂ ਲੋਕ, ਭੂਵਰ ਲੋਕ ਅਤੇ ਸਵਰਗ ਲੋਕ ਖਤਮ ਹੋ ਜਾਂਦੇ ਹਨ। ਦੇਵਤੇ ਜੋ ਕਿ ਸਵਰਗ ਲੋਕ ਤੇ ਰਹਿੰਦੇ ਹਨ, ਉਹਨਾਂ ਦੀ ਉਮਰ ਬ੍ਰਹਮਾ ਦੇ ਇੱਕ ਦਿਨ ਬਰਾਬਰ ਦੱਸੀ ਗਈ ਹੈ। 14 ਮਨਵੰਤਰ ਬਰਾਬਰ ਹਨ 1000 ਚਤੁਰਯੁਗ ਦੇ। ਬ੍ਰਹਮਾ ਦਾ ਇੱਕ ਦਿਨ ਬਰਾਬਰ ਹੈ 4 ਅਰਬ 32 ਕਰੋੜ ਸਾਲ। ਇੱਕ ਚਤੁਰਯੁਗ ਬਰਾਬਰ ਹੈ 1 ਅਰਧ ਪਰਲੇ। 71 ਚਤੁਰਯੁਗ ਬਰਾਬਰ ਹਨ 1 ਮਨਵੰਤਰ ਪਰਲੇ। 1000 ਚਤੁਰਯੁਗ ਬਰਾਬਰ ਹਨ 1 ਕਲਪ ਪਰਲੇ। 36000 ਕਲਪ ਬਰਾਬਰ ਹਨ 1 ਮਹਾਕਲਪ ਪ੍ਰਲਯ। ਬ੍ਰਹਮਾ ਦਾ ਸਮਾਂ, ਬ੍ਰਹਮਾ ਦਾ ਇੱਕ ਦਿਨ ਬਰਾਬਰ ਹੈ 1000 ਚਤੁਰਯੁਗ ਬਰਾਬਰ ਹਨ 4 ਅਰਬ 32 ਕਰੋੜ ਸਾਲ। ਬ੍ਰਹਮਾ ਦਾ ਦਿਨ ਅਤੇ ਰਾਤ ਬਰਾਬਰ ਹਨ 8 ਅਰਬ 64 ਕਰੋੜ ਸਾਲ। ਬ੍ਰਹਮਾ ਦਾ ਇੱਕ ਮਹੀਨਾ ਬਰਾਬਰ ਹੈ 2 ਖਰਬ 59 ਅਰਬ 20 ਕਰੋੜ ਸਾਲ। ਬ੍ਰਹਮਾ ਦਾ ਇੱਕ ਸਾਲ ਬਰਾਬਰ ਹੈ 31 ਖਰਬ 10 ਅਰਬ 40 ਕਰੋੜ ਸਾਲ। ਬ੍ਰਹਮਾ ਦੇ 50 ਸਾਲ ਯਾਨੀ ਇੱਕ ਪਰਾਧ ਜਾਂ ਪਹਿਲਾ ਪਰਾਧ ਬਰਾਬਰ ਹੈ 15 ਨੀਲ 55 ਖਰਬ 20 ਅਰਬ ਸਾਲ। ਬ੍ਰਹਮਾ ਦੇ 100 ਸਾਲ ਯਾਨੀ ਦੂਜਾ ਪਰਾਧ ਬਰਾਬਰ ਹੈ 31 ਨੀਲ 10 ਖਰਬ 40 ਕਰੋੜ ਸਾਲ। ਬ੍ਰਹਮੰਡ ਦੀ ਉਮਰ ਬਰਾਬਰ ਹੈ ਬ੍ਰਹਮਾ ਦੇ 100 ਸਾਲ। ਬ੍ਰਹਮਾ ਦੇ 100 ਸਾਲ ਪੂਰੇ ਹੋਣ ਤੇ ਜਦੋਂ ਸ਼ਿਵ ਦੀ ਪਾਵਰ ਜਾਣੀ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਸ਼ਿਵ ਵੀ ਸੂਰਜ ਤੇ ਪ੍ਰਵੇਸ਼ ਕਰਕੇ ਕਾਲ ਅਗਨ ਦਾ ਮੀਂਹ ਵਰਸਾਉਂਦੇ ਹਨ ਅਤੇ ਪੂਰੇ ਬ੍ਰਹਮੰਡ ਦੇ 14 ਲੋਕਾਂ ਨੂੰ ਆਪਣੇ ਰੋਮ ਰੋਮ ਤੇ ਸਮਾ ਲੈਂਦੇ ਹਨ, ਭਾਵ ਪੂਰਾ ਬ੍ਰਹਮੰਡ ਸ਼ਿਵ ਤੇ ਸਮਾ ਜਾਂਦਾ ਹੈ ਅਤੇ ਇਸ ਤਰ੍ਹਾਂ ਬਲੈਕ ਹੋਲ ਦੀ ਉਸਾਰੀ ਹੁੰਦੀ ਹੈ। ਸ਼ਿਵ ਦੇ ਕੋਲ ਦੁਬਾਰਾ ਬ੍ਰਹਮੰਡ ਦੀ ਸਿਰਜਣਾ ਕਰਨ ਦੀ ਸ਼ਕਤੀ ਨਾ ਹੋਣ ਦੇ ਕਾਰਨ ਉਹ ਹੁਣ ਸਿਰਜਣਾ ਨਹੀਂ ਕਰਦੇ ਅਤੇ ਇਸੇ ਤਰ੍ਹਾਂ ਮਹਾਬ੍ਰਹਮੰਡ ਜਾਣੀ ਗੈਲੈਕਸੀ ਤੇ ਘੁੰਮਦੇ ਰਹਿੰਦੇ ਹਨ। ਅਤੇ ਅੱਜ ਵਿਗਿਆਨ ਵੀ ਦੱਸ ਰਿਹਾ ਹੈ ਕਿ ਸਾਡੀ ਗੈਲੈਕਸੀ ਤੇ ਬਲੈਕ ਹੋਲ ਘੁੰਮਦੇ ਰਹਿੰਦੇ ਹਨ। ਹੁਣ ਮਹਾਸ਼ਿਵ ਦੂਸਰੇ ਸ਼ਿਵ ਨੂੰ ਬ੍ਰਹਮੰਡ ਦੀ ਸਿਰਜਣਾ ਕਰਨ ਲਈ ਭੇਜਦੇ ਹਨ। ਇਸ ਲਈ ਕਿਹਾ ਗਿਆ ਹੈ ਕਿ ਹਰ ਘੜੀ ਬੇਅੰਤ ਬ੍ਰਹਮੰਡ ਬਣਦੇ ਅਤੇ ਖਤਮ ਹੁੰਦੇ ਹਨ। ਤੇ ਕਿਸ ਦੀ ਹਰ ਘੜੀ ਤੇ? ਮਹਾਸ਼ਿਵ ਦੀ ਇੱਕ ਘੜੀ ਤੇ ਬੇਅੰਤ ਬ੍ਰਹਮੰਡ ਬਣਦੇ ਅਤੇ ਖਤਮ ਹੁੰਦੇ ਹਨ ਤੇ ਇਸ ਤਰ੍ਹਾਂ ਉਤਪਤੀ ਭਾਵ ਆਰੰਭਤਾ, ਪ੍ਰਲਯ ਭਾਵ ਸਰਬਨਾਸ਼, ਮਹਾਪਰਲਯ ਭਾਵ ਮਹਾਸਰਬਨਾਸ਼ ਦਾ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ। ਇਸ ਨੂੰ ਮਹਾਕਲਪ ਚੱਕਰ ਕਹਿੰਦੇ ਹਨ। ਵਰਤਮਾਨ ਸਮਾਂ ਅਤੇ ਹਿੰਦੂ ਸਮੇਂ ਦੀ ਗਿਣਤੀ। ਬ੍ਰਹਮਾ ਦਾ ਪਹਿਲਾ ਪਰਾਧ ਜਾਣੇ ਪਹਿਲੇ 50 ਸਾਲ ਪੂਰੇ ਹੋ ਚੁੱਕੇ ਹਨ। ਦੂਜਾ ਪਰਾਧ ਜਾਣੀ ਦੂਜੇ 50 ਸਾਲ ਚੱਲ ਰਹੇ ਹਨ। ਦੂਜੇ ਪਰਾਧ ਦਾ ਪਹਿਲਾ ਦਿਨ ਚੱਲ ਰਿਹਾ ਹੈ। ਪਹਿਲੇ ਦਿਨ ਦੇ 6 ਮਨਵੰਤਰ ਪੂਰੇ ਹੋ ਚੁੱਕੇ ਹਨ। 7ਵਾਂ ਮਨਵੰਤਰ ਚੱਲ ਰਿਹਾ ਹੈ। 7ਵੇਂ ਮਨਵੰਤਰ ਤੇ ਵੀ 27 ਚਤੁਰਯੁਗ ਬੀਤ ਚੁੱਕੇ ਹਨ। 28ਵਾਂ ਚਤੁਰਯੁਗ ਚੱਲ ਰਿਹਾ ਹੈ ਅਤੇ 28ਵੇਂ ਚਤੁਰਯੁਗ ਦਾ ਵੀ ਕਲਯੁਗ ਚੱਲ ਰਿਹਾ ਹੈ ਅਤੇ ਕਲਯੁਗ ਨੂੰ ਵੀ ਕਰੀਬ 5118 ਸਾਲ ਪੂਰੇ ਹੋ ਚੁੱਕੇ ਹਨ ਅਤੇ ਕਲਯੁਗ ਨੂੰ ਵੀ ਸ਼ਾਸਤਰਾਂ ਦੇ ਅਨੁਸਾਰ ਕਲਯੁਗ ਹਲੇ ਬੱਚਾ ਹੈ। ਕਲਯੁਗ ਨੂੰ ਵੀ ਪੂਰਾ ਹੋਣ ਤੇ ਤਕਰੀਬਨ 4,26,000 ਜਾਣੀ 882 ਸਾਲ ਬਾਕੀ ਹਨ। ਕਲਯੁਗ ਨੂੰ ਵੀ ਪੂਰਾ ਹੋਣ ਤੇ ਤਕਰੀਬਨ 4,26,882 ਸਾਲ ਬਾਕੀ ਹਨ ਤੇ ਜੇਕਰ ਇਸ ਕਲਪ ਅਤੇ ਬ੍ਰਹਮੰਡ ਨੂੰ ਪੂਰਾ ਹੋਣ ਤੇ ਖਰਬਾਂ ਸਾਲ ਬਾਕੀ ਹਨ ਤੇ ਹੁਣ ਕਿਹੜਾ ਸਮਾਂ ਚੱਲ ਰਿਹਾ ਹੈ?
ਕਿਉਂਕਿ ਹਿੰਦੂ ਸਮੇਂ ਦੀ ਗਿਣਤੀ ਦੇ ਹਿਸਾਬ ਨਾਲ ਕਲਕੀ ਅਵਤਾਰ ਹੋਣ ਤੇ ਅਜੇ ਲੱਖਾਂ ਸਾਲ ਬਾਕੀ ਹਨ। ਸਵਾਲ ਇਹ ਹੈ ਕਿ ਪਰਮਾਤਮਾ ਵੀ ਸਮੇਂ ਤੋਂ ਬਣਿਆ ਹੋਇਆ ਹੈ ਕਿ ਉਹ ਕਾਲ ਚੱਕਰ ਜਾਨੀ ਸਮੇਂ ਦੇ ਚੱਕਰ ਨੂੰ ਨਹੀਂ ਬਦਲ ਸਕਦੇ, ਕਿ ਪਰਮਾਤਮਾ ਕੁਝ ਨਹੀਂ ਕਰਨਗੇ ਅਤੇ ਸਮੇਂ ਦੇ ਪੂਰੇ ਹੋਣ ਦਾ ਇੰਤਜ਼ਾਰ ਕਰਨਗੇ, ਕਿ ਉਹ ਕਾਲ ਚੱਕਰ ਪੂਰਾ ਹੋਣ ਤੇ ਖਰਬਾਂ ਸਾਲ ਬਾਕੀ ਹਨ ਤੇ ਹੁਣ ਕਿਹੜਾ ਸਮਾਂ ਚੱਲ ਰਿਹਾ ਹੈ। ਕਿਉਂਕਿ ਹਿੰਦੂ ਸਮੇਂ ਦੀ ਗਿਣਤੀ ਦੇ ਹਿਸਾਬ ਨਾਲ ਕਲਕੀ ਅਵਤਾਰ ਹੋਣ ਤੇ ਅਜੇ ਲੱਖਾਂ ਸਾਲ ਬਾਕੀ ਹਨ। ਸਵਾਲ ਇਹ ਹੈ ਕਿ ਪਰਮਾਤਮਾ ਵੀ ਸਮੇਂ ਤੋਂ ਬਣਿਆ ਹੋਇਆ ਹੈ ਕਿ ਉਹ ਕਾਲ ਚੱਕਰ ਜਾਣੀ ਸਮੇਂ ਦੇ ਚੱਕਰਾਂ ਨੂੰ ਨਹੀਂ ਬਦਲ ਸਕਦੇ, ਕਿ ਪਰਮਾਤਮਾ ਕੁਝ ਨਹੀਂ ਕਰਨਗੇ ਅਤੇ ਸਮੇਂ ਦੇ ਪੂਰੇ ਹੋਣ ਦਾ ਇੰਤਜ਼ਾਰ ਕਰਨਗੇ, ਕਿ ਉਹ ਕਾਲ ਚੱਕਰ ਪੂਰਾ ਹੋਣ ਤੋਂ ਪਹਿਲਾਂ ਇਸ ਡਿੱਗਦੀ ਹੋਈ ਸ੍ਰਿਸ਼ਟੀ ਦਾ ਬਦਲਾਵ ਨਹੀਂ ਕਰ ਸਕਦੇ। ਇਹ ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਸਿਰਫ ਅਤੇ ਸਿਰਫ ਪਰਮ ਪਿਤਾ ਹੀ ਦੇ ਸਕਦੇ ਹਨ। ਅਧਿਆਇ 4। ਬੇਹੱਦ ਦਾ ਸੰਸਾਰ ਜਾਂ ਵਿਸ਼ਵ ਕਿੰਨਾ ਵੱਡਾ ਹੈ। ਦੁਨੀਆ ਕਿੰਨੀ ਵੱਡੀ ਹੈ। ਸਵਾਲ ਬਹੁਤ ਛੋਟਾ ਹੈ, ਪਰ ਕੀ ਜਵਾਬ ਵੀ ਉਨਾ ਹੀ ਛੋਟਾ ਹੈ। ਅੱਜ ਅਸੀਂ ਸਾਰੇ ਧਰਮ, ਜਾਤ, ਮਜ਼ਹਬ ਅਤੇ ਅਨੇਕੇ ਬੰਨਣਾ ਤੇ ਫਸੇ ਹੋਏ ਹਾਂ। ਇਹਨਾਂ ਸਾਰੀਆਂ ਮੋਹ ਮਾਇਆ ਦੇ ਜਾਲ ਅਤੇ ਦੇਹ ਦੇ ਸੰਬੰਧੀਆਂ ਤੋਂ ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ? ਕਿ ਅਜਿਹੀ ਵੀ ਕੋਈ ਦੁਨੀਆ ਹੋਏਗੀ ਜਿੱਥੇ ਇਹ ਸਾਰੇ ਬੰਧਨ ਸਮਾਪਤ ਹੋ ਜਾਣ ਅਤੇ ਆਤਮਾ ਆਪਣੇ ਮੂਲ ਭਾਵ ਨਿਰਾਕਾਰ ਪ੍ਰਕਾਸ਼ ਦੇ ਸਰੂਪ ਤੇ ਸਥਿਤ ਜਾਂ ਟਿਕ ਜਾਵੇ? ਕਿ ਅਜਿਹਾ ਹੋ ਸਕਦਾ ਹੈ? ਬੇਹੱਦ ਦਾ ਸੰਸਾਰ ਕਿੰਨਾ ਵੱਡਾ ਹੈ। ਸ਼ਾਸਤਰਾਂ ਦੇ ਅਨੁਸਾਰ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ। ਇੱਕ ਬ੍ਰਹਮੰਡ ਜਾਣੀ ਕਿ ਇੱਕ ਹੀ ਸੂਰਜ। ਇੱਕ ਸੂਰਜ ਦੀ ਗ੍ਰੈਵਿਟੀ ਜਿੱਥੋਂ ਤੱਕ ਜਾਂਦੀ ਹੈ ਉੱਥੋਂ ਤੱਕ ਬ੍ਰਹਮਾਪੁਰੀ ਹੈ, ਭਾਵ ਕਿ ਇੱਕ ਬ੍ਰਹਮੰਡ ਹੈ। ਵਿਗਿਆਨ ਦੇ ਅਨੁਸਾਰ 150 ਅਰਬ ਪ੍ਰਕਾਸ਼ ਵਰਸ਼ ਤੱਕ ਦਾ ਯੂਨੀਵਰਸ ਜਾਣੀ ਪਰਮ ਮਹਾਬ੍ਰਹਮੰਡ ਵਿਜ਼ੀਬਲ ਜਾਂ ਵਿਖਾਈ ਦੇਣ ਵਾਲਾ ਹੈ। 150 ਪ੍ਰਕਾਸ਼ ਵਰੇ ਤੇ ਕਈ ਖਰਬਾਂ ਯੂਨੀਵਰਸ ਹਨ ਅਤੇ ਇੱਕ ਯੂਨੀਵਰਸ ਤੇ ਕਈ ਅਰਬਾਂ ਗੈਲੈਕਸੀਆਂ ਜਾਣੀ ਮਹਾਬ੍ਰਹਮੰਡ ਹਨ ਅਤੇ ਇੱਕ ਗੈਲੈਕਸੀ ਤੇ ਅਜਿਹੇ ਕਈ ਅਰਬਾਂ ਸੂਰਜ ਮੰਡਲ ਜਾਣੀ ਇੱਕ ਸੋਲਰ ਸਿਸਟਮ ਹਨ। ਜਿਸ ਤਰ੍ਹਾਂ ਕਿ ਸਾਡੀ ਆਕਾਸ਼ ਗੰਗਾ ਗੈਲੈਕਸੀ ਤੇ ਤਕਰੀਬਨ 800 ਅਰਬ ਸੂਰਜ ਮੰਡਲ ਹਨ। ਸਾਡੀ ਗੁਆਂਢੀ ਗੈਲੈਕਸੀ ਐਂਡਰੋਮੇਡਾ ਤੇ ਤਕਰੀਬਨ 1000 ਅਰਬ ਸੂਰਜ ਮੰਡਲ ਹਨ। ਅਰਬਾਂ ਸੂਰਜ ਮੰਡਲਾਂ ਨੂੰ ਮਿਲਾ ਕੇ ਇੱਕ ਗੈਲੈਕਸੀ ਬਣਦੀ ਹੈ ਅਤੇ ਇਸ ਦੇ ਮੱਧ ਤੇ ਜੋ ਮਹਾ ਸੂਰਜ ਹੁੰਦਾ ਹੈ ਉਸ ਦੀ ਪਾਵਰ ਤੋਂ 800 ਅਰਬ ਸੂਰਜ ਮੰਡਲ ਚੱਕਰ ਲਗਾ ਰਹੇ ਹਨ। ਜਿਸ ਤਰ੍ਹਾਂ ਸਾਡੇ ਸੂਰਜ ਦੀ ਗ੍ਰੈਵਿਟੀ ਤੋਂ ਸਾਰੇ ਗ੍ਰਹਿ ਘੁੰਮ ਰਹੇ ਹਨ ਤੇ ਅੰਦਾਜ਼ਾ ਲਗਾਓ ਕਿ ਮਹਾ ਸੂਰਜ ਤੇ ਕਿੰਨੀ ਪਾਵਰ ਹੋਏਗੀ। ਜਿਸ ਦੀ ਗ੍ਰੈਵਿਟੀ ਤੋਂ ਅਰਬਾਂ ਸੂਰਜ ਮੰਡਲ ਚੱਲ ਰਹੇ ਹਨ। ਇੱਕ ਗੈਲੈਕਸੀ ਦੀ ਗ੍ਰੈਵਿਟੀ ਤਕਰੀਬਨ 1 ਲੱਖ ਪ੍ਰਕਾਸ਼ ਵਰੇ ਤੱਕ ਜਾਂਦੀ ਹੈ। ਅਜਿਹੇ 800 ਅਰਬ ਸੂਰਜ ਮੰਡਲ ਸਾਡੀ ਗੈਲੈਕਸੀ ਤੇ ਹਨ। ਇਸ ਤਰ੍ਹਾਂ ਦੀ ਅਰਬਾਂ ਗੈਲੈਕਸੀਆਂ ਮਿਲ ਕੇ ਇੱਕ ਯੂਨੀਵਰਸ ਬਣਾਉਂਦੀਆਂ ਹਨ ਅਤੇ ਅਜਿਹੇ ਖਰਬਾਂ ਯੂਨੀਵਰਸ 150 ਅਰਬ ਪ੍ਰਕਾਸ਼ ਵਰਸ਼ ਤੇ ਮੌਜੂਦ ਹਨ, ਜਿਸ ਨੂੰ ਵਿਜ਼ੀਬਲ ਯੂਨੀਵਰਸ ਕਿਹਾ ਗਿਆ ਹੈ। ਤੇ ਉਸ ਤੋਂ ਪਰੇ ਕੀ ਹੈ, ਇਹ ਵਿਗਿਆਨ ਵੀ ਨਹੀਂ ਦੱਸ ਸਕਿਆ ਹੈ। ਅੱਜ ਵਿਗਿਆਨ ਵੀ ਮਲਟੀਵਰਸ ਦੀ ਗੱਲ ਕਰ ਰਿਹਾ ਹੈ। ਸਾਡੀ ਧਰਤੀ ਤੇ ਕੁਝ ਵੀ ਨਹੀਂ ਹੈ। ਇਸ ਪੂਰੇ ਵਿਸ਼ਵ ਤੇ ਧਰਤੀ ਸੂਈ ਦੀ ਨੋਕ ਦੇ ਬਰਾਬਰ ਵੀ ਨਹੀਂ ਹੈ। ਸਾਡਾ ਜੋ ਸੂਰਜ ਹੈ ਉਸ ਤੇ ਵੀ ਕਈ ਖਰਬਾਂ ਗੁਣਾ ਵੱਡੇ ਸੂਰਜ ਹਨ। 150 ਅਰਬ ਪ੍ਰਕਾਸ਼ ਵਰਸ਼ ਦਾ ਵਿਜ਼ੀਬਲ ਜਾਂ ਵਿਖਾਈ ਦੇਣ ਵਾਲਾ ਯੂਨੀਵਰਸ ਵੀ ਸਿਰਫ ਜਾਂ ਜ਼ੀਰੋ ਕਲਾ ਜਾਣੀ ਪਾਵਰ ਦਾ ਹੈ। 150 ਅਰਬ ਤੱਕ ਜ਼ੀਰੋ ਕਲਾ ਦਾ ਬ੍ਰਹਮੰਡ ਹੈ। ਇਸ ਦੇ ਉੱਪਰ ਇੱਕ ਕਲਾ ਨੂੰ ਜਾਣਨ ਦੇ ਲਈ ਸਾਨੂੰ ਕਲਾ ਅਤੇ ਕਾਲ, ਸਮੇਂ ਜਾਂ ਚੱਕਰ ਨੂੰ ਸਮਝਣਾ ਪਏਗਾ। ਵਿਗਿਆਨ ਵੀ ਲੱਭ ਰਿਹਾ ਹੈ ਕਿ ਸਪੇਸ ਜਾਂ ਸਥਾਨ, ਟਾਈਮ ਜਾਂ ਸਮਾਂ ਅਤੇ ਸਪੀਡ ਜਾਣੀ ਗਤੀ ਦਾ ਕੀ ਮੇਲ ਹੈ।
ਆਤਮਾ ਤੇ ਜਿੰਨੀ ਪਾਵਰ ਹੁੰਦੀ ਹੈ ਉਨੀ ਹੀ ਸੰਕਲਪਾਂ ਜਾਣੀ ਵਿਚਾਰਾਂ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਅਤੇ ਸੰਕਲਪ ਸ਼ਕਤੀ ਤੋਂ ਆਤਮਾ ਜੋ ਚਾਹੁੰਦੀ ਹੈ ਉਹ ਕਰ ਸਕਦੀ ਹੈ। ਪਰ ਅੱਜ ਆਤਮਾ ਦੀ ਪਾਵਰ ਨਾ ਦੇ ਬਰਾਬਰ ਹੋ ਗਈ ਹੈ ਤੇ ਸਮਝਣ ਦੀ ਸ਼ਕਤੀ ਵੀ ਖਤਮ ਹੋ ਚੁੱਕੀ ਹੈ। ਇਸ ਲਈ ਇਹਨਾਂ 5 ਤੱਤਾਂ ਜਾਣੀ ਸਥੂਲ ਤੱਤਾਂ ਤੇ ਵੀ ਬੁੱਧ ਅਟਕੀ ਹੋਈ ਹੈ। ਪਰਮ ਗਿਆਨ ਨੂੰ ਸਮਝ ਕੇ ਆਤਮਾ ਸਾਰੇ ਰਾਜ਼ ਜਾਣ ਸਕਦੀ ਹੈ। ਆਤਮਾਵਾਂ ਨੂੰ ਪਰਮਾਤਮਾ ਨੇ ਰਚਿਆ ਅਤੇ ਪਰਮਾਤਮਾਵਾਂ ਨੂੰ ਪਰਮ ਪਿਤਾ ਨੇ ਰਚਿਆ। ਪੂਰੇ ਬੇਹੱਦ ਦੇ ਸੰਸਾਰ ਤੇ ਪਰਮ ਪਿਤਾ ਇੱਕ ਹੈ। ਪਰਮ ਆਤਮਾਵਾਂ ਅਨੇਕ ਹਨ। ਆਲਮਾਈਟੀ ਅਥਾਰਟੀ ਨੇ ਪਰਮ ਪਿਤਾ ਨੂੰ ਰਚਿਆ ਅਤੇ ਪਰਮ ਪਿਤਾ ਨੇ ਪਰਮਾਤਮਾਵਾਂ ਨੂੰ ਰਚਿਆ। ਪਰਮਾਤਮਾਵਾਂ ਨੇ ਦੇਵਤਿਆਂ ਨੂੰ ਰਚਿਆ ਅਤੇ ਦੇਵਤਿਆਂ ਨੇ ਮਨੁੱਖ ਆਤਮਾਵਾਂ ਨੂੰ ਰਚਿਆ ਅਤੇ ਮਨੁੱਖ ਆਤਮਾਵਾਂ ਵੀ ਨੀਚੇ ਡਿੱਗਦੇ 84 ਲੱਖ ਜੋਨਾਂ ਤੇ ਚਲੀਆਂ ਗਈਆਂ। ਬੇਹੱਦ ਦਾ ਵਿਸ਼ਵ ਜਾਂ ਸੰਸਾਰ ਜਾਣਨ ਲਈ ਮੈਂ ਕੌਣ ਹਾਂ ਇਹ ਜਾਣਨਾ ਪਏਗਾ। ਮੈਂ ਇੱਕ ਆਤਮਾ ਹਾਂ ਅਤੇ ਸਰੀਰ ਤੇ ਆਤਮਾ ਦੇ ਕਰਮ ਕਰਨ ਦਾ ਇੱਕ ਸਿਰਫ ਸਾਧਨ ਹੈ। ਇਹਨਾਂ 5 ਤੱਤਾਂ ਦਾ ਸਰੀਰ ਜੋ ਕੁਝ ਵੀ ਨਹੀਂ ਹੈ, ਧਰਤੀ ਤੇ 200 ਕਿਲੋਮੀਟਰ ਉੱਪਰ ਜਿੱਥੇ ਧਰਤੀ ਦੀ ਗ੍ਰੈਵਿਟੀ ਖਤਮ ਹੋ ਜਾਂਦੀ ਹੈ ਉੱਥੇ ਆਕਾਸ਼ ਤੱਤ ਹੈ। ਉਸ ਤਰ੍ਹਾਂ ਹੀ ਸਾਡੇ ਸਥੂਲ ਸਰੀਰ ਦੇ ਅੰਦਰ ਭਾਵ 5 ਤੱਤਾਂ ਦੇ ਸਰੀਰ ਦੇ ਅੰਦਰ ਵਾਯੂ ਜਾਣੀ ਹਵਾ ਦਾ ਸਰੀਰ ਹੈ ਅਤੇ ਵਾਯੂ ਦੇ ਸਰੀਰ ਦੇ ਅੰਦਰ ਵੀ ਆਕਾਸ਼ ਤੱਤ ਦਾ ਸਰੀਰ ਹੈ। ਆਕਾਸ਼ ਤੱਤਾਂ ਦੇ ਸਰੀਰ ਦੇ ਅੰਦਰ ਵੀ ਮਹਤੱਤ ਦਾ ਸਰੀਰ ਹੁੰਦਾ ਹੈ ਅਤੇ ਉਸ ਮਹਤੱਤ ਦੇ ਅੰਦਰ ਵੀ ਅੰਸ਼ ਮਾਤਰ ਪਰਮ ਤੱਤ ਦਾ ਸਰੀਰ ਹੁੰਦਾ ਹੈ ਅਤੇ ਇਸ ਦੇ ਅੰਦਰ ਆਤਮਾ ਦੀ ਕੰਟਰੋਲਿੰਗ ਪਾਵਰ ਹੈ ਜਿਸ ਨੂੰ ਜਾਗਰਤ ਕਰਕੇ ਅਸੀਂ ਆਪਣੇ ਸੂਖਮ ਕਾਰਨ ਅਤੇ ਮਹਾਕਾਰਨ ਸਰੀਰ ਨੂੰ ਆਤਮਾ ਦੀ ਸ਼ਕਤੀ ਤੋਂ ਭਰ ਜਾਂ ਚਾਰਜ ਕਰ ਸਕਦੇ ਹਾਂ ਅਤੇ ਦੇਵ ਭਾਵ ਬ੍ਰਹਮ ਦ੍ਰਿਸ਼ਟੀ ਦੇ ਰਾਹੀਂ ਅਸੀਂ ਵੀ ਦੇਵਲੋਕ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਅਰਬਾਂ ਖਰਬਾਂ ਸੂਰਜਾਂ ਅਤੇ ਬੇਹੱਦ ਦੇ ਸੰਸਾਰ ਨੂੰ ਵੇਖ ਸਕਦੇ ਹਾਂ। ਬੇਹੱਦ ਦਾ ਸੰਸਾਰ ਕਿਉਂ ਅਤੇ ਕਿਸ ਤਰ੍ਹਾਂ ਬਣਿਆ? ਨਿਰਾਕਾਰੀ ਦੁਨੀਆ ਕਿਸ ਤਰ੍ਹਾਂ ਬਣੀ? ਨਿਰਾਕਾਰੀ ਤੋਂ ਆਕਾਰੀ ਅਤੇ ਫਿਰ ਸਾਕਾਰੀ ਦੁਨੀਆ ਕਿਸ ਤਰ੍ਹਾਂ ਬਣੀ? ਬੇਹੱਦ ਦੇ ਸੰਸਾਰ ਦਾ ਸਿਰਜਣਹਾਰ ਕੌਣ ਹੈ? ਲੌਕਿਕ ਜਾਣੀ 5 ਤੱਤਾਂ ਦੀ, ਅਲੌਕਿਕ ਜਾਣੀ 3 ਤੱਤਾਂ ਦੀ, ਪਾਰਲੌਕਿਕ ਜਾਣੀ ਪਰਮ ਤੱਤਾਂ ਦੀ ਦੁਨੀਆ ਕਿਸ ਤਰ੍ਹਾਂ ਦੀ ਹੁੰਦੀ ਹੈ? ਸਿਰਫ ਸਾਡੇ ਬ੍ਰਹਮੰਡ ਦੀ ਗੱਲ ਨਹੀਂ ਹੈ। ਅਜਿਹੇ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ ਜੋ ਮਿਲ ਕੇ ਮਹਾਬ੍ਰਹਮੰਡ ਜਾਂ ਗੈਲੈਕਸੀ ਬਣਾਉਂਦੇ ਹਨ ਅਤੇ ਅਜਿਹੀ ਅਰਬਾਂ ਗੈਲੈਕਸੀਆਂ ਮਿਲ ਕੇ ਪਰਮ ਮਹਾਬ੍ਰਹਮੰਡ ਜਾਂ ਯੂਨੀਵਰਸ ਬਣਾਉਂਦੀਆਂ ਹਨ ਅਤੇ ਅਜਿਹੇ 10 ਦੇ ਉੱਪਰ 500 ਯੂਨੀਵਰਸ ਹਨ ਜਿੰਨੇ ਕਿ ਸਮੁੰਦਰ ਦੇ ਕਿਨਾਰੇ ਤੇ ਰੇਤ ਦੇ ਦਾਣੇ ਹਨ। 19 ਯੂਨੀਵਰਸ ਵੀ ਹਨ। ਬੇਹੱਦ ਦੇ ਸੰਸਾਰ ਨੂੰ ਸਮਝਣ ਦੇ ਲਈ ਬੁੱਧ ਵੀ ਬੇਹੱਦ ਦੀ ਚਾਹੀਦੀ ਅਤੇ ਬੇਹੱਦ ਦੀ ਬੁੱਧ ਉਦੋਂ ਆਉਂਦੀ ਹੈ ਜਦੋਂ ਆਤਮਾ ਸਤੋ ਪ੍ਰਧਾਨ ਜਾਣੀ ਸੱਚੇ ਅਤੇ ਪਵਿੱਤਰ ਵਿਚਾਰਾਂ ਵਾਲੀ ਹੋਵੇ। ਅੱਜ ਵਾਯੂਮੰਡਲ ਨਕਾਰਾਤਮਕ ਜਾਣੀ ਨੈਗੇਟਿਵ ਸੋਚਾਂ ਵਾਲਾ ਹੋਣ ਕਰਕੇ ਆਤਮਾ ਤਮੋ ਪ੍ਰਧਾਨ ਜਾਣੀ ਮਾੜੀਆਂ ਸੋਚਾਂ ਅਤੇ ਵਿਚਾਰਾਂ ਵਾਲੀ ਬਣ ਗਈ ਹੈ। ਨਾ ਚਾਹੁੰਦੇ ਹੋਏ ਵੀ ਸਵਾਸ ਦੇ ਰਾਹੀਂ ਨੈਗੇਟਿਵ ਵਾਯੂ ਲੈ ਰਹੀ ਹੈ ਜਿਸ ਤੋਂ ਸਾਡਾ ਵਾਯੂ ਦਾ ਸਰੀਰ ਨੈਗੇਟਿਵ ਹੋ ਗਿਆ ਹੈ ਅਤੇ ਇਹ ਸਾਡੇ ਵਿਚਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਤਮਾ ਦੀ ਸ਼ਕਤੀ ਨੂੰ ਜਾਗਰਤ ਕਰਨ ਦੇ ਲਈ ਸਾਨੂੰ ਸਾਡੇ ਮਨ ਨੂੰ ਬਦਲਣਾ ਪਏਗਾ ਅਤੇ ਉਸ ਤੋਂ ਸਾਡਾ ਵਾਯੂਮੰਡਲ ਵੀ ਬਦਲ ਜਾਏਗਾ। ਅਧਿਆਇ 5 ਬੇਹੱਦ ਦਾ ਬਾਪ ਜਾਣੀ ਪਿਤਾ ਕੌਣ? ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਜਾਣੀ ਆਲਮਾਈਟੀ ਅਥਾਰਟੀ ਕੌਣ ਹੈ? ਆਲਮਾਈਟੀ ਦਾ ਅਲਟੀਮੇਟ ਜਾਂ ਅੰਤਮ ਪਾਰ ਬ੍ਰਹਮ ਪਰਮੇਸ਼ਰ ਕੌਣ ਹੈ ਜਿਸ ਨੂੰ ਮੁਹੰਮਦ ਨੇ ਨੂਰ ਕਿਹਾ?
ਜੀਸਸ ਨੇ ਲਾਈਟ ਜਾਂ ਪ੍ਰਕਾਸ਼ ਕਿਹਾ ਹੈ। ਆਖਰ ਉਹ ਕੌਣ ਹਨ ਜਿਨ੍ਹਾਂ ਨੇ ਇੰਨੀ ਵੱਡੀ ਦੁਨੀਆ ਬਣਾਈ, ਇੰਨੇ ਯੂਨੀਵਰਸਸ, ਅਰਬਾਂ ਖਰਬਾਂ ਗੈਲੈਕਸੀਆਂ, ਅਰਬਾਂ ਖਰਬਾਂ ਸੋਲਰ ਸਿਸਟਮ ਜਾਣੀ ਬ੍ਰਹਿਮੰਡ ਬਣਾਏ। ਉਹਨਾਂ ਵਿੱਚ ਕਿੰਨੀ ਸ਼ਕਤੀ ਹੈ ਜੋ ਇਸ ਬੇਹੱਦ ਦੇ ਸੰਸਾਰ ਨੂੰ ਚਲਾਉਂਦੇ ਹਨ। ਕਈ ਅਰਬਾਂ ਖਰਬਾਂ ਸੂਰਜ ਮੰਡਲਾਂ ਜਾਣੀ ਤਾਰਿਆਂ ਨੂੰ ਚਲਾਉਂਦੇ ਹਨ। ਕਿੰਨੀ ਪਾਵਰ ਉਹਨਾਂ 'ਚ ਹੋਏਗੀ ਅਤੇ ਇੰਨੇ ਵੱਡੇ ਵਿਸ਼ਵ ਨੂੰ ਕਿਸ ਤਰ੍ਹਾਂ ਚਲਾਉਂਦੇ ਹਨ, ਕਿਉਂਕਿ ਕੋਈ ਨਾ ਕੋਈ ਤੇ ਚਾਹੀਦਾ ਇਹਨਾਂ ਨੂੰ ਚਲਾਉਣ ਵਾਲਾ। ਜੇਕਰ ਅਸੀਂ ਮਨੁੱਖ ਸਰੀਰ ਦੀ ਗੱਲ ਕਰੀਏ ਤੇ ਉਹ ਵੀ ਆਤਮਾ ਤੋਂ ਬਿਨਾਂ ਨਹੀਂ ਚੱਲ ਸਕਦਾ ਹੈ। ਤੇ ਇਹ ਅਰਬਾਂ ਖਰਬਾਂ ਯੂਨੀਵਰਸਿਸ ਕਿਸ ਤਰ੍ਹਾਂ ਚੱਲ ਰਹੇ ਹਨ, ਸੋਚਣ ਵਾਲੀ ਗੱਲ ਹੈ। ਧਰਤੀ ਤੇ ਪੂਰੇ ਵਿਸ਼ਵ ਤੇ ਸੂਈ ਦੀ ਨੋਕ ਦੇ ਬਰਾਬਰ ਵੀ ਨਹੀਂ ਹੈ। ਸਾਡਾ ਸੋਲਰ ਸਿਸਟਮ ਜਾਣੀ ਬ੍ਰਹਿਮੰਡ ਵੀ ਰਾਈ ਦਾ ਦਾਣਾ ਹੀ ਹੈ। ਕਈ ਅਰਬਾਂ ਖਰਬਾਂ ਗੈਲੈਕਸੀਆਂ ਜਾਣੀ ਮਹਾਬ੍ਰਹਮੰਡਾਂ, ਕਈ ਅਰਬਾਂ ਖਰਬਾਂ ਯੂਨੀਵਰਸਿਸ ਜਾਣੀ ਪਰਮ ਮਹਾਬ੍ਰਹਮੰਡਾਂ ਵੀ ਬੇਹੱਦ ਦੇ ਵਿਸ਼ਵ ਤੇ ਨਾ ਦੇ ਬਰਾਬਰ ਹਨ। ਤੇ ਉਸ ਪਰਮ ਸ਼ਕਤੀ ਦੇ ਕੋਲ ਕਿੰਨੀ ਪਾਵਰ ਹੋਏਗੀ ਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਸਾਡੇ ਸ਼ਾਸਤਰਾਂ ਤੇ ਦੱਸਿਆ ਗਿਆ ਹੈ ਅਰਬਾਂ ਸੂਰਜਾਂ ਦੀ ਸ਼ਕਤੀ ਵੀ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਇੱਕ ਅੰਸ਼ ਮਾਤਰ ਸ਼ਕਤੀ ਹੈ ਅਤੇ ਉਸ ਅੰਸ਼ ਮਾਤਰ ਸ਼ਕਤੀ ਤੋਂ ਉਹ ਬੇਹੱਦ ਦੇ ਸੰਸਾਰ ਦੀ ਸਿਰਜਣਾ ਕਰਦੇ ਹਨ, ਚਲਾਉਂਦੇ ਹਨ ਅਤੇ ਉਸ ਦੀ ਸਮਾਪਤੀ ਵੀ ਕਰਦੇ ਹਨ। ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੇਹੱਦ ਦਾ ਬਾਪ ਕੌਣ ਹੈ। ਬਾਪ ਅਤੇ ਬੇਹੱਦ ਦੋਨੋਂ ਸ਼ਬਦਾਂ ਨੂੰ ਵੱਖ-ਵੱਖ ਕਰਕੇ ਸਮਝਦੇ ਹਾਂ। ਬਾਪ ਤੇ ਸਥੂਲ ਸਰੀਰ ਦਾ ਵੀ ਹੁੰਦਾ ਹੈ, 5 ਤੱਤਾਂ ਦੇ ਮਨੁੱਖ ਦਾ ਵੀ ਬਾਪ ਹੁੰਦਾ ਹੈ, 3 ਤੱਤਾਂ ਵਾਲੇ ਦੇਵਤਿਆਂ ਦਾ ਵੀ ਬਾਪ ਹੁੰਦਾ ਹੈ। ਇਸ ਬ੍ਰਹਮੰਡ ਦਾ ਬਾਪ ਪਰਮਾਤਮਾ ਸ਼ਿਵ ਹੈ। ਗੈਲੈਕਸੀ ਦਾ ਬਾਪ ਮਹਾਸ਼ਿਵ ਹੈ। ਬਾਪ ਦਾ ਭਾਵ ਸਿਰਜਣਹਾਰ ਹੈ। ਪਰ ਅਸੀਂ ਇੱਥੇ ਗੱਲ ਕਰ ਰਹੇ ਹਾਂ ਬੇਹੱਦ ਦੀ। ਬੇਹੱਦ ਦਾ ਮਤਲਬ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ ਹੈ, ਜਿਸ ਦਾ ਅਸੀਂ ਸੁਪਨਾ ਵੀ ਨਹੀਂ ਕਰ ਸਕਦੇ, ਸਾਡੀ ਸੋਚ ਤੋਂ ਵੀ ਬਹੁਤ ਪਰੇ ਹੈ। ਉਸ ਨੂੰ ਅਸੀਂ ਬੇਹੱਦ ਕਵਾਂਗੇ। ਬੇਹੱਦ ਦਾ ਬਾਪ ਬੇਹੱਦ ਦੇ ਸੰਸਾਰ ਦਾ ਸਿਰਜਣਹਾਰ ਹੈ। ਬੇਹੱਦ ਦੇ ਸੰਸਾਰ ਨੂੰ ਅਸੀਂ ਜਾਣ ਚੁੱਕੇ ਹਾਂ ਤੇ ਜ਼ਰੂਰ ਹੀ ਬੇਹੱਦ ਦੇ ਬਾਪ ਨੂੰ ਵੀ ਜਾਣਾਂਗੇ, ਜੋ ਕਿ ਬੇਅੰਤਾ ਬੇਅੰਤ ਮਲਟੀਪਲ ਯੂਨੀਵਰਸਿਸ ਭਾਵ ਅਨੇਕਾਂ ਪ੍ਰਕਾਰ ਦੇ ਪਰਮ ਮਹਾ ਬ੍ਰਹਮੰਡਾਂ ਦਾ ਸਿਰਜਣਹਾਰ ਹੈ। ਉਹੀ ਬੇਹੱਦ ਦਾ ਬਾਪ ਹੈ। ਬੇਹੱਦ ਦਾ ਬਾਪ ਹੀ ਬੇਹੱਦ ਦੇ ਸੰਸਾਰ ਨੂੰ ਜਾਣਦੇ ਹਨ ਅਤੇ ਉਸ ਦੇ ਆਦ ਮੱਧ ਅਤੇ ਅੰਤ ਦਾ ਗਿਆਨ ਸਿਰਫ ਉਹ ਹੀ ਜਾਣ ਸਕਦੇ ਹਨ। ਗੀਤਾ ਤੇ ਵੀ ਕਿਹਾ ਗਿਆ ਹੈ, ਮੈਂ ਜੋ ਹਾਂ, ਜਿਸ ਤਰ੍ਹਾਂ ਹਾਂ, ਮੈਨੂੰ ਕੋਈ ਜਾਣ ਹੀ ਨਹੀਂ ਸਕਦਾ। ਇਸ ਤਰ੍ਹਾਂ ਕਿਉਂ ਕਿਹਾ ਗਿਆ ਹੈ? ਅਸੀਂ ਉਸ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ? ਬੇਹੱਦ ਦੇ ਬਾਪ ਨੂੰ ਅਸੀਂ ਗਿਆਨ ਤੋਂ ਵੀ ਪਛਾਣ ਸਕਦੇ ਹਾਂ। ਹੁਣ ਸਵਾਲ ਇਹ ਹੈ ਕਿ ਕਿਸ ਗਿਆਨ ਤੋਂ? ਇਸ ਪੂਰੇ ਬੇਹੱਦ ਦੇ ਸੰਸਾਰ ਦਾ ਰਾਜ ਭਾਵ ਬੇਹੱਦ ਦਾ ਵਰਲਡ ਡਰਾਮਾ ਕਿਉਂ ਬਣਿਆ? ਕਿਸ ਤਰ੍ਹਾਂ ਬਣਿਆ? ਕਿਸ ਨੇ ਬਣਾਇਆ? ਕਿਸ ਤਰ੍ਹਾਂ ਚੱਲਦਾ ਹੈ? ਕੌਣ ਚਲਾਉਂਦਾ ਹੈ ਅਤੇ ਕਦੋਂ ਤੱਕ ਚੱਲਦਾ ਹੈ? ਜੋ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਦੇ ਸਕਦਾ ਹੋਵੇ ਉਹੀ ਬੇਹੱਦ ਦੇ ਬਾਪ ਹੋ ਸਕਦੇ ਹਨ। ਮਨੁੱਖ ਦੇ ਲਈ ਇਸ ਬੇਹੱਦ ਦੇ ਸੰਸਾਰ ਨੂੰ ਜਾਣਨਾ ਹੀ ਬੜਾ ਮੁਸ਼ਕਿਲ ਪ੍ਰਤੀਤ ਹੁੰਦਾ ਹੈ ਤੇ ਉਸ ਦੇ ਸਿਰਜਣਹਾਰ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ? ਇਸ ਲਈ ਪਰਮਾਤਮਾ ਕਹਿੰਦੇ ਹਨ, ਮੈਂ ਜਦੋਂ ਆਉਂਦਾ ਹਾਂ ਉਦੋਂ ਹੀ ਆਪਣੀ ਪਛਾਣ ਆਪ ਦਿੰਦਾ ਹਾਂ, ਬਾਕੀ ਕੋਈ ਵੀ ਮੈਨੂੰ ਜਾਣ ਹੀ ਨਹੀਂ ਸਕਦਾ। ਅਧਿਆਇ 6ਵਾਂ ਬੇਹੱਦ ਦਾ ਯੋਗ ਕਿਸ ਤੋਂ? ਸ਼ਿਵ ਯੋਗ ਤੇ ਅਸੀਂ ਸਾਰਿਆਂ ਨੇ ਸੁਣਿਆ ਹੈ ਤੇ ਪਹਿਲਾ ਸ਼ਿਵ ਯੋਗ ਸਮਝਦੇ ਹਾਂ। ਸ਼ਿਵ ਅਤੇ ਯੋਗ ਦੋਨੋਂ ਸ਼ਬਦਾਂ ਨੂੰ ਵੱਖ ਕਰਦੇ ਹਾਂ। ਸ਼ਿਵ ਸਾਡੇ ਇਸ ਬ੍ਰਹਮੰਡ ਦੇ ਰਚਨਾਕਾਰ ਹਨ। ਸ਼ਿਵ ਦੇ 3 ਰੂਪ ਹਨ, ਨਿਰਾਕਾਰੀ, ਆਕਾਰੀ ਅਤੇ ਸਾਕਾਰੀ। ਨਿਰਾਕਾਰ ਪਰਮਾਤਮਾ ਸ਼ਿਵ ਪਰਮ ਧਾਮ ਤੇ ਰਹਿੰਦੇ ਹਨ। ਆਕਾਰੀ ਸ਼ਿਵ ਸ਼ਿਵਪੁਰੀ ਤੇ ਰਹਿੰਦੇ ਹਨ ਅਤੇ ਸਾਕਾਰੀ ਸਰੂਪ ਤੇ ਸ਼ੰਕਰ ਕੈਲਾਸ਼ ਤੇ ਰਹਿੰਦੇ ਹਨ। ਯੋਗ
ਜਾਣੀ ਕਰੈਕਸ਼ਨ ਜਾਂ ਸੰਬੰਧ ਜੋੜਨਾ ਜਾਂ ਯਾਦ ਕਰਨਾ ਵੀ ਅਸੀਂ ਕਹਿ ਸਕਦੇ ਹਾਂ। ਜਿਸ ਨੂੰ ਵੀ ਆਤਮਾ ਯਾਦ ਕਰਦੀ ਹੈ ਉਸ ਤੋਂ ਉਸ ਦਾ ਕਨੈਕਸ਼ਨ ਜੁੜ ਜਾਂਦਾ ਹੈ ਅਤੇ ਇਸ ਨੂੰ ਹੀ ਯੋਗ ਕਹਿੰਦੇ ਹਾਂ। ਸ਼ਿਵ ਨੂੰ ਯਾਦ ਕਰਦੇ ਕਰਦੇ ਆਤਮਾ ਦਾ ਕਨੈਕਸ਼ਨ ਸ਼ਿਵ ਨਾਲ ਹੁੰਦਾ ਹੈ। ਇਸ ਨੂੰ ਹੀ ਸ਼ਿਵ ਯੋਗ ਕਹਿੰਦੇ ਹਾਂ। ਸ਼ਿਵ ਨੂੰ ਦੋ ਤਰ੍ਹਾਂ ਨਾਲ ਯਾਦ ਕੀਤਾ ਜਾਂਦਾ ਹੈ। ਇੱਕ ਨਿਰਾਕਾਰ ਸ਼ਿਵ ਨੂੰ ਵੀ ਯਾਦ ਕਰਦੇ ਹਾਂ ਅਤੇ ਸਾਕਾਰੀ ਸ਼ਿਵ ਜਾਣੀ ਕਿ ਸ਼ੰਕਰ ਨੂੰ ਵੀ ਯਾਦ ਕਰਦੇ ਹਾਂ। ਜੋਤਿਰਲਿੰਗ ਨੂੰ ਵੀ ਯਾਦ ਕੀਤਾ ਜਾਂਦਾ ਹੈ ਜੋ ਕਿ ਨਿਰਾਕਾਰ ਸ਼ਿਵ ਦਾ ਪ੍ਰਤੀਕ ਹੈ। ਆਤਮਾ ਜਦੋਂ ਨਿਰਾਕਾਰ ਸ਼ਿਵ ਨੂੰ ਯਾਦ ਕਰਦੀ ਹੈ ਤੇ ਉਸ ਤੇ ਪਾਵਰ ਆਉਂਦੀ ਹੈ ਅਤੇ ਹੌਲੀ ਹੌਲੀ ਤਪੱਸਿਆ ਕਰਦੇ ਕਰਦੇ ਨਿਰਾਕਾਰ ਪਰਮਾਤਮਾ ਦੇ ਧਾਮ ਜਾਣੀ ਪਰਮ ਧਾਮ ਤੇ ਚਲੀ ਜਾਂਦੀ ਹੈ। ਇਸ ਤਰ੍ਹਾਂ ਹੀ ਆਕਾਰੀ ਸ਼ਿਵ ਨੂੰ ਯਾਦ ਕਰਦੇ ਕਰਦੇ ਆਤਮਾ ਆਕਾਰੀ ਦੁਨੀਆ ਜਾਣੀ ਸ਼ਿਵਪੁਰੀ ਤੇ ਜਾ ਸਕਦੀ ਹੈ। ਜਿਸ ਨੂੰ ਯਾਦ ਕਰੋਗੇ ਉਸ ਤੋਂ ਕਨੈਕਸ਼ਨ ਜਾਣੀ ਸੰਬੰਧ ਜੁੜੇਗਾ ਅਤੇ ਪਾਵਰ ਮਿਲੇਗੀ। ਸ਼ਿਵ ਯੋਗ ਤੋਂ ਉੱਪਰ ਹੈ ਮਹਾਸ਼ਿਵ ਯੋਗ। ਮਹਾਸ਼ਿਵ ਯੋਗ ਜਾਣੀ ਕਿ ਮਹਾਬ੍ਰਹਮੰਡ ਜਾਂ ਗੈਲੈਕਸੀ ਦੇ ਰਚਨਾਕਾਰ ਮਹਾਸ਼ਿਵ ਦੇ ਸੰਕਲਪਾਂ ਭਾਵ ਵਿਚਾਰਾਂ ਤੋਂ ਪਾਵਰ ਦੇ ਖਰਬਾਂ ਟੁਕੜੇ ਹੋਏ ਭਾਵ ਖਰਬਾਂ ਸ਼ਿਵਾਂ ਦੀ ਰਚਨਾ ਹੋਈ। ਜਾਣੀ ਕਿ ਅਸੀਂ ਕਹਿ ਸਕਦੇ ਹਾਂ ਮਹਾਸ਼ਿਵ ਸ਼ਿਵ ਤੋਂ ਖਰਬਾਂ ਗੁਣਾ ਜ਼ਿਆਦਾ ਸ਼ਕਤੀ ਵਾਲੇ ਹਨ। ਆਤਮਾ ਮਹਾਸ਼ਿਵ ਦਾ ਗਿਆਨ ਲੈ ਕੇ ਮਹਾਸ਼ਿਵ ਤੋਂ ਕਨੈਕਸ਼ਨ ਜੋੜ ਕੇ ਉਹਨਾਂ ਤੋਂ ਪਾਵਰ ਲੈ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਮਹਾਸ਼ਿਵ ਦੇ ਧਾਮ ਜਾਣੀ ਮਹਾਪਰਮ ਧਾਮ ਤੇ ਜਾ ਸਕਦੀ ਹੈ। ਇਸ ਨੂੰ ਹੀ ਮਹਾਸ਼ਿਵ ਯੋਗ ਕਹਿੰਦੇ ਹਨ। ਇਸ ਤਰ੍ਹਾਂ ਹੀ ਪਰਮ ਮਹਾਸ਼ਿਵ ਜੋ ਕਿ ਪਰਮ ਮਹਾਬ੍ਰਹਮੰਡ ਜਾਣੀ ਯੂਨੀਵਰਸ ਦੇ ਰਚਨਾਕਾਰ ਹਨ, ਜਿਸ ਤੋਂ ਆਤਮਾ ਸੰਬੰਧ ਜੋੜ ਕੇ ਪਰਮ ਮਹਾਸ਼ਿਵ ਤੋਂ ਪਾਵਰ ਭਰ ਕੇ ਪਰਮ ਮਹਾਸ਼ਿਵ ਦੇ ਬਰਾਬਰ ਸ਼ਕਤੀ ਪ੍ਰਾਪਤ ਕਰਕੇ ਮਹਾਪਰਮ ਧਾਮ ਤੇ ਜਾ ਸਕਦੀ ਹੈ। ਹੁਣ ਗੱਲ ਕਰਦੇ ਹਾਂ ਬੇਹੱਦ ਦਾ ਯੋਗ ਕੀ ਹੈ। ਜਿਸ ਨੂੰ ਯਾਦ ਕਰੋਗੇ ਉਸ ਤੋਂ ਕਨੈਕਸ਼ਨ ਜੁੜੇਗਾ ਅਤੇ ਉਸ ਦੀ ਪਾਵਰ ਸਾਨੂੰ ਮਿਲੇਗੀ। ਤੇ ਸਵਾਲ ਇਹ ਹੈ ਕਿ ਕਿਸ ਤੋਂ ਕਨੈਕਸ਼ਨ ਜਾਂ ਸੰਬੰਧ ਜੋੜੀਏ। ਜੇਕਰ ਆਤਮਾ ਨੂੰ ਬੇਹੱਦ ਦੀ ਪਾਵਰ ਚਾਹੀਦੀ ਤੇ ਉਸ ਨੂੰ ਬੇਹੱਦ ਦੇ ਸੰਸਾਰ ਦੇ ਰਚਨਾਕਾਰ ਤੋਂ ਜੁੜਨਾ ਹੋਏਗਾ ਜੋ ਕਿ ਉੱਚੇ ਤੋਂ ਉੱਚੇ ਅਥਾਰਟੀ ਜਾਣੀ ਅਧਿਕਾਰੀ ਅਲਟੀਮੇਟ ਜਾਣੀ ਅੰਤਮ ਪਾਵਰ ਹਾਊਸ ਭਾਵ ਬੇਹੱਦ ਦਾ ਬਾਪ ਹਨ, ਜੋ ਬੇਹੱਦ ਦੀ ਕਲਾ ਦੇ ਪਰਮ ਧਾਮ ਤੇ ਰਹਿੰਦੇ ਹਨ, ਜੋ ਬੇਅੰਤ ਮਲਟੀਵਰਸਾਂ ਦੇ ਵੀ ਰਚਨਾਕਾਰ ਹਨ। ਉਹਨਾਂ ਨੂੰ ਯਾਦ ਕਰਨਾ, ਉਹਨਾਂ ਤੋਂ ਕਨੈਕਸ਼ਨ ਜਾਂ ਸੰਬੰਧ ਜੋੜਨਾ ਹੀ ਬੇਹੱਦ ਦਾ ਯੋਗ ਹੈ। ਬੇਹੱਦ ਦੇ ਬਾਪ ਤੋਂ ਸੰਬੰਧ ਜੋੜਨ ਦੇ ਲਈ ਆਤਮਾ ਨੂੰ ਸਭ ਤੋਂ ਪਹਿਲਾਂ ਆਤਮ ਸਰੂਪ ਦੀ ਅਵਸਥਾ ਤੇ ਸਥਿਤ ਜਾਣੀ ਟਿਕਣਾ ਪਵੇਗਾ, ਕਿਉਂਕਿ ਪਾਵਰ ਤੇ ਆਤਮਾ ਨੂੰ ਲੈਣੀ ਹੈ। ਇਸ ਦੇ ਲਈ ਆਤਮਾ ਨੂੰ ਦੇਹ ਅਤੇ ਦੇਹ ਦੇ ਸਾਰੇ ਸੰਬੰਧ ਭੁੱਲ ਕੇ ਆਪਣੇ ਸਰੀਰ ਦੀ ਵੀ ਸੁਰਤ ਨਾ ਰਹੇ। ਇਸ ਅਵਸਥਾ ਤੋਂ ਆਪਣੇ ਆਪ ਨੂੰ ਸਥਿਤ ਕਰਕੇ ਬੇਹੱਦ ਦੇ ਬਾਪ ਜਾਣੀ ਆਲਮਾਈਟੀ ਅਥਾਰਟੀ ਦੀ ਪਾਵਰ ਆਤਮਾ ਨੂੰ ਲੈਣੀ ਹੈ। ਬੇਹੱਦ ਦੇ ਬਾਪ ਦੇ ਕੋਲ ਬੇਹੱਦ ਦੀ ਕਲਾ ਦੀ ਪਰਮ ਲਾਈਟ ਹੈ। ਜਿਸ ਤਰ੍ਹਾਂ ਇੱਕ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਉਸ ਤਰ੍ਹਾਂ ਹੀ ਬੇਹੱਦ ਦੇ ਸੂਰਜ ਦਾ ਪ੍ਰਕਾਸ਼ ਪਰਮ ਲਾਈਟ ਤੇ ਸਥਿਤ ਹੈ। ਜਦੋਂ ਇਸ ਤਰ੍ਹਾਂ ਆਤਮਾ ਮਹਿਸੂਸ ਕਰੇ ਤੇ ਆਤਮਾ ਤੇ ਬੇਹੱਦ ਦੀ ਪਰਮ ਲਾਈਟ ਤੋਂ ਪਾਵਰ ਆਉਂਦੀ ਜਾਏਗੀ ਅਤੇ ਆਤਮਾ ਸ਼ਾਂਤ ਸਰੂਪ ਹੁੰਦੀ ਜਾਏਗੀ ਅਤੇ ਅੰਤ ਤੇ ਪਰਮ ਗਤ ਨੂੰ ਜ਼ਰੂਰ ਹੀ ਪ੍ਰਾਪਤ ਕਰੇਗੀ। ਅਧਿਆਇ 7ਵਾਂ। ਬੇਹੱਦ ਦੇ ਸੰਸਾਰ ਦੇ ਮਹਾਨ ਬਦਲਾਵ ਜਾਣੀ ਪਰਿਵਰਤਨ ਦੇ ਲਈ ਮਹਾਨ ਮੰਤਰ ਜਾਂ ਮਹਾਮੰਤਰ। ਪਰਮ ਸ਼ਾਂਤੀ। ਪਰ ਕਿਸ ਦੀ ਪਰਮ ਸ਼ਾਂਤੀ? ਕਿਸ ਦੀ ਕਾਢ ਜਾਂ ਖੋਜ ਹੈ ਪਰਮ ਸ਼ਾਂਤੀ?
ਪੰਜ ਤੱਤਾਂ ਦਾ ਪੁਤਲਾ ਜਾਣੀ ਮਨੁੱਖ ਤੇ ਮਾਇਆ ਦੀ ਦੁਨੀਆ ਤੇ ਫਸਿਆ ਹੋਇਆ ਹੈ। ਸਭ ਕੁਝ ਹਾਸਲ ਕਰ ਲੈਣ ਦੇ ਬਾਅਦ ਹੀ ਉਹ ਤ੍ਰਿਪਤ ਕਿਉਂ ਨਹੀਂ ਹੁੰਦਾ? ਅਖੀਰ ਉਸ ਦੀ ਭਾਲ ਜਾਂ ਤਲਾਸ਼ ਕੀ ਹੈ? ਆਤਮਾ ਸ਼ਾਂਤੀ ਕਿਉਂ ਲੱਭਦੀ ਹੈ? ਆਤਮਾ ਸੁੱਖ ਜ਼ਰੂਰ ਚਾਹੁੰਦੀ ਹੈ, ਪਰ ਇੱਕ ਅਜਿਹਾ ਦਿਨ ਆਉਂਦਾ ਹੈ ਜਦੋਂ ਆਤਮਾ ਪਰਮ ਸੁੱਖ ਤੋਂ ਵੀ ਥੱਕ ਜਾਂਦੀ ਹੈ। ਉਦੋਂ ਆਤਮਾ ਪਰਮ ਸ਼ਾਂਤੀ ਦੀ ਖੋਜ ਤੇ ਨਿਕਲਦੀ ਹੈ। ਆਤਮਾ ਪਰਮ ਸ਼ਾਂਤੀ ਦੀ ਤਲਾਸ਼ ਤੇ ਇਸ ਲਈ ਹੈ ਕਿਉਂਕਿ ਆਤਮਾ ਦਾ ਮੂਲ ਸਰੂਪ ਹੀ ਪਰਮ ਸ਼ਾਂਤ ਸਰੂਪ ਹੈ। ਆਤਮਾ ਦੀ ਜਦੋਂ ਸਿਰਜਣਾ ਹੋਈ ਸੀ ਉਦੋਂ ਉਸ ਦਾ ਅਸਲੀ ਸੁਭਾਅ ਹੀ ਪਰਮ ਸ਼ਾਂਤੀ ਦਾ ਸੀ, ਪਰ ਅੱਜ ਆਤਮਾ ਇੰਨੀ ਤਮੋ ਪ੍ਰਧਾਨ ਜਾਣੀ ਮਾੜੇ ਵਿਚਾਰਾਂ ਵਾਲੀ ਹੋ ਚੁੱਕੀ ਹੈ ਕਿ ਆਪਣੇ ਮੂਲ ਸਰੂਪ ਨੂੰ ਹੀ ਭੁੱਲ ਚੁੱਕੀ ਹੈ। ਜਨਮ ਜਨਮ ਦੇ ਦੁੱਖਾਂ ਨੂੰ ਭੋਗ ਕੇ ਆਤਮਾ ਨਕਾਰਾਤਮਕ ਜਾਣੀ ਮਾੜੀ ਸੋਚ ਵਾਲੀ ਹੋ ਗਈ ਹੈ। ਇਸ ਲਈ ਅੱਜ ਆਤਮਾ ਨੂੰ ਉਸ ਦੇ ਮੂਲ ਸਰੂਪ ਨੂੰ ਯਾਦ ਕਰਾਉਣ ਦੀ ਲੋੜ ਹੈ। ਕਈ ਲੋਕੀ ਓਮ ਸ਼ਾਂਤੀ ਬੋਲਦੇ ਹਨ। ਓਮ ਸ਼ਾਂਤੀ ਮਤਲਬ ਆ ਊ ਮ ਭਾਵ ਬ੍ਰਹਮਾ ਵਿਸ਼ਨੂੰ ਸ਼ੰਕਰ, ਤੇ ਇਸ ਦਾ ਮਤਲਬ ਆਪ ਜੀ ਉਹਨਾਂ ਤੋਂ ਸ਼ਕਤੀ ਲੈ ਰਹੇ ਹੋ। ਹਰ ਬ੍ਰਹਮੰਡ ਦੇ ਮਾਲਕ ਬ੍ਰਹਮਾ ਵਿਸ਼ਨੂੰ ਤੇ ਸ਼ੰਕਰ ਹਨ, ਉਹਨਾਂ ਤੇ ਸ਼ਕਤੀ ਨਹੀਂ ਹੈ। ਸਾਨੂੰ ਪਰਮ ਸ਼ਾਂਤੀ ਬੋਲਣਾ ਚਾਹੀਦਾ ਹੈ ਕਿਉਂਕਿ ਆਤਮਾ ਦਾ ਅਸਲੀ ਧਰਮ ਸੰਸਕਾਰ ਪਰਮ ਸ਼ਾਂਤੀ ਦਾ ਹੈ। ਜੇਕਰ ਆਪ ਜੀ ਬਾਰ-ਬਾਰ ਪਰਮ ਸ਼ਾਂਤੀ ਬੋਲੋਗੇ ਉਦੋਂ ਆਪ ਜੀ ਦੀ ਆਤਮਾ ਨੂੰ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਜਾਣੀ ਤਰੰਗਾਂ ਛੋਣਗੀਆਂ ਅਤੇ ਆਪ ਜੀ ਦੀ ਆਤਮਾ ਨੂੰ ਪਰਮ ਸ਼ਾਂਤੀ ਦਾ ਅਹਿਸਾਸ ਹੋਏਗਾ। ਪਰਮ ਸ਼ਾਂਤੀ ਬੋਲਣ ਭਰ ਤੋਂ ਹੀ ਮਨ ਤੇ ਪਰਮ ਸ਼ਾਂਤੀ ਦਾ ਭਾਵ ਜਾਣੀ ਵਿਚਾਰ ਆਉਂਦਾ ਹੈ। ਜਦੋਂ ਅਸੀਂ ਪਰਮ ਸ਼ਾਂਤੀ ਬੋਲਦੇ ਹਾਂ ਤੇ ਅਸੀਂ ਬੇਹੱਦ ਦੇ ਅਵਿਨਾਸ਼ੀ ਜਾਣੀ ਨਾਸ਼ ਤੋਂ ਰਹਿਤ ਬ੍ਰਹਿਮੰਡਾਂ ਤੇ ਪਰਮ ਸ਼ਕਤੀਆਂ ਜਾਣੀ ਪਰਮ ਪ੍ਰਕਾਸ਼ ਅਤੇ ਪਰਮ ਤੱਤਾਂ ਦੀ ਸ਼ਕਤੀਆਂ ਨੂੰ ਆਪਣੇ ਅੰਦਰ ਉਤਾਰਦੇ ਹਾਂ। ਆਤਮਾ ਨੂੰ ਇਹ ਯਾਦ ਆਉਂਦਾ ਹੈ ਕਿ ਮੈਨੂੰ ਪਰਮ ਸ਼ਾਂਤ ਸਰੂਪ ਬਣਨਾ ਹੈ। ਬਾਰ-ਬਾਰ ਪਰਮ ਸ਼ਾਂਤੀ ਬੋਲਣ ਕਰਕੇ ਮਨ ਤੇ ਜੋ ਭਾਵ ਆਉਂਦਾ ਹੈ ਉਸ ਤੋਂ ਪੋਜ਼ਿਟਿਵ ਜਾਣੀ ਚੰਗੀਆਂ ਅਤੇ ਪਵਿੱਤਰ ਵਿਚਾਰਾਂ ਵਾਲੀਆਂ ਤਰੰਗਾਂ ਬਣਦੀਆਂ ਹਨ, ਜਿਸ ਤੋਂ ਸਾਡੇ ਕਾਰਨ ਸਰੀਰ ਤੇ ਜੋ ਪਹਿਲਾਂ ਤੋਂ ਹੀ ਭਾਵ ਜਮਾ ਪਏ ਹੋਏ ਹਨ ਉਹ ਵੀ ਬਦਲਣ ਲੱਗ ਪੈਂਦੇ ਹਨ ਅਤੇ ਸਾਡਾ ਔਰਾ ਜਾਣੀ ਆਭਾ ਮੰਡਲ ਵੀ ਪਵਿੱਤਰ ਅਤੇ ਚੰਗਾ ਵਿਚਾਰਾਂ ਵਾਲਿਆਂ ਤਰੰਗਾਂ ਦਾ ਹੁੰਦਾ ਹੈ। ਪੋਜ਼ਿਟਿਵ ਔਰਾ ਹੋਣ ਦੇ ਕਾਰਨ ਸਰੀਰ ਵਾਤਾਵਰਣ ਤੋਂ ਪੋਜ਼ਿਟਿਵ ਸ਼ਕਤੀ ਧਾਰਨ ਕਰੇਗਾ, ਪਰਮ ਸ਼ਾਂਤੀ ਦੀ ਤਰੰਗਾਂ ਨੂੰ ਧਾਰਨ ਕਰੇਗਾ। ਤਰੰਗਾਂ ਜਾਣੀ ਵਾਈਬ੍ਰੇਸ਼ਨਸ ਦਾ ਪ੍ਰਭਾਵ ਸਾਡੇ ਕਾਰਨ ਸਰੀਰ ਤੇ ਪੈਂਦਾ ਹੈ ਅਤੇ ਕਾਰਨ ਸਰੀਰ ਦਾ ਪ੍ਰਭਾਵ ਸੂਖਮ ਸਰੀਰ ਤੇ ਪੈਂਦਾ ਹੈ ਅਤੇ ਸੂਖਮ ਸਰੀਰ ਤੋਂ ਸਾਡਾ ਔਰਾ ਬਣਦਾ ਹੈ। ਆਤਮਾ ਜਦੋਂ ਪਰਮ ਸ਼ਾਂਤੀ ਦੇ ਵਿਚਾਰ ਕਰਦੀ ਹੈ ਤੇ ਉਸ ਦਾ ਔਰਾ ਪਰਮ ਸ਼ਾਂਤੀ ਦੀ ਤਰੰਗਾਂ ਨਾਲ ਭਰ ਜਾਂਦਾ ਹੈ ਅਤੇ ਆਤਮਾ ਆਪਣੇ ਆਸੇ-ਪਾਸੇ ਦੇ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਾਣੀ ਕਿ ਆਤਮਾ ਦੇ ਪਰਮ ਸ਼ਾਂਤੀ ਦੇ ਵਿਚਾਰਾਂ ਤੋਂ ਜੋ ਤਰੰਗਾਂ ਬਣੀਆਂ ਉਹ ਵਾਤਾਵਰਣ ਤੇ ਵੀ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਵਾਤਾਵਰਣ ਤੇ ਵੀ ਬਦਲਾਵ ਹੁੰਦਾ ਹੈ। ਸੋਚਣਾ ਵੀ ਇੱਕ ਕਰਮ ਹੈ ਤੇ ਜਦੋਂ ਆਤਮਾ ਪਰਮ ਸ਼ਾਂਤੀ ਸੋਚਦੀ ਹੈ ਤੇ ਆਤਮਾ ਦੇ ਕਰਮ ਵੀ ਪਰਮ ਸ਼ਾਂਤੀ ਦੇ ਬਣਦੇ ਹਨ ਅਤੇ ਆਤਮਾ ਪਰਮ ਸ਼ਾਂਤੀ ਦਾ ਅਹਿਸਾਸ ਕਰਦੀ ਹੈ। ਆਤਮ ਸਰੂਪ ਦੀ ਅਵਸਥਾ ਤੇ ਬਾਰ-ਬਾਰ ਪਰਮ ਸ਼ਾਂਤੀ ਦੇ ਵਿਚਾਰ ਕਰਨ ਦੇ ਕਰਕੇ ਆਤਮਾ ਦੇ ਕਾਰਨ ਸਰੀਰ ਤੇ ਦੱਬੇ ਹੋਏ ਪਰਮ ਸ਼ਾਂਤੀ ਦੇ ਸੰਸਕਾਰ ਜਾਗਰਤ ਜਾਂ ਇਮਰਜ ਹੋਣ ਲੱਗਦੇ ਹਨ ਅਤੇ ਇੱਕ ਦਿਨ ਆਤਮਾ ਪਰਮ ਸ਼ਾਂਤੀ ਨੂੰ ਜ਼ਰੂਰ ਪ੍ਰਾਪਤ ਕਰ ਸਕਦੀ ਹੈ। ਅੰਤ ਤੇ ਆਤਮਾ ਪਰਮ ਸ਼ਾਂਤੀ ਦਾ ਅਨੁਭਵ ਕਰਦੇ ਕਰਦੇ ਸਤ ਚਿੱਤ ਆਨੰਦ ਸਰੂਪ ਅਵਸਥਾ ਦਾ ਅਹਿਸਾਸ ਕਰਦੀ ਹੈ
आत्मा ही परम सच है। चित्त जानी कि मन आत्मा परम आनंद ਸਰੂਪ ਉਦੋਂ ਮਹਿਸੂਸ ਕਰਦੀ ਹੈ ਜਦੋਂ ਉਹ ਪਰਮ ਸੱਚ ਜਾਣੀ ਕਿ ਆਤਮਾ ਦੀ ਸੱਚੀ ਅਵਸਥਾ ਤੱਕ ਪਹੁੰਚ ਜਾਂਦੀ ਹੈ, ਜੋ ਕਿ ਪਰਮ ਸ਼ਾਂਤ ਸਰੂਪ ਹੈ। ਭਾਵ ਆਤਮਾ ਪਰਮ ਸ਼ਾਂਤੀ ਨੂੰ ਯਾਦ ਕਰਦੇ ਕਰਦੇ ਪਰਮਾਨੰਦ ਨੂੰ ਪ੍ਰਾਪਤ ਕਰਦੀ ਹੈ ਅਤੇ ਇੱਕ ਦਿਨ ਪਰਮ ਸ਼ਾਂਤੀ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਬੇਹੱਦ ਦੇ ਸੰਸਾਰ ਦੇ ਬਦਲਾਵ ਦੇ ਲਈ ਮਹਾਨ ਮੰਤਰ ਜਾਣੀ ਮਹਾਮੰਤਰ ਬੇਹੱਦ ਕੇ बेहद की परम 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 महाशांति है, महाशांति है, महाशांति है। इस मंत्र ਨੂੰ ਬਾਰ-ਬਾਰ ਬੋਲਣ ਕਰਕੇ ਆਤਮਾ ਪਰਮ ਸ਼ਾਂਤੀ ਨੂੰ ਅਨੁਭਵ ਜਾਂ ਮਹਿਸੂਸ ਕਰਦੀ ਹੈ ਅਤੇ ਉਸ ਦੇ ਆਸੇ-ਪਾਸੇ ਦਾ ਵਾਤਾਵਰਣ ਵੀ ਪਰਮ ਸ਼ਾਂਤੀ ਦੀ ਤਰੰਗਾਂ ਜਾਨੀ ਵਾਈਬ੍ਰੇਸ਼ਨਸ ਤੋਂ ਭਰ ਜਾਂਦਾ ਹੈ ਅਤੇ ਇਸ ਤਰ੍ਹਾਂ ਆਤਮਾ ਆਪ ਹੀ ਪਰਮ ਸ਼ਾਂਤੀ ਦਾ ਅਹਿਸਾਸ ਕਰ ਸਕਦੀ ਹੈ ਅਤੇ ਦੂਸਰੀਆਂ ਜਾਨੀ ਹੋਰਾਂ ਨੂੰ ਵੀ ਕਰਾ ਸਕਦੀ ਹੈ। ਅਧਿਆਏ 8 ਸਮਾਪਤੀ ਨਹੀਂ, ਹੁਣ ਹੋਏਗਾ ਸੰਸਾਰ ਦਾ ਮਹਾਨ ਬਦਲਾਅ ਜਾਨੀ ਮਹਾਪਰਿਵਰਤਨ। ਕਿ ਇਸ ਸੰਸਾਰ ਦੀ ਹਾਲਤ ਵੇਖ ਕੇ ਤਕਲੀਫ ਨਹੀਂ ਹੁੰਦੀ? ਦੁਨੀਆ ਘੋਰ ਹਨੇਰੇ ਤੇ ਜਾ ਰਹੀ ਹੈ। ਵੇਖ ਤੇਰੇ ਸੰਸਾਰ ਦੀ ਹਾਲਤ ਕੀ ਹੋ ਗਈ ਹੈ ਭਗਵਾਨ, ਕਿੰਨਾ ਬਦਲ ਗਿਆ ਇਨਸਾਨ। ਤੇ ਦੁਨੀਆ ਦੀ ਅਜਿਹੀ ਹਾਲਤ ਕਿਉਂ ਹੋ ਗਈ ਹੈ? ਇਸ ਦਾ ਜ਼ਿੰਮੇਵਾਰ ਕੌਣ ਹੈ? ਸਥੂਲ ਜਗਤ ਜੋ ਇਹਨਾਂ ਅੱਖਾਂ ਤੋਂ ਵਿਖਾਈ ਦਿੰਦਾ ਹੈ ਅਤੇ ਸੂਖਮ ਜਗਤ ਜੋ ਇਹਨਾਂ ਅੱਖਾਂ ਤੋਂ ਵਿਖਾਈ ਨਹੀਂ ਦਿੰਦੇ, ਜਿਸ ਵਿੱਚ ਅਣਗਿਣਤ ਆਤਮਾਵਾਂ ਰਹਿੰਦੀਆਂ ਹਨ, ਸਾਰੀਆਂ ਹੀ ਦੁਖੀ ਹਨ ਅਤੇ ਤੜਫ ਰਹੀਆਂ ਹਨ। ਸਾਰੀਆਂ ਆਤਮਾਵਾਂ ਪਰਮਾਤਮਾ ਤੋਂ ਮੁਕਤੀ ਲਈ ਬੇਨਤੀ ਕਰ ਰਹੀਆਂ ਹਨ। ਵਿਅਕਤ ਜਾਣੀ ਵਿਖਾਈ ਦੇਣ ਵਾਲੀ ਅਤੇ ਅਵਿਅਕਤ ਜਾਣੀ ਵਿਖਾਈ ਨਾ ਦੇਣ ਵਾਲੀ ਦੋਨੋਂ ਦੁਨੀਆਵਾਂ ਅਸ਼ਾਂਤ ਹਨ। ਤੇ ਕੀ ਸੱਚ ਤੇ ਸਮਾਪਤੀ ਦਾ ਸਮਾਂ ਆ ਗਿਆ ਹੈ? ਅੱਜ ਦੁਨੀਆ ਡਿੱਗਦੀ ਜਾ ਰਹੀ ਹੈ। ਚਾਰੇ ਪਾਸੇ ਦੁੱਖ, ਦਰਦ, ਲੜਾਈ, ਝਗੜਾ, ਮਤਭੇਦ, ਈਰਖਾ, ਪਾਪ ਅਤੇ ਅਤਿਆਚਾਰ ਵੱਧਦਾ ਜਾ ਰਿਹਾ ਹੈ। ਖਾਣ ਵਰਗਾ ਅੰਨ ਨਹੀਂ, ਪੀਣ ਵਰਗਾ ਪਾਣੀ ਨਹੀਂ, ਸਵਾਸ ਲੈਣ ਵਰਗੀ ਹਵਾ ਨਹੀਂ। ਅੱਜ ਦਾ ਵਾਤਾਵਰਣ ਇੰਨਾ ਦੂਸ਼ਿਤ ਹੋ ਚੁੱਕਿਆ ਹੈ ਕਿ ਅਜਿਹਾ ਕਿਹਾ ਜਾ ਸਕਦਾ ਹੈ ਕਿ ਦੁਨੀਆ ਸਰਬਨਾਸ਼ ਦੇ ਕੰਢੇ ਤੇ ਖਲੋਤੀ ਹੈ। ਸਵਾਲ ਇਹ ਹੈ ਕਿ ਸਿਰਫ ਸਰਬਨਾਸ਼ ਹੀ ਇਸ ਮੁਸ਼ਕਿਲ ਦਾ ਕੀ ਇੱਕੋ ਇੱਕ ਹੱਲ ਹੈ? ਕਿ ਦੁਨੀਆ ਦਾ ਸਰਬਨਾਸ਼ ਜ਼ਰੂਰੀ ਹੈ? ਕਿ ਪਰਮ ਪਿਤਾ ਦੁਨੀਆ ਦਾ ਸਰਵਨਾਸ਼ ਚਾਹੁੰਦੇ ਹਨ? ਕਿ ਉਹ ਇਸ ਦੁਨੀਆ ਨੂੰ ਬਦਲਣ ਤੇ ਸਮਰੱਥ ਨਹੀਂ ਹਨ? ਅੱਜ ਕਈ ਸੰਸਥਾਵਾਂ ਇਹ ਮੰਨਦੀਆਂ ਹਨ ਕਿ ਸੁਨਹਿਰੀ ਯੁੱਗ ਆਏਗਾ ਜਾਨੀ ਗੋਲਡਨ ਈਅਰ ਆਏਗਾ, ਪਰ ਕਿਸੇ ਨੂੰ ਵੀ ਬਦਲਾਵ ਦਾ ਪ੍ਰੋਸੈਸ ਜਾਂ ਤਰੀਕਾ ਪਤਾ ਨਹੀਂ ਹੈ। ਜਦੋਂ ਬਦਲਾਵ ਹੋਏਗਾ ਉਦੋਂ ਸਭ ਥਾਵਾਂ ਤੇ ਹੋਏਗਾ, ਸਿਰਫ ਸਥੂਲ ਦੁਨੀਆ ਤੱਕ ਸੀਮਤ ਨਹੀਂ ਹੈ। ਸੂਖਮ ਜਗਤ, ਕਾਰਨ ਜਗਤ, ਸਾਰੀਆਂ ਜਗਾਵਾਂ ਤੇ ਬਦਲਾਵ ਹੋਏਗਾ। ਮਹਾਬ੍ਰਹਿਮੰਡ ਜਾਣੀ ਗੈਲੈਕਸੀ, ਪਰਮ ਮਹਾਬ੍ਰਹਿਮੰਡ ਜਾਣੀ ਯੂਨੀਵਰਸ, ਪਰਮ ਮਹਾਬ੍ਰਹਿਮੰਡ ਜਾਣੀ ਮਲਟੀਵਰਸ, ਸਭ ਕੁਝ ਬਦਲ ਜਾਏਗਾ। ਜੇਕਰ ਸਾਨੂੰ ਬਦਲਾਵ ਚਾਹੀਦਾ ਤੇ ਆਲਮਾਈਟੀ ਅਥਾਰਟੀ ਜਾਣੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਤੋਂ ਸੰਬੰਧ ਜਾਣੀ ਕਨੈਕਸ਼ਨ ਜੋੜਨਾ ਹੋਏਗਾ। ਮੰਤਰ ਜਪ ਤੋਂ ਬਦਲਾਵ ਨਹੀਂ ਹੁੰਦਾ। ਜੇਕਰ ਸਾਨੂੰ ਵਾਯੂਮੰਡਲ ਜਾਂ ਵਾਤਾਵਰਣ ਜਾਂ ਘਰ ਦਾ ਬਦਲਾਵ ਚਾਹੀਦਾ ਹੈ ਤੇ ਸਾਨੂੰ ਯੋਗ ਸ਼ਕਤੀ ਦੇ ਰਾਹੀਂ ਪਰਮ ਪਿਤਾ ਪਰਮਾਤਮਾ ਤੋਂ ਪਰਮ ਪ੍ਰਕਾਸ਼ ਅਤੇ ਪਰਮ ਲਾਈਟ ਲੈ ਕੇ ਆਉਣੀ ਹੋਏਗੀ। ਜਦੋਂ ਇੱਕ ਬ੍ਰਹਮੰਡ ਬਣਿਆ ਤੇ ਸਭ ਤੋਂ ਪਹਿਲਾਂ ਦੇਵੀ ਦੇਵਤੇ ਬਣੇ। ਉਦਾਹਰਣ ਦੇ ਤੌਰ ਤੇ ਜਦੋਂ ਮੀਂਹ ਚਾਹੀਦਾ ਹੁੰਦਾ ਸੀ ਤੇ ਇੰਦਰ ਦੇਵਤਾ ਵੀ ਪੂਜਾ ਕਰਦੇ ਸਨ। ਅੱਜ ਵੀ ਧਰਮ ਸਥਾਨਾਂ ਤੇ ਜਪ ਤਪ ਹੋ ਰਿਹਾ ਹੈ। ਭਾਰਤ ਤੇ ਕਿੰਨੇ ਧਰਮ ਸਥਾਨ ਅਤੇ ਮੰਦਰ ਬਣ ਗਏ ਹਨ। ਜੇਕਰ ਬਦਲਾਵ ਹੋਣਾ ਹੁੰਦਾ ਇਹਨਾਂ ਮੰਤਰਾਂ ਤੋਂ ਹੀ ਹੋ ਜਾਂਦਾ।
ਪਹਿਲਾਂ ਹੁੰਦਾ ਸੀ, ਕਿਉਂਕਿ ਉਹਨਾਂ ਦੇਵੀ ਦੇਵਤਿਆਂ ਤੇ ਸ਼ਕਤੀ ਸੀ। ਅੱਜ ਇਹੀ ਦੇਵੀ ਦੇਵਤੇ ਮਨੁੱਖ ਬਣ ਗਏ। ਗੀਤਾ ਤੇ ਵੀ ਦੱਸਿਆ ਗਿਆ ਹੈ, ਜਿਸ ਨੂੰ ਯਾਦ ਕਰੋਗੇ ਉਸ ਨੂੰ ਪ੍ਰਾਪਤ ਕਰੋਗੇ। ਜੇਕਰ ਮਨੁੱਖ ਨੂੰ ਸੁੱਖ, ਸ਼ਾਂਤੀ, ਪਰਮ ਪ੍ਰਕਾਸ਼, ਪਰਮ ਤੱਤ ਚਾਹੀਦੇ ਤੇ ਸਿੱਧਾ ਆਲਮਾਈਟੀ ਅਥਾਰਟੀ ਨੂੰ ਯਾਦ ਕਰੋ, ਮਾੜੇ ਕਰਮਾਂ ਦਾ ਖਾਤਮਾ ਕਰੋ ਅਤੇ ਆਪਣੀ ਆਤਮਾ ਤੇ ਸ਼ਕਤੀ ਭਰੋ। ਜਿਨ੍ਹਾਂ ਦੇਵੀ ਦੇਵਤਿਆਂ ਲਈ ਮੰਤਰ ਬਣੇ ਹਨ ਉਹ ਸਭ ਮਨੁੱਖ ਬਣ ਗਏ ਹਨ ਅਤੇ ਸ਼ਕਤੀ ਤੋਂ ਰਹਿਤ ਹੋ ਗਏ ਹਨ। ਜਦੋਂ ਸਾਡੇ ਸਰੀਰ ਤੇ ਪਰਮ ਤੱਤਾਂ ਦੀ ਸ਼ਕਤੀ ਆਏਗੀ ਤੇ ਸਾਡੇ ਔਰਾ ਜਾਨੀ ਆਭਾ ਮੰਡਲ ਤੋਂ ਘਰ ਦੇ ਵਾਤਾਵਰਣ ਦਾ ਪਰਿਵਰਤਨ ਹੋਏਗਾ। ਜੇਕਰ ਸਾਨੂੰ ਦੁਨੀਆ ਨੂੰ ਬਦਲਣਾ ਹੈ ਤੇ ਨਵੀਂ ਦੁਨੀਆ ਦਾ ਗਿਆਨ ਚਾਹੀਦਾ, ਬੇਹੱਦ ਦੀ ਨਵੀਂ ਸ਼ਕਤੀਆਂ ਦਾ ਗਿਆਨ ਚਾਹੀਦਾ। ਸਾਨੂੰ ਪਰਮ ਗਿਆਨ ਸੁਣਨਾ ਚਾਹੀਦਾ ਹੈ ਅਤੇ ਜੇਕਰ ਸ਼ਕਤੀਹੀਨ ਨੂੰ ਯਾਦ ਕਰਾਂਗੇ ਤੇ ਕੂੜਾ ਜਾਨੀ ਬੁਰੇ ਵਿਚਾਰ ਹੀ ਮਿਲਣਗੇ। ਸਾਨੂੰ ਯੋਗ ਦੇ ਰਾਹੀਂ ਪਰਮ ਸ਼ਕਤੀਆਂ ਨੂੰ ਮਤਲਬ ਪਰਮ ਪ੍ਰਕਾਸ਼, ਪਰਮ ਵਾਯੂ, ਪਰਮ ਅਗਨ ਨੂੰ ਉਤਾਰਨਾ ਹੋਏਗਾ। ਉਦੋਂ ਹੀ ਬਦਲਾਵ ਹੋ ਸਕਦਾ ਹੈ। ਬਾਪੂ ਜੀ ਦੀ ਭਵਿੱਖਬਾਣੀ ਹੈ ਕਿ ਹੁਣ ਸਰਬ ਨਾਸ਼ ਨਹੀਂ ਹੋਏਗਾ, ਹੁਣ ਬੇਹੱਦ ਦਾ ਮਹਾ ਬਦਲਾਵ ਜਾਨੀ ਮਹਾ ਪਰਿਵਰਤਨ ਹੋਏਗਾ। ਬਾਪੂ ਜੀ ਨੇ ਦੱਸਿਆ ਹੈ ਕਿ ਬੇਹੱਦ ਦਾ ਬਾਪ ਸਾਡੇ ਬ੍ਰਹਮੰਡ ਤੋਂ ਗੁਪਤ ਰੂਪ ਤੇ ਬਦਲਾਵ ਦਾ ਕੰਮ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਸਮਾਪਤੀ ਜਾਂ ਸਰਬਨਾਸ਼ ਨਾ ਹੋਵੇ, ਬਦਲਾਵ ਜਾਂ ਪਰਿਵਰਤਨ ਹੋਵੇ। ਕੋਈ ਵੀ ਬਾਪ ਆਪਣੀ ਰਚਨਾ ਦੀ ਸਮਾਪਤੀ ਨਹੀਂ ਚਾਹੁੰਦਾ। ਇਹ ਤੇ ਬੇਹੱਦ ਦਾ ਪਿਤਾ, ਬੇਹੱਦ ਦਾ ਬਾਪ ਹੈ, ਰਹਿਮਤਾਂ ਦਾ ਸਮੁੰਦਰ ਹੈ। ਉਹ ਸਮਾਪਤੀ ਕਿਉਂ ਚਾਹਣਗੇ? ਅੱਜ ਸਾਰੀ ਦੁਨੀਆ ਤੇ ਵਿਨਾਸ਼ ਦੇ ਵਾਈਬ੍ਰੇਸ਼ਨਸ ਜਾਂ ਤਰੰਗਾਂ ਫੈਲਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਾਈਬ੍ਰੇਸ਼ਨਸ ਦਾ ਨਤੀਜਾ ਇਹ ਹੈ ਕਿ ਦੂਜਾ ਵਿਸ਼ਵ ਯੁੱਧ ਹੋ ਚੁੱਕਿਆ ਹੈ ਅਤੇ ਹੁਣ ਤੀਸਰੇ ਵਿਸ਼ਵ ਯੁੱਧ ਦੇ ਵਿਚਾਰ ਵੱਧਦੇ ਜਾ ਰਹੇ ਹਨ। ਵਿਨਾਸ਼ ਦੇ ਵਿਚਾਰਾਂ ਤੋਂ ਪੂਰੀ ਦੁਨੀਆ ਦਾ ਵਾਤਾਵਰਣ ਮਾੜਾ ਹੋ ਗਿਆ ਹੈ। ਅੱਜ ਸਾਰੀ ਦੁਨੀਆ ਤੇ ਵਿਨਾਸ਼ ਦੇ ਵਾਈਬ੍ਰੇਸ਼ਨਸ ਫੈਲਦੇ ਜਾ ਰਹੇ ਹਨ ਅਤੇ ਇਹਨਾਂ ਵਾਈਬ੍ਰੇਸ਼ਨਸ ਦਾ ਨਤੀਜਾ ਇਹ ਹੈ ਕਿ ਦੂਜਾ ਵਿਸ਼ਵ ਯੁੱਧ ਹੋ ਚੁੱਕਿਆ ਹੈ ਅਤੇ ਹੁਣ ਤੀਸਰੇ ਵਿਸ਼ਵ ਯੁੱਧ ਦੇ ਵਿਚਾਰ ਵੱਧਦੇ ਜਾ ਰਹੇ ਹਨ। ਵਿਨਾਸ਼ ਦੇ ਵਿਚਾਰਾਂ ਤੋਂ ਪੂਰੀ ਦੁਨੀਆ ਦਾ ਵਾਤਾਵਰਣ ਮਾੜਾ ਹੋ ਗਿਆ ਹੈ। ਇੰਨਾ ਮਾੜਾ ਹੋ ਗਿਆ ਹੈ ਕਿ ਬਦਲਾਵ ਦੇ ਵਿਚਾਰ ਜਾਂ ਸੰਕਲਪ ਕਰਨੇ ਵੀ ਮੁਸ਼ਕਿਲ ਲੱਗਦੇ ਹਨ। ਤੇ ਕੀ ਸੱਚ ਤੇ ਇਸ ਪਾਪ ਅਤੇ ਮਾੜੇ ਵਿਚਾਰਾਂ ਨਾਲ ਭਰੀ ਦੁਨੀਆ ਦਾ ਬਦਲਾਵ ਸੰਭਵ ਹੈ? ਬਾਪੂ ਜੀ ਨੇ ਆਪਣੀ ਤਿਆਗ ਤਪੱਸਿਆ ਤੋਂ ਸਾਨੂੰ ਬੇਹੱਦ ਦੇ ਸੰਸਾਰ ਦੇ ਬਦਲਾਵ ਦਾ ਅਨਮੋਲ ਖਜ਼ਾਨਾ ਦਿੱਤਾ, ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਦਿੱਤਾ ਸੀ। ਕੀ ਅਖੀਰ ਤੇ ਇਹ ਦੁਨੀਆ ਬਦਲੇਗੀ? ਕਿਸ ਤਰ੍ਹਾਂ? ਮੁਸ਼ਕਿਲ ਦਾ ਹੱਲ ਜਾਣਨ ਦੇ ਲਈ ਮੁਸ਼ਕਿਲ ਨੂੰ ਜਾਣਨਾ ਜ਼ਰੂਰੀ ਹੈ। ਭਾਵ ਦੁਨੀਆ ਕਿਸ ਤਰ੍ਹਾਂ ਬਦਲੇਗੀ, ਇਹ ਜਾਣਨ ਦੇ ਲਈ ਸਾਨੂੰ ਇਹ ਸਮਝਣਾ ਹੋਏਗਾ ਕਿ ਦੁਨੀਆ ਦੇ ਪਾਪੀ ਅਤੇ ਮਾੜੇ ਵਿਚਾਰਾਂ ਤੋਂ ਥੱਲੇ ਡਿੱਗਣ ਦਾ ਕੀ ਕਾਰਨ ਹੈ। ਬਾਪੂ ਜੀ ਨੇ ਸਾਨੂੰ ਦੱਸਿਆ ਹੈ ਕਿ ਦੁਨੀਆ ਦੇ ਥੱਲੇ ਡਿੱਗਣ ਦਾ ਕਾਰਨ ਆਤਮਾ ਦੀ ਪਾਵਰ ਜਾਂ ਸ਼ਕਤੀ ਦਾ ਘੱਟ ਹੋਣਾ ਜਾਂ ਡਿੱਗਣਾ ਹੈ। ਆਤਮਾ ਦੀ ਨੈਗੇਟਿਵ ਜਾਨੀ ਨਕਾਰਾਤਮਕ ਸੋਚਾਂ ਹੋਣ ਕਰਕੇ ਵਾਤਾਵਰਣ ਵੀ ਨੈਗੇਟਿਵ ਹੋ ਗਿਆ ਹੈ। ਜੇਕਰ ਅਸੀਂ ਦੁਨੀਆ ਦਾ ਬਦਲਾਵ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਵਾਤਾਵਰਣ ਦਾ ਬਦਲਾਵ ਕਰਨਾ ਹੋਏਗਾ ਅਤੇ ਵਾਤਾਵਰਣ ਉਦੋਂ ਬਦਲੇਗਾ ਜਦੋਂ ਆਤਮਾ ਦੀ ਸੋਚ ਬਦਲੇਗੀ। ਇਸ ਲਈ ਕਿਹਾ ਗਿਆ ਹੈ ਕਿ ਸਵੈ ਪਰਿਵਰਤਨ ਜਾਨੀ ਆਪਣੇ ਆਪ ਦੇ ਬਦਲਾਵ ਤੋਂ ਹੀ ਸੰਸਾਰ ਦਾ ਬਦਲਾਵ ਹੋਣਾ ਹੈ। ਹੁਣ ਮਹਾ ਪਰਿਵਰਤਨ ਜਾਂ ਮਹਾ ਬਦਲਾਵ ਦਾ ਸਮਾਂ ਹੈ। ਯੁੱਗ ਦਾ ਬਦਲਾਵ ਨਹੀਂ ਹੋਏਗਾ, ਸਗੋਂ ਪਰਮ ਤੱਤਾਂ ਅਤੇ ਪਰਮ ਪ੍ਰਕਾਸ਼ ਦੀ ਦੁਨੀਆ ਬਣੇਗੀ। ਬੇਹੱਦ ਦੇ ਅਮਰ ਲੋਕ ਦੀ ਸਥਾਪਨਾ ਬੇਹੱਦ ਦੇ ਬਾਪੂ ਜੀ ਕਰ ਰਹੇ ਹਨ। ਬੇਹੱਦ ਦਾ ਸਮਾਂ ਬੇਹੱਦ ਦੇ ਬੱਚਿਆਂ ਲਈ ਸ਼ੁਰੂ ਹੋ ਗਿਆ ਹੈ। ਬੇਹੱਦ ਦਾ ਬਦਲਾਅ ਉਹਨਾਂ ਆਤਮਾਵਾਂ ਲਈ ਹੋਏਗਾ ਜੋ ਬੇਹੱਦ ਦੇ ਬੱਚੇ ਹਨ ਅਤੇ ਬੇਹੱਦ ਦੇ ਬਾਪ ਨੂੰ ਜਾਣਦੇ ਹਨ। ਉਹਨਾਂ ਆਤਮਾਵਾਂ ਨੂੰ ਬੇਹੱਦ ਦੀ ਖੁਸ਼ੀ ਮਿਲੇਗੀ।
परम आनंद ते सुख दा एहसास होएगा। बदलाव दे समय बेहद दी आत्मावां ते पावर आ जाएगी। जिस तरह 9 ਲੱਖ ਆਤਮਾਵਾਂ ਸੋਚਾਂ ਵਿਚਾਰਾਂ ਤੋਂ ਰਹਿਤ ਬਣਨਗੀਆਂ, ਉਦੋਂ ਬੇਹੱਦ ਦੇ ਸੰਸਾਰ ਦਾ ਬਦਲਾਵ ਸ਼ੁਰੂ ਹੋ ਜਾਏਗਾ ਅਤੇ ਹੌਲੀ ਹੌਲੀ ਇਹ ਬਦਲਾਵ ਦਾ ਪ੍ਰੋਸੈਸ ਜਾਣੀ ਪ੍ਰਕਿਰਿਆ ਅੱਗੇ ਵਧੇਗੀ। ਇਸ ਤਰ੍ਹਾਂ ਕਰਦੇ ਕਰਦੇ 33 ਕਰੋੜ ਜਾਣੀ 33 ਕਰੋੜ ਦੇਵੀ ਦੇਵਤੇ ਵੀ ਵਿਖਾਈ ਦੇਣ ਤੋਂ ਨਾ ਵਿਖਾਈ ਦੇਣ ਦੀ ਅਵਸਥਾ ਨੂੰ ਮਹਿਸੂਸ ਕਰਨਗੇ। ਭਾਰਤ ਦੇਸ਼ ਤੇ ਪਰਮ ਪ੍ਰਕਾਸ਼ ਉਤਾਰਿਆ ਜਾਏਗਾ। ਭਾਰਤ ਸੋਨੇ ਦੀ ਚਿੜੀ ਬਣੇਗਾ। ਤੱਤਾਂ ਦਾ ਬਦਲਾਵ ਹੋਏਗਾ। ਜਿਸ ਤਰ੍ਹਾਂ ਪਰਮ ਪ੍ਰਕਾਸ਼ ਧਰਤੀ ਤੇ ਉਤਾਰਿਆ ਜਾਏਗਾ, ਵਾਯੂ ਦਾ ਪਰਮ ਵਾਯੂ ਤੇ ਬਦਲਾਵ ਹੋਏਗਾ। ਸਾਰੇ ਤੱਤ ਪਰਮ ਤੱਤਾਂ ਤੇ ਬਦਲ ਜਾਣਗੇ। ਹੌਲੀ ਹੌਲੀ ਗੈਲੈਕਸੀ ਜਾਣੀ ਮਹਾਬ੍ਰਹਮੰਡ, ਯੂਨੀਵਰਸ ਜਾਣੀ ਪਰਮ ਮਹਾਬ੍ਰਹਮੰਡ, ਮਲਟੀਵਰਸ ਜਾਣੀ ਪਰਮ ਮਹਾਬ੍ਰਹਮੰਡ ਤੱਕ ਪਰਮ ਪ੍ਰਕਾਸ਼ ਭਰਿਆ ਜਾਏਗਾ ਅਤੇ ਸਭ ਕੁਝ ਪਰਮ ਪ੍ਰਕਾਸ਼ ਤੋਂ ਵਿੱਚ ਬਦਲ ਜਾਏਗਾ। ਅਧਿਆਇ 9 ਆਪਣੇ ਬਦਲਾਵ ਜਾਣੀ ਸਵ ਪਰਿਵਰਤਨ ਤੋਂ ਸੰਸਾਰ ਦਾ ਮਹਾਨ ਬਦਲਾਵ ਜਾਣੀ ਵਿਸ਼ਵ ਪਰਿਵਰਤਨ ਕਿਸ ਤਰ੍ਹਾਂ। ਇੰਨੀ ਵੱਡੀ ਦੁਨੀਆ ਦਾ ਬਦਲਾਵ ਕੌਣ ਕਰ ਸਕਦਾ ਹੈ? ਜਿਸ ਨੇ ਇਸ ਦੀ ਸਿਰਜਣਾ ਕੀਤੀ ਹੈ, ਉਹੀ ਆਪਣੀ ਸਿਰਜਣਾ ਦਾ ਬਦਲਾਵ ਕਰ ਸਕਦਾ ਹੈ। ਸ਼ਿਵ ਆਪਣੇ ਬ੍ਰਹਮੰਡ ਨੂੰ ਹੀ ਬਦਲ ਸਕਦਾ ਹੈ। ਮਹਾਸ਼ਿਵ ਮਹਾਬ੍ਰਹਮੰਡ ਦਾ ਬਦਲਾਵ ਕਰ ਸਕਦਾ ਹੈ। ਪਰਮ ਮਹਾਸ਼ਿਵ ਪਰਮ ਮਹਾਬ੍ਰਹਮੰਡ ਦਾ ਬਦਲਾਵ ਕਰ ਸਕਦੇ ਹਨ। ਜਦੋਂ ਅਸੀਂ ਆਪਣੇ ਮਲਟੀਵਰਸ ਦੇ ਬਦਲਾਵ ਦੀ ਗੱਲ ਕਰਦੇ ਹਾਂ ਤੇ ਇਸ ਦਾ ਬਦਲਾਵ ਸਿਰਫ ਆਲਮਾਈਟੀ ਅਥਾਰਟੀ ਹੀ ਕਰ ਸਕਦੇ ਹਨ। ਆਲਮਾਈਟੀ ਅਥਾਰਟੀ ਬੇਹੱਦ ਦੇ ਸੰਸਾਰ ਦਾ ਮਾਲਕ ਹੈ। ਬੇਹੱਦ ਦੇ ਬਾਪ ਨੇ ਕ੍ਰਿਸ਼ਨ ਅਵਤਾਰ ਤੇ ਬੇਹੱਦ ਦੀ ਆਤਮਾਵਾਂ ਦੀ ਸਿਰਜਣਾ ਕਰਕੇ ਇਸ ਧਰਤੀ ਤੇ ਗੁਪਤ ਰੂਪ ਤੇ ਉਹਨਾਂ ਨੂੰ ਮਨੁੱਖ ਰੂਪ ਤੇ ਧਰਤੀ ਤੇ ਬਦਲਾਵ ਲਈ ਭੇਜਿਆ ਸੀ। ਅੱਜ ਉਹ ਸਾਰੀਆਂ ਆਤਮਾਵਾਂ ਮਨੁੱਖ ਅਵਤਾਰ ਤੇ ਧਰਤੀ ਤੇ ਹਨ। ਉਹ ਸਾਰੀਆਂ ਆਤਮਾਵਾਂ ਬਦਲਾਵ ਨਹੀਂ ਕਰ ਸਕੀਆਂ। ਹੁਣ ਉਹ ਬੇਹੱਦ ਦੀ ਆਤਮਾਵਾਂ ਬੇਹੱਦ ਦਾ ਗਿਆਨ ਸਮਝਣਗੀਆਂ ਅਤੇ ਬੇਹੱਦ ਦੇ ਸੰਸਾਰ ਦੇ ਬਦਲਾਵ ਤੋਂ ਸਹਿਯੋਗ ਵੀ ਕਰਨਗੀਆਂ। 108 1008 16000 9 ਲੱਖ ਬੇਹੱਦ ਦੀ ਆਤਮਾਵਾਂ ਹਨ। ਕ੍ਰਿਸ਼ਨ ਅਵਤਾਰ ਤੋਂ ਉਹ ਆਤਮਾਵਾਂ ਧਰਤੀ ਤੇ ਹਨ। ਬੇਹੱਦ ਦੀ ਆਤਮਾਵਾਂ ਪਰਮ ਪ੍ਰਕਾਸ਼ ਅਤੇ ਪਰਮ ਤੱਤਾਂ ਦੀ ਬਣੀਆਂ ਹਨ ਅਤੇ ਹੱਦ ਦੀਆਂ ਆਤਮਾਵਾਂ ਆਕਾਸ਼, ਵਾਯੂ ਅਤੇ ਅਗਨੀ ਤੱਤ ਤੋਂ ਬਣੀਆਂ ਹਨ। ਪਰ ਉਹਨਾਂ ਤੇ ਵੀ ਪਾਵਰ ਦੇ ਹਿਸਾਬ ਨਾਲ ਵੱਖ-ਵੱਖ ਸ਼ਕਤੀਆਂ ਹਨ। ਹੱਦ ਅਤੇ ਬੇਹੱਦ ਦੀ ਆਤਮਾਵਾਂ ਦੀ ਮੁਕਤੀ ਅਤੇ ਜੀਵਨ ਮੁਕਤੀ ਹੋਈ। ਜਦੋਂ ਆਲਮਾਈਟੀ ਅਥਾਰਟੀ ਨੇ ਇਸ ਮਲਟੀਵਰਸ ਤੇ ਗੜਬੜ ਵੇਖੀ ਤੇ ਉਹ ਆਪ ਗੁਪਤ ਰੂਪ ਤੇ ਇਸ ਬ੍ਰਹਿਮੰਡ ਇੱਕ ਸੋਲਰ ਸਿਸਟਮ ਤੇ ਆਏ। ਸ਼ੁਰੂ ਤੇ ਜਿਸ ਨੇ ਵੀ ਰਚਨਾ ਬਣਾਈ ਸੀ ਪਰਮ ਤੱਤਾਂ ਦੀ ਬਣਾਈ ਸੀ। ਫਿਰ ਹੌਲੀ ਹੌਲੀ 3 ਤੱਤਾਂ ਦੀ ਰਚਨਾ ਹੋਈ ਅਤੇ ਫਿਰ 5 ਤੱਤਾਂ ਦੀ ਰਚਨਾ ਹੋਈ। ਸਥੂਲ ਜਗਤ ਦਾ ਕਾਰਨ ਕੀ ਹੈ, ਇਹ ਸਮਝਣ ਦੇ ਲਈ ਆਲਮਾਈਟੀ ਅਥਾਰਟੀ ਧਰਤੀ ਤੇ ਆਉਂਦੇ ਹਨ। ਬਦਲਾਵ ਦਾ ਪ੍ਰੋਸੈਸ ਇੱਕ ਸਾਇਲੈਂਸ ਚੁੱਪਚਾਪ ਪ੍ਰੋਸੈਸ ਹੈ। ਤੱਤਾਂ ਦੀ ਦੁਨੀਆ ਨੂੰ ਪਰਮ ਤੱਤਾਂ ਤੇ ਬਦਲਣ ਦਾ ਪ੍ਰੋਸੈਸ ਹੈ। ਬਦਲਾਵ ਜਾਂ ਪਰਿਵਰਤਨ ਇੱਕ ਪਰਮ ਸ਼ਾਂਤੀ ਦੀ ਪ੍ਰੋਸੈਸ ਹੈ। 108 ਜਾਣੀ 108 1008 ਯਾਨੀ 1008 16000 ਯਾਨੀ 16000 ਆਤਮਾਵਾਂ ਜਦੋਂ ਸੋਚਾਂ ਵਿਚਾਰਾਂ ਤੋਂ ਰਹਿਤ, ਸੰਕਲਪਾਂ ਤੋਂ ਰਹਿਤ ਅਵਸਥਾ ਧਾਰਨ ਕਰ ਲੈਣਗੇ, ਉਦੋਂ ਬੇਹੱਦ ਦਾ ਬਾਪ 9 ਲੱਖ ਜਾਣੇ 9 ਲੱਖ ਆਤਮਾਵਾਂ ਦੇ ਸਾਹਮਣੇ ਪ੍ਰਤੱਖ ਹੋਣਗੇ। ਬੇਹੱਦ ਦੇ ਬਾਪ ਅਵਿਅਕਤ ਜਾਣੀ ਵਿਖਾਈ ਨਾ ਦੇਣ ਵਾਲੇ ਰੂਪ ਤੋਂ ਪ੍ਰਤੱਖ ਹੋਣਗੇ। ਅੰਤ ਤੇ ਬੇਹੱਦ ਦੀ ਆਤਮਾਵਾਂ ਨੂੰ ਬੇਹੱਦ ਦੇ ਬਾਪ ਨਜ਼ਰਾਂ ਤੋਂ ਨਿਹਾਲ ਕਰਨਗੇ। ਪਰ ਸਾਰੀਆਂ ਬੇਹੱਦ ਦੀ ਆਤਮਾਵਾਂ ਦੇ ਉੱਪਰ ਇਹ 5 ਤੱਤਾਂ ਦੇ ਸਰੀਰ ਦਾ ਕਵਰ ਚੜਿਆ ਹੈ। ਬੇਹੱਦ ਦੇ ਬਾਪ ਜਦੋਂ ਪਰਮ ਲਾਈਟ ਦਾ ਪ੍ਰਕਾਸ਼ ਦੇਣਗੇ, ਉਦੋਂ ਬੇਹੱਦ ਦੀ ਆਤਮਾਵਾਂ ਆਪਣੀ ਸ਼ਕਤੀ ਨੂੰ ਜਾਣਨਗੀਆਂ। ਇੱਕ ਆਤਮਾ ਤੇ ਖਰਬਾਂ ਸੂਰਜਾਂ ਦਾ ਪ੍ਰਕਾਸ਼ ਹੈ, ਪਰ ਮਨੁੱਖ ਅਵਤਾਰ ਤੇ ਆਪਣੀ ਅਸਲੀ ਪਾਵਰ ਭੁੱਲ ਗਈਆਂ ਹਨ।
ਪਰਮ ਲਾਈਟ ਦਾ ਹਵਾਈ ਜਹਾਜ਼ ਹੋਏਗਾ ਅਤੇ ਉਹਨਾਂ ਬੇਹੱਦ ਦੀ ਆਤਮਾਵਾਂ ਨੂੰ ਸਾਕਾਰੀ ਤੋਂ ਆਕਾਰੀ ਅਤੇ ਨਿਰਾਕਾਰੀ ਰੂਪ ਤੇ ਬਦਲ ਦੇਵੇਗਾ। ਸਾਕਾਰੀ ਮਤਲਬ ਪੰਜ ਤੱਤ, ਆਕਾਰੀ ਮਤਲਬ ਪਰਮ ਤੱਤ ਅਤੇ ਨਿਰਾਕਾਰੀ ਮਤਲਬ ਪਰਮ ਪ੍ਰਕਾਸ਼ ਅਤੇ ਆਤਮ ਸਰੂਪ ਜਾਣੀ ਸੋਲ ਕੌਨਸ਼ੀਅਸ ਦੀ ਅਵਸਥਾ ਹੁੰਦੀ ਹੈ। ਬਦਲਾਵ ਦੇ ਸਮੇਂ ਹੱਦ ਅਤੇ ਬੇਹੱਦ ਦਾ ਸਮਾਂ ਵੱਖਰਾ ਹੋ ਜਾਏਗਾ। ਉੱਚੇ ਤੋਂ ਉੱਚੇ ਪਰਮ ਧਾਮ ਤੇ ਬੇਹੱਦ ਦੀ ਆਤਮਾਵਾਂ ਜਾਣਗੀਆਂ। ਧਰਤੀ ਤੇ ਵੀ ਪਰਮ ਤੱਤ ਉਤਰਨਗੇ। ਜਦੋਂ ਮਨੁੱਖ ਸਵਾਸ ਲੈਣਗੇ ਤੇ ਪਰਮ ਵਾਯੂ ਅੰਦਰ ਜਾਏਗਾ, ਮਨੁੱਖ ਦੀ ਸੋਚ ਬਦਲ ਜਾਏਗੀ। ਜਦੋਂ ਵਾਯੂ ਤੱਤ ਸ਼ੁੱਧ ਹੋ ਜਾਏਗਾ, ਸਰੀਰ ਦਾ ਵਾਯੂ ਤੱਤ ਬਦਲ ਜਾਏਗਾ। ਵਾਯੂ ਤੋਂ ਵਿਚਾਰ ਬਦਲ ਜਾਣਗੇ। ਸੁਨਹਿਰੀ ਯੁੱਗ ਤੇ ਆਤਮਾਵਾਂ ਦੀ ਅਵਸਥਾ ਸਤੋ ਪ੍ਰਧਾਨ ਅਵਸਥਾ ਹੁੰਦੀ ਹੈ। ਬੇਹੱਦ ਦੀ ਆਤਮਾਵਾਂ ਦੀ ਹੀਰੇ ਦੀ ਉਮਰ ਹੁੰਦੀ ਹੈ। ਇਹ ਮਾਤ ਲੋਕ ਅਮਰ ਲੋਕ ਬਣ ਜਾਏਗਾ। ਕਦੀ ਵੀ ਜਨਮ ਮਰਨ ਨਹੀਂ ਹੋਏਗਾ। ਪੂਰੀ ਦੁਨੀਆ ਪਰਮ ਪ੍ਰਕਾਸ਼ ਅਤੇ ਪਰਮ ਤੱਤਾਂ ਦੀ ਹੋ ਜਾਏਗੀ। ਅਵਿਨਾਸ਼ੀ ਅਮਰ ਲੋਕ ਬਣੇਗਾ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਸਭ ਖਤਮ ਹੋ ਜਾਣਗੇ ਕਿਉਂਕਿ ਇਹ ਸਭ ਤੋਂ ਇਸ ਧਰਤੀ ਤੇ ਹੁੰਦੇ ਹਨ। ਸਥੂਲ ਤੱਤ ਨਹੀਂ ਰਹਿਣਗੇ, ਸਾਰੇ ਪਰਮ ਤੱਤਾਂ ਵਿੱਚ ਬਦਲ ਜਾਣਗੇ। ਵਿਨਾਸ਼ ਜਾਂ ਸਮਾਪਤੀ ਨਹੀਂ ਹੋਏਗੀ। ਬੇਹੱਦ ਦੇ ਬਾਪ ਇਸ ਧਰਤੀ ਅਤੇ ਮਲਟੀਵਰਸ ਤੇ ਬਦਲਾਵ ਕਰਨ ਲਈ ਆਏ ਹਨ। ਮੁਕਤੀ, ਜੀਵਨ ਮੁਕਤੀ ਦਾ ਕੰਮ ਸ਼ੁਰੂ ਹੋਏਗਾ। ਆਪਣੇ ਆਪ ਦੇ ਬਦਲਾਵ ਤੋਂ ਹੀ ਸੰਸਾਰ ਦਾ ਬਦਲਾਵ ਹੋ ਸਕਦਾ ਹੈ ਤੇ ਪਹਿਲਾਂ ਆਪਣੇ ਆਪ ਦੇ ਬਦਲਾਵ ਨੂੰ ਸਮਝਣਾ ਹੋਏਗਾ। ਵਿਖਾਈ ਦੇਣ ਤੋਂ ਨਾ ਵਿਖਾਈ ਦੇਣਾ ਹੀ ਆਪਣੇ ਆਪ ਦਾ ਬਦਲਾਵ ਹੈ। ਜਦੋਂ ਆਤਮਾ ਆਪਣੇ ਆਪ ਦਾ ਬਦਲਾਵ ਕਰਦੀ ਹੈ ਤੇ ਉਸ ਦੇ ਸਰੀਰ ਦਾ ਵੀ ਬਦਲਾਵ ਹੁੰਦਾ ਹੈ। ਤਾਂ ਵਿਖਾਈ ਦੇਣ ਅਤੇ ਨਾ ਵਿਖਾਈ ਦੇਣ ਦਾ ਕੀ ਮਤਲਬ ਹੈ? ਵਿਖਾਈ ਦੇਣ ਦਾ ਮਤਲਬ ਪੰਜ ਤੱਤ ਅਤੇ ਨਾ ਵਿਖਾਈ ਦੇਣ ਦਾ ਮਤਲਬ ਪਰਮ ਲਾਈਟ। ਜਦੋਂ ਆਤਮਾ ਆਪਣੇ ਆਪ ਦਾ ਬਦਲਾਵ ਕਰ ਲਵੇ, ਜਾਣੀ ਕਿ ਆਤਮਾ ਪਰਮ ਪ੍ਰਕਾਸ਼ ਸਰੂਪ ਤੇ ਸਥਿਤ ਹੋ ਜਾਵੇ ਤੇ ਆਤਮਾ ਅੰਤਵਾਹਕ ਸਰੀਰ ਜਾਣੀ ਕਾਰਨ ਸਰੀਰ ਧਾਰਨ ਕਰ ਲਵੇਗੀ। ਇੱਕ ਇੱਕ ਬੇਹੱਦ ਦੀ ਆਤਮਾ ਦੇ ਅੰਦਰ ਖਰਬਾਂ ਪਰਮ ਲਾਈਟ ਦੇ ਸੂਰਜਾਂ ਦੀ ਸ਼ਕਤੀ ਹੈ ਤੇ ਜਿਸ ਤਰ੍ਹਾਂ ਹੀ ਬੇਹੱਦ ਦੀ ਆਤਮਾਵਾਂ ਆਪਣੇ ਆਪ ਦਾ ਸਵ ਪਰਿਵਰਤਨ ਜਾਣੀ ਬਦਲਾਵ ਕਰਨਗੀਆਂ ਤੇ ਵਾਤਾਵਰਣ ਤੇ ਪਰਮ ਪ੍ਰਕਾਸ਼ ਫੈਲਦਾ ਜਾਏਗਾ ਅਤੇ ਇਸ ਤਰ੍ਹਾਂ ਹੀ ਜਦੋਂ 108 ਜਾਣੀ 108, 1008 ਯਾਨੀ 1008, 16000 ਯਾਨੀ 16000 ਅਤੇ ਫਿਰ 9 ਲੱਖ ਜਾਣੀ 9 ਲੱਖ ਬੇਹੱਦ ਦੀ ਆਤਮਾਵਾਂ ਆਪਣੇ ਆਪ ਦਾ ਬਦਲਾਵ ਕਰ ਲੈਣਗੀਆਂ ਤੇ ਪੂਰੇ ਦੇ ਪੂਰੇ ਬ੍ਰਹਮੰਡ ਤੇ ਪਰਮ ਪ੍ਰਕਾਸ਼ ਫੈਲ ਜਾਏਗਾ। ਇਸ ਤਰ੍ਹਾਂ ਬੇਹੱਦ ਦੇ ਸੰਸਾਰ ਦਾ ਬਦਲਾਵ ਸ਼ੁਰੂ ਹੋ ਜਾਏਗਾ। ਫਿਰ ਇੱਕ ਧਰਤੀ ਬਦਲੇਗੀ, ਫਿਰ ਇੱਕ ਸੋਲਰ ਸਿਸਟਮ, ਫਿਰ ਗੈਲੈਕਸੀ, ਫਿਰ ਸਾਡਾ ਯੂਨੀਵਰਸ ਅਤੇ ਇਸ ਤਰ੍ਹਾਂ ਵੱਧਦੇ ਸਾਡਾ 100 ਕਲਾ ਯਾਨੀ 100 ਕਲਾ ਦਾ ਬ੍ਰਹਮੰਡ ਜਾਣੀ ਕਿ ਪੂਰਾ ਦਾ ਪੂਰਾ ਮਲਟੀਵਰਸ ਦਾ ਹੀ ਬਦਲਾਵ ਹੋ ਜਾਏਗਾ ਅਤੇ ਇਸ ਤਰ੍ਹਾਂ ਮਾਤ ਲੋਕ ਅਮਰ ਲੋਕ ਬਣ ਜਾਏਗਾ। ਇੱਥੇ ਫਿਰ ਕਦੀ ਵੀ ਪੰਜ ਤੱਤਾਂ ਦੀ ਦੁਨੀਆ ਨਹੀਂ ਹੋਏਗੀ। ਬੇਹੱਦ ਦੇ ਸੰਸਾਰ ਦਾ ਬਦਲਾਵ ਹੋਣ ਵਾਲਾ ਹੈ। ਸਿਰਫ ਇਸ ਧਰਤੀ ਦਾ ਹੀ ਨਹੀਂ, ਸੰਪੂਰਨ ਵਿਸ਼ਵ ਮਲਟੀਵਰਸ ਦਾ ਬਦਲਾਵ ਹੋਏਗਾ। ਇਹ ਮਾਤ ਲੋਕ ਅਮਰ ਲੋਕ ਬਣ ਜਾਏਗਾ। ਤੱਤਾਂ ਤੋਂ ਪਰਮ ਤੱਤਾਂ ਦੀ ਦੁਨੀਆ ਬਣੇਗੀ ਅਤੇ ਬੇਹੱਦ ਦੀ ਆਤਮਾਵਾਂ ਨੂੰ ਮੁਕਤੀ ਅਤੇ ਜੀਵਨ ਮੁਕਤੀ ਮਿਲੇਗੀ। ਅਜੇ ਸਮਾਂ ਹੈ, ਸਭ ਨੂੰ ਬੇਹੱਦ ਦੇ ਬਾਪ ਨੂੰ ਯਾਦ ਕਰਨਾ ਚਾਹੀਦਾ। ਆਤਮਾ ਤੇ ਪਾਵਰ ਆਏਗੀ ਤੇ ਮਾੜੇ ਕਰਮ ਸਮਾਪਤ ਹੋਣਗੇ। ਜਦੋਂ ਬਦਲਾਵ ਦਾ ਸਮਾਂ ਸ਼ੁਰੂ ਹੋਏਗਾ ਤੇ 33 ਕੋਟੀ ਜਾਨੀ 33 ਕੋਟੀ ਦੇਵੀ ਦੇਵਤਾ ਤੇ ਆਪਣੇ ਆਪਣੇ ਮੂਲ ਸਥਾਨ ਜਾਨੀ ਬ੍ਰਹਮੰਡਾਂ ਤੇ ਚਲੇ ਜਾਣਗੇ। ਬੇਹੱਦ ਦੀ ਆਤਮਾਵਾਂ ਵੀ ਬੇਹੱਦ ਦੇ ਪਰਮ ਧਾਮ ਤੇ ਚਲੀ ਜਾਣਗੀਆਂ। ਮਲਟੀਵਰਸ ਨੂੰ ਸਦਾ ਦੇ ਲਈ ਅਮਰ ਲੋਕ ਬਣਾ ਦੇਵਾਂਗੇ। ਅਧਿਆਇ 10 ਕਿਸ ਤਰ੍ਹਾਂ ਬਣੀਏ ਸਹਿਯੋਗੀ। ਅਸੀਂ ਬੇਹੱਦ ਦੀ ਪਰਮ ਸ਼ਕਤੀਆਂ ਹਾਂ। ਜੇਕਰ ਅਸੀਂ ਇਸ ਮੰਤਰ ਨੂੰ ਯਾਦ ਰੱਖੀਏ ਤੇ ਅਸੀਂ ਨਾ ਰੁਕਣ ਵਾਲੇ ਜਾਨੀ ਅਨਸਟਾਪੇਬਲ ਬਣ ਜਾਵਾਂਗੇ। ਭਾਵ ਸਾਨੂੰ ਕੋਈ ਵੀ ਰੋਕ ਨਹੀਂ ਸਕੇਗਾ। ਸਾਨੂੰ ਆਪਣੇ ਦਿਨ ਦੇ 60,000 ਯਾਨੀ 60,000 ਸੈਕਿੰਡਸ
ਐਸੀ ਸੰਕਲਪ ਯਾਨੀ ਵਿਚਾਰ ਅਤੇ ਸੋਚ 'ਚ ਲਗਾਣੇ ਹਨ ਕਿ ਅਸੀਂ ਸਾਰੀਆਂ ਆਤਮਾਵਾਂ ਪਰਮ ਤੱਤ, ਪਰਮ ਜੋਤ, ਸੂਰਜ ਦੀ ਤਰ੍ਹਾਂ ਪ੍ਰਕਾਸ਼ਿਤ ਹੋ ਗਏ ਹਾਂ। ਜਦੋਂ 108 9 ਲੱਖ ਆਤਮਾਵਾਂ ਸੂਰਜ ਦੀ ਤਰ੍ਹਾਂ ਪਰਮ ਪ੍ਰਕਾਸ਼ ਵਾਂਗ ਬਣ ਜਾਣਗੀਆਂ, ਉਦੋਂ ਵਾਯੂਮੰਡਲ ਬਦਲ ਜਾਏਗਾ। ਜਦੋਂ ਅਸੀਂ ਪਰਮ ਤੱਤਾਂ ਦੇ ਸਾਗਰ ਵਰਗੇ ਬਣ ਜਾਵਾਂਗੇ, ਉਦੋਂ ਵਾਯੂਮੰਡਲ ਤੇ ਅਜਿਹਾ ਬਦਲਾਅ ਆਏਗਾ ਕਿ ਸਾਧਾਰਨ ਇਨਸਾਨ ਕਿਸੇ ਵੀ ਤਰ੍ਹਾਂ ਦੇ ਵਿਸ਼ਾ ਵਿਕਾਰਾਂ ਦੇ ਬਾਰੇ ਤੇ ਸੋਚ ਵੀ ਨਹੀਂ ਕਰ ਸਕੇਗਾ, ਕਿਉਂਕਿ ਵਾਯੂਮੰਡਲ ਜਾਣੀ ਵਾਤਾਵਰਣ ਉਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਨੈਗੇਟਿਵ ਜਾਂ ਮਾੜੀਆਂ ਸੋਚਾਂ ਦੀ ਤਰੰਗਾਂ ਨੂੰ ਆਣ ਨਹੀਂ ਦੇਵੇਗਾ। ਗੀਤਾ ਤੇ ਵੀ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਹੈ ਕਿ ਗਿਆਨ ਵਰਗੀ ਕੋਈ ਚੀਜ਼ ਜਾਂ ਪਦਾਰਥ ਨਹੀਂ ਹੈ, ਨਾ ਕੋਈ ਤੱਤ। ਗਿਆਨ ਤੇ ਹੀ ਆਨੰਦ ਹੈ, ਗਿਆਨ ਤੋਂ ਹੀ ਸੁੱਖ ਪ੍ਰਾਪਤ ਹੁੰਦਾ ਹੈ। ਸਾਡੀ ਆਤਮਾ ਦੀ ਚੇਤਨਾ ਦਾ ਸਤਰ ਜਾਣੀ ਪੱਧਰ ਵੱਧ ਜਾਂਦਾ ਹੈ, ਉਦੋਂ ਸਾਡੀ ਆਤਮਾ ਤੇ ਬਲ ਅਤੇ ਸ਼ਕਤੀ ਆਉਂਦੀ ਹੈ। ਸਾਨੂੰ ਸਾਡੀ ਬੁੱਧ ਬੇਹੱਦ ਤੇ ਲਗਾਣੀ ਹੈ। ਆਪ ਜੀ ਨੂੰ ਪਰਮ ਸੁੱਖ ਦਾ ਅਨੁਭਵ ਕਦੋਂ ਹੋਏਗਾ? ਜਦੋਂ ਆਪ ਜੀ ਪਰਮ ਲਾਈਟ ਤੋਂ ਭਰੇ ਹੋਗੇ, ਉਦੋਂ ਆਪ ਜੀ ਦੀ ਰਚਨਾ ਜੋ ਕਿ ਆਪ ਜੀ ਦੇ 100 ਖਰਬ ਸੈਲਸ ਤੋਂ ਨਿਕਲੀ ਹੈ, ਭਾਵੇਂ ਉਹ ਸਾਕਾਰ ਰੂਪ ਤੇ ਹੋਵੇ, ਸੂਖਮ ਜਗਤ ਤੇ ਹੋਵੇ ਜਾਂ ਪਾਰਲੌਕਿਕ ਜਾਂ ਨਿਰਾਕਾਰੀ ਜਗਤ ਤੇ ਹੋਵੇ, ਆਪ ਜੀ ਉਹਨਾਂ ਨੂੰ ਸੁੱਖ ਸ਼ਾਂਤੀ ਦੀ ਅਨੁਭੂਤੀ ਜਾਂ ਅਹਿਸਾਸ ਕਰਾ ਸਕੋਗੇ। ਆਪ ਜੀ ਦੀ ਰਚਨਾ ਨੂੰ ਜੋ ਚਾਹੀਦਾ ਉਹ ਪ੍ਰਾਪਤ ਹੋਏਗਾ। ਮੁਕਤੀ ਚਾਹੀਦੀ ਹੋਏਗੀ ਤੇ ਮੁਕਤੀ ਮਿਲੇਗੀ, ਅਤੇ ਜੇਕਰ ਗਿਆਨ ਚਾਹੀਦਾ ਹੋਏਗਾ ਤੇ ਗਿਆਨ ਮਿਲੇਗਾ। ਜੇਕਰ ਆਪ ਜੀ ਬੇਹੱਦ ਦੇ ਹੋਵੋਗੇ ਤੇ ਆਪਣੀ ਰਚਨਾ ਨੂੰ ਬੇਹੱਦ ਦੀ ਖੁਸ਼ੀ ਦੇ ਸਕੋਗੇ। ਆਪ ਜੀ ਆਪਣੀ ਰਚਨਾ ਨੂੰ ਜੀਵਨ ਮੁਕਤੀ ਦੇਣ ਦੇ ਨਿਮਿਤ ਬਣੋਗੇ ਅਤੇ ਜੀਵਨ ਮੁਕਤੀ ਦੇ ਦਾਤਾ ਬਣ ਜਾਓਗੇ। ਸਾਨੂੰ ਸਿਰਫ ਉਸ ਬੇਹੱਦ ਦੇ ਬਾਪ ਤੇ ਨਿਸ਼ਚੈ ਕਰਨਾ ਹੈ ਅਤੇ ਸਾਨੂੰ ਆਪਣੇ ਕਰਮ ਕਰਨੇ ਹਨ, ਬਾਕੀ ਬੇਹੱਦ ਦੇ ਬਾਪ ਕਰਵਾ ਲੈਣਗੇ। ਵਾਤਾਵਰਣ ਨੂੰ ਬਦਲਣਾ ਹੈ ਤੇ ਬਾਪੂ ਜੀ ਦਾ ਗਿਆਨ ਸੁਣੋ। ਆਪਣੇ ਖੁਦ ਦੀ ਅਵਸਥਾ ਚੜ੍ਹਦੀ ਕਲਾ ਦੀ ਬਣੇਗੀ ਅਤੇ ਸਾਡੀ ਸੋਚ ਬੇਹੱਦ ਤੇ ਜਾਏਗੀ ਅਤੇ ਪਵਿੱਤਰ ਬਣੇਗੀ। ਸਾਡਾ ਔਰਾ ਪਵਿੱਤਰ ਚਿੱਟੇ ਪ੍ਰਕਾਸ਼ ਤੋਂ ਭਰ ਜਾਏਗਾ। ਸਦਾ ਇਹ ਹੀ ਸੰਕਲਪ ਜਾਂ ਸੋਚ ਕਰੀਏ ਕਿ ਸਾਡੇ ਹਰ ਸਵਾਸ ਤੇ ਪਰਮ ਤੱਤ ਸਾਡੇ ਅੰਦਰ ਆ ਰਹੇ ਹਨ ਅਤੇ ਬਾਹਰ ਵਾਯੂ ਫੈਲ ਰਹੇ ਹਨ। ਸਾਡੇ ਚਾਰੇ ਪਾਸੇ ਸ਼ੁੱਧ ਵਾਈਟ ਲਾਈਟ ਦਾ, ਸ਼ੁੱਧ ਚਿੱਟੇ ਪ੍ਰਕਾਸ਼ ਦਾ ਇੱਕ ਵਸਤਰ ਜਾਂ ਕਵਚ ਬਣ ਗਿਆ ਹੈ। ਸਾਡੇ ਦਿਲ ਤੋਂ ਸਾਡੇ ਦਿਮਾਗ ਤੇ 5000 ਗੁਣਾ ਜ਼ਿਆਦਾ ਸ਼ਕਤੀ ਹੁੰਦੀ ਹੈ। ਵਿਗਿਆਨ ਨੇ ਇਸ ਗੱਲ ਨੂੰ ਸਾਬਿਤ ਕੀਤਾ ਹੈ। ਤੇ ਜੇਕਰ ਅਸੀਂ ਬੇਹੱਦ ਦੇ ਬਾਪ ਨੂੰ ਦਿਲ ਤੋਂ ਯਾਦ ਕਰਦੇ ਹਾਂ ਅਤੇ ਉਹਨਾਂ ਤੋਂ ਲਵਲੀਨ ਅਵਸਥਾ, ਉਹਨਾਂ ਦੇ ਪਿਆਰ ਤੇ ਉਹਨਾਂ ਨਾਲ ਇੱਕ ਰੂਪ ਹੋ ਜਾਣ ਦੀ ਅਵਸਥਾ ਬਣਾਉਂਦੇ ਹਾਂ ਤੇ ਸਾਡੇ ਅੰਦਰ ਬੇਅੰਤਾ ਬੇਅੰਤ ਬ੍ਰਹਮੰਡਾਂ ਦੀ ਸ਼ਕਤੀ ਆਉਂਦੀ ਹੈ। ਗਿਆਨ ਨੂੰ ਛੱਡ ਕੇ ਹੋਰ ਕੁਝ ਸੋਚਣਾ ਹੀ ਨਹੀਂ ਹੈ। ਜਿਸ ਤਰ੍ਹਾਂ ਆਪ ਜੀ ਦੀ ਸ਼ਕਤੀਆਂ ਵਧਣਗੀਆਂ, ਆਪ ਜੀ ਨੂੰ ਬੇਹੱਦ ਦਾ ਗਿਆਨ ਸਮਝ ਤੇ ਆਉਣ ਲੱਗੇਗਾ। ਜੋ ਬੇਹੱਦ ਦੇ ਬੱਚੇ ਹਨ, ਉਹਨਾਂ ਨੂੰ ਇਹ ਸੰਕਲਪ ਕਰਨਾ ਹੈ ਕਿ ਮੈਂ ਬੇਹੱਦ ਦੀ ਪਰਮ ਮਹਾਨ ਆਤਮਾ ਹਾਂ। ਇਸ ਤੋਂ ਸਾਡੇ ਵਾਈਬ੍ਰੇਸ਼ਨ ਜਾਂ ਤਰੰਗਾਂ ਬਣਨਗੀਆਂ। ਲਗਾਤਾਰ ਇਹ ਹੀ ਸੋਚਣਾ ਹੈ ਕਿ ਮੈਂ ਬੇਹੱਦੀ ਪਰਮ ਮਹਾਨ ਆਤਮਾ ਹਾਂ। ਮੈਂ ਮਸਤਕ ਦੇ ਵਿਚਕਾਰ ਬਿੰਦੀ ਦੇ ਸਥਾਨ ਤੇ ਜਾਣੀ ਪ੍ਰਿਕਟੀ ਤੇ ਰਹਿੰਦੀ ਹਾਂ। ਮੇਰੇ ਰਚਨਾਕਾਰ ਬੇਹੱਦ ਦੇ ਦਾਦਾ ਜੀ ਹਨ ਅਤੇ ਮੈਨੂੰ ਬੇਹੱਦ ਦੇ ਦਾਦਾ ਜੀ ਤੋਂ ਪਾਵਰ ਲੈਣੀ ਹੈ। ਆਕਾਰੀ ਸਰੂਪ ਤੇ ਵੀ ਨਿਰਾਕਾਰੀ ਰੂਪ ਆਲਮਾਈਟੀ ਤੋਂ ਪਾਵਰ ਲੈਂਦੇ ਹੋਏ ਸਾਨੂੰ ਇਹ ਸੰਕਲਪ ਕਰਨਾ ਹੈ, ਬੇਹੱਦ ਦੇ ਬੇਹੱਦ ਕੀ ਪਰਮ ਮਹਾਸ਼ਾਂਤੀ ਹੈ। ਆਪ ਜੀ ਦਾ ਔਰਾ ਵੀ ਚੰਗਾ ਹੋ ਜਾਏਗਾ। ਜਦੋਂ ਆਤਮਾ ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਕਰਦੀ ਹੈ ਤੇ ਉਸ ਦੀ ਬੁੱਧ ਤੇ ਬੇਹੱਦ ਦਾ ਵੈਰਾਗ ਆਏਗਾ। ਹੱਦ ਦੀ ਚੀਜ਼ਾਂ ਤੋਂ ਵੈਰਾਗ ਆਏਗਾ। ਆਤਮਾ ਤੇ ਸ਼ਕਤੀ ਆਏਗੀ। ਆਤਮਾ ਲਾਈਟ ਸਰੂਪ ਦਾ ਅਹਿਸਾਸ ਕਰੇਗੀ।
ਜਦੋਂ ਆਤਮਾ ਆਤਮ ਸਰੂਪ ਦੀ ਅਹਿਸਾਸ ਕਰੇਗੀ, ਉਸ ਦੇ ਕਾਰਨ ਅਤੇ ਸੂਖਮ ਸਰੀਰ ਤੇ ਪਰਮ ਤੱਤ ਆਣਗੇ। ਉਹ ਪਰਮ ਸੁਖ ਦਾ ਅਹਿਸਾਸ ਕਰੇਗੀ। ਆਪ ਜੀ ਦਾ ਔਰਾ ਵੀ ਪਰਮ ਤੱਤ ਦਾ ਹੋ ਜਾਏਗਾ। ਬੁੱਧ ਹਮੇਸ਼ਾ ਪਰਮ ਗਿਆਨ ਤੇ ਰਹੇਗੀ। ਸਵ ਪਰਿਵਰਤਨ ਭਾਵ ਆਪਣੇ ਆਪ ਦੇ ਬਦਲਾਵ ਤੋਂ ਸੰਸਾਰ ਦਾ ਬਦਲਾਵ ਹੋਏਗਾ। ਗਿਆਨ ਦਾ ਸੰਖੇਪ: 8 ਘੰਟੇ ਬੇਹੱਦ ਦੇ ਗਿਆਨ ਤੇ ਲਗਾਓ। ਆਤਮ ਸਰੂਪ ਦਾ ਅਹਿਸਾਸ ਕਰੋ। ਔਰਾ ਸ਼ੁੱਧ ਕਰੋ। ਔਰਾ ਪਰਮ ਲਾਈਟ ਤੋਂ ਭਰਿਆ ਰਹੇ। ਉਸ ਦੇ ਲਈ ਯੋਗ ਕਰੋ। ਵਾਯੂਮੰਡਲ ਦਾ ਬਦਲਾਵ ਕਰੋ। ਪਰਮ ਤੱਤ ਪਰਮ ਲਾਈਟ ਆਪਣੇ ਅੰਦਰ ਉਤਾਰੋ। ਇਹੀ ਯਤਨ ਜਾਂ ਪੁਰਸ਼ਾਰਥ ਰਵੇ ਕਿ ਮੈਂ ਬੇਹੱਦ ਦੀ ਪਰਮ 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 ਚੰਗੀ ਜਾਂ ਚੰਗਾ ਹਾਂ। ਸਾਨੂੰ ਬੁੱਧ ਤੋਂ ਬੇਹੱਦੀ ਕਲਾ ਤੇ ਵੀ ਪਾਰ ਜਾਣਾ ਹੈ ਅਤੇ ਬੇਹੱਦ ਦੀ ਸ਼ਕਤੀਆਂ ਨੂੰ ਯਾਦ ਕਰਨਾ ਹੈ। ਬੇਹੱਦ ਦੇ ਬਾਪ ਤੋਂ ਪਾਵਰ ਲੈਣੀ ਹੈ। ਅਧਿਆਇ 11 ਆਤਮ ਸਰੂਪ ਤੇ ਪਰਮ ਪ੍ਰਕਾਸ਼ ਦੀ ਅਨੁਭੂਤੀ। ਅੱਜ ਸਾਰੇ ਜਾਣਦੇ ਹਨ ਕਿ ਇਸ ਸਰੀਰ ਨੂੰ ਚਲਾਉਣ ਵਾਲੀ ਆਤਮਾ ਹੁੰਦੀ ਹੈ। ਆਤਮਾ ਦੀ ਹੋਂਦ ਜਾਣੀ ਮੌਜੂਦਗੀ ਨੂੰ ਅੱਜ ਸਾਰੇ ਧਰਮ ਮੰਨਦੇ ਹਨ। ਕੁਝ ਧਰਮ ਆਤਮਾ ਕਹਿੰਦੇ ਹਨ, ਕੁਝ ਰੂਹ ਵੀ ਕਹਿੰਦੇ ਹਨ, ਕੁਝ ਸੋਲ ਵੀ ਕਹਿੰਦੇ ਹਨ। ਆਤਮਾ ਸਾਡੇ ਵੱਡੇ ਮਾਈਂਡ ਦੇ ਵਿਚਕਾਰ ਜਾਣੀ ਪ੍ਰਗਟੀ ਤੇ ਰਹਿੰਦੀ ਹੈ। ਵਿਗਿਆਨ ਅਜੇ ਆਤਮਾ ਦੀ ਮੌਜੂਦਗੀ ਨੂੰ ਨਹੀਂ ਮੰਨਦਾ ਹੈ, ਪਰ ਉਹਨਾਂ ਦਾ ਮੰਨਣਾ ਹੈ ਕਿ ਆਤਮਾ ਇੱਕ ਚੇਤਨ ਸ਼ਕਤੀ ਜਾਣੀ ਕੌਨਸ਼ੀਅਸ ਐਨਰਜੀ ਹੈ ਜੋ ਜਾਗਰਤ ਹੈ। ਆਤਮਾ ਪ੍ਰਗਟੀ ਦੇ ਵਿਚਕਾਰ ਰਹਿੰਦੀ ਹੈ। ਸਾਡੇ ਸ਼ਾਸਤਰਾਂ ਤੇ ਆਤਮਾ ਨੂੰ ਬ੍ਰਹਮ ਸਰੂਪ ਵੀ ਦੱਸਿਆ ਗਿਆ ਹੈ। ਬ੍ਰਹਮ ਮਤਲਬ ਪ੍ਰਕਾਸ਼। ਸ਼ਿਵ ਦੇ ਨਿਰਾਕਾਰੀ ਰੂਪ ਨੂੰ ਬ੍ਰਹਮ ਕਵਾਂਗੇ। ਆਤਮ ਸਰੂਪ ਦੀ ਅਹਿਸਾਸ ਕਰਨ ਦੇ ਲਈ ਪਹਿਲਾਂ ਇਹ ਵਿਚਾਰ ਜਾਂ ਸੰਕਲਪ ਬਾਰ-ਬਾਰ ਦੁਹਰਾਉਣਾ ਪੈਂਦਾ ਹੈ ਕਿ ਮੈਂ ਆਤਮਾ ਹਾਂ। ਤੁਰਦੇ ਫਿਰਦੇ ਕੰਮ ਕਰਦੇ ਇਹੀ ਵਿਚਾਰ ਚੱਲੇ ਕਿ ਮੈਂ ਆਤਮਾ ਹਾਂ। ਇਸ ਤੋਂ ਮਨੁੱਖ ਆਪਣੇ ਆਪ ਨੂੰ ਸਰੀਰ ਤੋਂ ਰਹਿਤ ਮਹਿਸੂਸ ਕਰਦਾ ਹੈ। ਆਤਮਾ ਇੱਕ ਜੋਤ ਸਰੂਪ ਹੈ। ਅੱਜ ਇਸ ਤਮੋ ਪ੍ਰਧਾਨ ਵਾਤਾਵਰਣ ਜਾਣੀ ਮਾੜੇ ਵਿਚਾਰਾਂ ਦੇ ਵਾਤਾਵਰਣ ਤੇ ਮਨੁੱਖ ਦੇ ਲਈ ਆਤਮ ਸਰੂਪ ਦਾ ਅਹਿਸਾਸ ਕਰਨਾ ਬਹੁਤ ਮੁਸ਼ਕਿਲ ਹੈ। ਆਤਮ ਸਰੂਪ ਦੀ ਮਹਿਸੂਸਤਾ ਆਤਮਾ ਨੂੰ ਪਰਮਾਤਮਾ ਦੇ ਨਾਲ ਸੰਬੰਧ ਜੋੜ ਕੇ ਹੋ ਸਕਦੀ ਹੈ। ਗੀਤਾ ਤੇ ਵੀ ਲਿਖਿਆ ਹੈ, ਤੂੰ ਮੈਨੂੰ ਦੇ ਅਤੇ ਦੇ ਸਾਰੇ ਸੰਬੰਧ ਭੁੱਲ ਕੇ ਆਤਮ ਸਰੂਪ ਬਣ, ਮੈਨੂੰ ਪਰਮਾਤਮਾ ਨੂੰ ਯਾਦ ਕਰ ਤੇ ਮੈਂ ਤੇਰੇ ਸਾਰੇ ਪਾਪਾਂ ਦਾ ਵਿਨਾਸ਼ ਕਰ ਦਵਾਂਗਾ। ਆਤਮਾ ਜਦੋਂ ਨਿਰਾਕਾਰੀ ਸ਼ਿਵ ਪਰਮਾਤਮਾ ਤੇ ਜੁੜਦੀ ਹੈ ਤੇ ਉਸ ਤੇ ਪਾਵਰ ਆਂਦੀ ਹੈ ਅਤੇ ਕਾਰਨ ਸਰੀਰ ਤੇ ਵੀ ਪਾਵਰ ਆਂਦੀ ਹੈ। ਥੋੜੇ ਮਾੜੇ ਕਰਮਾਂ ਦਾ ਵਿਨਾਸ਼ ਹੁੰਦਾ ਹੈ, ਪਰ ਉਸ ਸ਼ਕਤੀ ਨੂੰ ਨੈਗੇਟਿਵ ਵਿਚਾਰਾਂ ਅਤੇ ਸੰਕਲਪਾਂ ਤੇ ਇਸਤੇਮਾਲ ਕਰਨ ਕਰਕੇ ਪਾਵਰ ਖਤਮ ਹੋ ਜਾਂਦੀ ਹੈ। ਆਤਮ ਸਰੂਪ ਬਣ ਕੇ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਪਰਮਾਤਮਾ ਦੀ ਸ਼ਕਤੀ ਆਉਂਦੀ ਹੈ। ਸਾਧੂ ਸੰਤ ਗੁਰੂ ਨੂੰ ਯਾਦ ਕਰਨ ਤੋਂ ਕੋਈ ਪਾਵਰ ਨਹੀਂ ਮਿਲਦੀ। ਗੀਤਾ ਤੇ ਵੀ ਕਿਹਾ ਹੈ, ਜਿਸ ਨੂੰ ਯਾਦ ਕਰੋਗੇ ਉਸੇ ਨੂੰ ਪ੍ਰਾਪਤ ਕਰੋਗੇ। ਇਸ ਲਈ ਯੋਗ ਹਮੇਸ਼ਾ ਪਰਮਾਤਮਾ ਜਾਣੀ ਆਲਮਾਈਟੀ ਅਥਾਰਟੀ ਤੋਂ ਲਗਾਉਣਾ ਚਾਹੀਦਾ। ਸਿੱਧਾ ਪਾਵਰ ਹਾਊਸ ਤੋਂ ਯੋਗ ਕਰਨਾ ਚਾਹੀਦਾ। ਆਤਮ ਸਰੂਪ ਦਾ ਅਹਿਸਾਸ ਕਿਸ ਤਰ੍ਹਾਂ ਹੋਏਗਾ? ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਕਰਨ ਦੇ ਲਈ ਆਤਮਾ ਤੇ ਸ਼ਕਤੀ ਚਾਹੀਦੀ। ਸਿਰਫ ਬੋਲਣ ਮਾਤਰ ਤੋਂ ਕਿ ਮੈਂ ਆਤਮਾ ਹਾਂ, ਆਤਮ ਸਰੂਪ ਦੀ ਅਹਿਸਾਸ ਜਾਂ ਅਨੁਭੂਤੀ ਨਹੀਂ ਹੋਏਗੀ। ਇਹ ਇੱਕ ਲੰਬਾ ਯਤਨ ਜਾਂ ਪੁਰਸ਼ਾਰਥ ਅਤੇ ਅਭਿਆਸ ਹੈ। ਅੰਤਮ ਪੁਰਸ਼ਾਰਥ ਮਨ ਦਾ ਮੌਨ ਜਾਣੀ ਚੁੱਪ ਹੋਣਾ ਹੈ। ਅੰਤਰਮੁਖੀ ਸਦਾ ਸੁਖੀ ਦੇਵ ਸਰੂਪ ਭਾਵ ਪ੍ਰਕਾਸ਼ਵਾਨ ਸਰੂਪ ਨੂੰ ਧਾਰਨ ਕਰਨਾ ਹੈ। ਬੇਹੱਦ ਦੇ ਬਾਪ ਦਾ ਰੂਪ ਧਾਰਨ ਕਰਨ ਨਾਲ ਵਿਕਰਮ ਜਾਣੀ ਮਾੜੇ ਕਰਮਾਂ ਦਾ ਵਿਨਾਸ਼ ਹੋ ਜਾਏਗਾ। ਆਤਮਾ ਹਲਕੀ ਹੋ ਜਾਏਗੀ। ਅਤੀ ਇੰਦਰੀਆਂ ਦੇ ਸੁੱਖ ਭਾਵ ਇੰਦਰੀਆਂ ਤੋਂ ਪਰੇ ਦਾ ਸੁੱਖ, ਅਜਿਹੇ ਸੁੱਖ ਦਾ
ਅਹਿਸਾਸ ਹੋਏਗਾ। ਧਰਤੀ ਤੇ 5 ਤੱਤਾਂ ਤੇ ਰਹਿੰਦੇ ਹੋਏ ਵੀ ਪਰਮ ਤੱਤਾਂ ਦੇ ਸਰੂਪ ਦਾ ਅਹਿਸਾਸ ਹੋਏਗਾ। ਵਿਅਕਤ ਤੋਂ ਅਵਿਅਕਤ ਭਾਵ ਪ੍ਰਗਟ ਤੋਂ ਗੁਪਤ ਹੋਣ ਦੇ ਸਰੂਪ ਨੂੰ ਧਾਰਨ ਕਰਨ ਦਾ ਅਹਿਸਾਸ ਕਰੋਗੇ। ਬੇਹੱਦ ਦੇ ਸੰਸਾਰ ਦਾ ਬਦਲਾਵ ਹੋਣਾ ਹੀ ਹੈ। ਅਧਿਆਇ 12 YouTube ਚੈਨਲ ਦੀ ਮਹੱਤਵਪੂਰਨ ਜਾਣਕਾਰੀ ਜਾਂ ਸੰਪਰਕ ਕਿਸ ਤਰ੍ਹਾਂ ਕਰੀਏ। ਬਾਪੂ ਜੀ ਦੇ ਬੇਹੱਦ ਗਿਆਨ ਸਮੁੰਦਰ ਤੇ ਸਾਰੀਆਂ ਬੇਹੱਦ ਦੀ ਆਤਮਾਵਾਂ ਨੂੰ ਜੀ ਆਇਆਂ ਨੂੰ। ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਜੀ। ਆਪ ਜੀ ਦੇ YouTube ਚੈਨਲ ਤੇ 500 ਤੋਂ ਜ਼ਿਆਦਾ ਇੰਟਰਵਿਊਜ਼ ਦੇ ਵੀਡੀਓਜ਼ ਹਨ। ਕੁਝ ਖਾਸ ਵੀਡੀਓਜ਼ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਜੀ। ਪਹਿਲਾ, ਲਾਈਫ ਆਫਟਰ ਡੈਥ, ਮ੍ਰਿਤਿੂ ਦੇ ਬਾਅਦ ਦਾ ਜੀਵਨ, ਭਾਗ 1 ਅਤੇ 2। दूजा, क्या पति पत्नी दा पिछले जन्मों का रिश्ता होता है। तीजा, आत्मा के 10 अद्भुत रहस्य। चौथा, भविष्य की दुनिया, भाग 1 अते 2। पंजवां, मृतक आत्मा को क्यों याद न करें, उनकी फोटो क्यों न लगाएं, उनके कल्याण के उपाय। छेवां, सदी का श्रेष्ठ वीडियो, कैसे जन्मी थी मौत। सतवां, श्रेष्ठ पावरफुल वाइब्रेशंस जो यूनिवर्स को बदल सकते हैं। 8वां, कल की अवतार। 9वां, बेहद की परम महाशांति मंत्र का अर्थ। 10वां, मृत्यु और पुनर्जन्म के बीच का समय। 11वां, वर्ल्ड ड्रामा जानी समय चक्र। 12, जजमेंट डे। 13, आत्म स्वरूप में परम लाइट की प्राप्ति। 14, सीक्रेट ऑफ योगा, योग कैसे करें। 15वां, ब्रह्मांड के सर्जन का रहस्य। 16वां, आध्यात्मिक ज्ञान की महत्वता। 17वां, दुनिया परिवर्तन की भविष्यवाणी। 18वां, कारण शरीर की वासना से मुक्ति। 19वां, श्रीमद् भगवद गीता सार। 20वां, मोक्ष और जीवन मुक्ति का रहस्य। 21वां, अति गुप्त कर्म का फल जिसका साक्षी खुद और खुदा है। 22वां, काला जादू और अध्यात्म। 23वां, सूक्ष्म शरीर, कारण शरीर, महाकारण शरीर के रहस्य। 24वां, तीसरे नेत्र की विस्तृत जानकारी। 25वां, परम महाशिव योग। 26वां, आत्म बल को कैसे बढ़ाएं। 27वां, बेहद के अविनाशी परम धाम का वर्णन। 28वां, समय यात्रा। 29वां, मंगल ग्रह पर जीवन। 30वां, शक्तिपात का अनजाना सच। 31वां, बापू जी के जीवन का परिचय। 32वां, 36 यानी 36 यक्ष के प्रश्न, युधिष्ठिर के जवाब। 33वां, 60 यानी 60 सुपर इंटैलीजेंट रैपिड फायर प्रश्न उत्तर। लोकां दी सहूलत दे लई बापू जी दे चैनल ते प्लेलिस्ट बनाई गई है जिन्हां दे नां ਅਨਸਪੋਕਨ ਟਰੁਥ ਅਤੇ ਇੰਟਰਵਿਊ ਵਿਦ ਬਾਪੂ ਜੀ ਹਨ। ਅਜਿਹੇ ਸਵਾਲ ਜੋ ਮਨੁੱਖ ਨੂੰ ਆਪਣੇ ਆਪ ਨੂੰ ਪਹਿਚਾਨਣ ਲਈ ਮਜਬੂਰ ਕਰ ਦੇਣ। ਅਧਿਆਤਮ ਦੇ ਮਾਰਗ ਤੋਂ ਅੱਗੇ ਵਧਦੇ ਹੋਏ ਆਪਣੇ ਅਤੇ ਉਸ ਪਰਮਾਤਮਾ ਤੋਂ ਜੁੜੇ ਅਣਕਹੇ ਭੇਦਾਂ ਨੂੰ ਜਾਣਨ ਦੇ ਲਈ ਉੱਪਰ ਦਿੱਤੀਆਂ ਗਈਆਂ ਵੀਡੀਓਜ਼ ਨੂੰ ਜ਼ਰੂਰ ਸੁਣੋ ਜੀ। ਯਕੀਨਨ ਆਪ ਜੀ ਦਾ ਜੀਵਨ ਜ਼ਰੂਰ ਬਦਲ ਜਾਏਗਾ। ਅੱਜ ਹੀ ਬਾਪੂ ਜੀ ਦੇ YouTube ਚੈਨਲ ਨੂੰ ਸਰਚ ਕਰੋ। YouTube ਤੇ ਲਿਖੋ ਬਾਪੂ ਜੀ ਦਸ਼ਰਥ ਭਾਈ ਪਟੇਲ ਜਾਂ ਫਿਰ www.youtube.com/anant98251 ਜਾਂ 98251 ਤੇ ਕਲਿੱਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਤਾਂ ਕਿ ਸਾਡੇ ਸਾਰੇ ਨਵੇਂ ਆਉਣ ਵਾਲੇ ਵੀਡੀਓਜ਼
ਆਪ ਜੀ ਬਿਨਾਂ ਕਿਸੇ ਰੁਕਾਵਟ ਤੇ ਵੇਖ ਸਕੋ। ਵੀਡੀਓਜ਼ ਨੂੰ ਵੇਖੋ ਅਤੇ ਕਮੈਂਟ ਜ਼ਰੂਰ ਕਰੋ ਜੀ। ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਇਹ ਸਾਰੇ ਵੀਡੀਓਜ਼ ਦੇ ਲਿੰਕ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ WhatsApp ਤੇ ਸਾਂਝੇ ਕਰੋ ਤਾਂ ਕਿ ਦੁਨੀਆ ਤੱਕ ਇਹ ਪਰਮ ਗਿਆਨ ਪਹੁੰਚ ਸਕੇ। ਆਪ ਜੀ ਦੀ ਛੋਟੀ ਜਿਹੀ ਕੋਸ਼ਿਸ਼ ਸਾਰੇ ਸੰਸਾਰ ਨੂੰ ਬਦਲ ਸਕਦੀ ਹੈ। ਕੋਈ ਵੀ ਕਰਮ ਕਦੀ ਵੀ ਬਿਰਥਾ ਨਹੀਂ ਜਾਂਦਾ। ਹਰ ਜੀਵ ਆਤਮਾ ਦਾ ਭਲਾ ਹੋਵੇ। ਪਰਮ ਸ਼ਾਂਤੀ। ਸੰਪਰਕ ਕਿਸ ਤਰ੍ਹਾਂ ਕਰੀਏ? ਈਮੇਲ ID anand@paramshanti.org। दूसरी ईमेल ID है ankur@paramshanti.org। ਆਪ ਜੀ ਸਾਨੂੰ ਬਾਪੂ ਜੀ ਦੇ ਅਧਿਕਾਰਕ YouTube ਚੈਨਲ ਤੇ ਵੀ ਸੰਪਰਕ ਕਰ ਸਕਦੇ ਹੋ, ਜਿਸ ਦਾ ਪਤਾ ਹੈ www.youtube.com/anand98251 ਜਾਣੀ 98251। ਵੈਬਸਾਈਟ www.paramshanti.org। Facebook www.facebook.com/discoveryofnewworld.com। instagram.com/ਬਾਪੂਜੀ ਦਸ਼ਰਤ ਭਾਈ ਪਟੇਲ। ਸਾਡਾ ਪਤਾ विश्व परिवर्तक ईश्वरीय विद्यालय, केयर ऑफ राधे कम्युनिटी हॉल, चैनपुर बस स्टैंड के नज़दीक, चैनपुर पिंड, नवी रानिप रोड, अहमदाबाद 382470 382470, गुजरात, भारत। अध्याय 13 माँ दा दिव जानी प्रकाशवान सुनेहा। मैं सारे भैन भरावां नूं इत्थे बेहद दे बाप दा एक सुनेहा देना चाहुंदी हाँ। बेहद दा अंतम समा शुरू हो गया है। अंतम पुरुषार्थ जानी जतन है। हुण समा आ गया है कि सब नूं परमात्मा दी पछाण दे दित्ती जावे अते सब नूं इन्ना सुनेहा दे दिता जावे कि ऑलमाइटी अथॉरिटी जानी सर्वशक्तिमान परम पिता परमात्मा बेहद दा बाप धरती ते आ गए हैं अते बेहद दा काम चल रहा है। वह अविनाशी अते नवी दुनिया दी उसारी जानी बनाउण दा ज्ञान दे रहे हैं। साकार रूप ते ऑलमाइटी अथॉरिटी दा काम धरती ते चल रहा है। हुण समा आ गया है जदों सारे संसार ते बेहद दे बाप दे प्रतख दर्शन होणगे। सारी हद अते बेहद दी दुनिया ते बेहद दे पिता जानी बाप प्रतख हो जाणगे। मैं यह सुनेहा सारिਆਂ ਨੂੰ ਇਸ ਲਈ देना ਚਾਹੁੰਦੀ ਹਾਂ कि अखीर ते कोई उलामा ना देवे कि परमात्मा धरती ते आए ਅਤੇ ਸਾਨੂੰ ਦੱਸਿਆ ਨਹੀਂ, ਕਿਉਂਕਿ ਪ੍ਰਗਟ ਜਾਣੀ ਵਿਅਕਤ ਦੁਨੀਆ ਦਾ ਸਮਾਂ ਪੂਰਾ ਹੋਣ ਵਾਲਾ ਹੈ ਅਤੇ ਲੁਪਤ ਜਾਣੀ ਅਵਿਅਕਤ ਦੁਨੀਆ ਅਤੇ ਉਸ ਦਾ ਸਮਾਂ ਆਉਣ ਵਾਲਾ ਹੈ। ਅਚਾਨਕ ਸਭ ਕੁਝ ਹੋਏਗਾ। ਬੇਹਦ ਦਾ ਬਾਪ ਬੇਹਦ ਦੇ ਬੱਚਿਆਂ ਨੂੰ ਦਿਵ ਜਾਣੀ ਪ੍ਰਕਾਸ਼ਵਾਨ ਅਲੌਕਿਕ ਜਹਾਜ਼ ਤੇ ਪਰਮ ਪ੍ਰਕਾਸ਼ ਅਤੇ ਪਰਮ ਦੁਨੀਆ ਤੇ ਲੈ ਜਾਣਗੇ। इस स्थूल दुनिया का परम तत्तां ते बदलाव हो जाएगा। मुक्ति अते जीवन मुक्ति भी शुरू हो जाएगी। जदों परम तत्त अते परम प्रकाश धरती ते आउणगे ते कमजोर आत्मावां उस शक्ति नूं सहन नहीं कर सकणगीਆਂ। इस लई हुणे तो सानू सख्त पुरुषार्थ करना है ਅਤੇ ਆਪਣੇ ਵਿਚਾਰ ਅਤੇ ਸੋਚ ਸੰਸਾਰ ਦੇ ਬਦਲਾਵ ਦੇ ਲਈ ਲਗਾਣੇ ਹਨ। ਹੁਣ ਅੰਤਮ ਉਡਾਣ ਦਾ ਸਮਾਂ ਹੈ। ਆਲਮਾਈਟੀ ਅਥਾਰਟੀ ਸਾਨੂੰ ਬੇਹੱਦ ਦੀ ਦੁਨੀਆ ਤੇ ਲੈ ਜਾਣ ਲਈ ਆਏ ਹਨ, ਜੋ ਦੁਨੀਆ ਪਰਮ ਪ੍ਰਕਾਸ਼ ਅਤੇ ਪਰਮ ਤੱਤਾਂ ਦੀ ਹੈ। ਆਉਣ ਵਾਲਾ ਯੁੱਗ ਅਵਿਨਾਸ਼ੀ ਯੁੱਗ ਹੋਏਗਾ
अमर लोक बनेगा, बेहद दा बदलाव हो जाएगा। साइलेंस मतलब योग दी शक्ति नवेंपन दी लहर लियाएगी। अध्याय 14 परम महासंकल्प जानी अफर्मेशंस। मैं बेहद दी परम 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 महान आत्मा हाँ। मैं परमात्मा दी तरह ब्रह्म स्वरूप आत्मा हाँ। मैं बेहद दी विश्व कल्याणकारी आत्मा हाँ। मैं बेहद दे विश्व नू बदलण दे लई एक निमित्त आत्मा हाँ। मैं बेहद दी परम शांत स्वरूप आत्मा हाँ। मैं बेहद परमानंद स्वरूप आत्मा हाँ। मैं कर्मयोगी आत्मा हाँ। मैं तपस्वी रूप आत्मा हाँ। मेरी आत्मा परम प्रकाश दी है। मैं परम देव लाइट स्वरूप आत्मा हाँ। मैं एक प्रकाश दी तरह परम प्रकाश स्वरूप ते हाँ। मैं परम सुख ते हाँ। मेरा स्वरूप देव लाइट अते परम शक्तियां तो भरपूर है। मेरी आत्मा अते शरीर परम लाइट अते परम तत्तां तो भरिया होया है। मैं बेहद दी परम परम महान आत्मा हाँ। मेरा स्थूल सूक्ष्म अते कारण शरीर परम लाइट तो चार्ज है। मेरे चारे पासे बेहद दी परम परम महाशांति दे वाइब्रेशंस हैं। मेरे अंदरों परम शांति दी तरंगा चारे पासे फैल रही हैं। सारे जगत ते परम शांति हो रही है। सारे ब्रह्मांडां ते परम परम महाशांति हो रही है। सारे ब्रह्मांडां गैलेक्सियां अते यूनिवर्सां ते परम शांति हो रही है। सारे ब्रह्मांडां महाब्रह्मांडां परम महाब्रह्मांडां ते परम परम महाशांति हो रही है। स्थूल कारण अते महाकारण जगत ते परम शांति अते परम सुख हो रहा है। मैं फरिश्ता स्वरूप हाँ। मेरा शरीर तंदुरुस्त अते चंगा है। बेहद दा परम 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 चंगा हो रहा है। मैं बेहद दे परम धाम ते स्थित परम आनंद ते हाँ। मेरे चारे पासे परम प्रकाश है। मेरा ओरा परम प्रकाश अते दिव लाइट दा है। मैं बेहद खुश अते सुखी आत्मा हाँ। मैं संपन्न संपूर्ण अते पवित्र बेहद दी आत्मा हाँ। मैं बेहद दे परम पिता परमात्मा दा अंश हाँ अते बेहद दी महान आत्मा हाँ। पूरे विश्व ते बेहद दी परम परम महाशांति हो रही है। इन्हां दृढ़ जाने पक्के संकल्पां विचारां तो वायुमंडल बदलेगा। भाव परम शांति दे वाइब्रेशंस तो परम शांति सारे ब्रह्मांडां अते लोकां ते हो जाएगी। मजबूत संकल्प शक्ति तो संसार दा बदलाव होना तय है। परम महाशांति। बेहद की परम शांति सोचो, बोलो परम शांति। Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anand@paramshanti.org. Like, share, subscribe. Join today. बेहद की परम शांति सोचो।